KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:29 ਹੋ ਗਏ ਤੇ 27 ਅਪ੍ਰੈਲ ਵਰਾ 2021 ਦਾ ਮੰਗਲਵਾਰ ਹੈ। 15 ਵਿਸਾਖ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਉਹ ਆਜ ਦੱਸਿਓ ਕਿਵੇਂ ਨਾਲੇ ਬਾਹਰ ਉਹ ਆਜ ਕਹਿੰਦੇ ਬਾਹਰ ਸਹੀ ਅੱਜ ਜਸਵਿੰਦਰ ਨੇ ਦੱਸਤਾ, ਜਨੇਤਪੁਰੀਏ ਨੇ ਕਹਿੰਦਾ ਉਹ ਆਜ ਠੀਕ ਹੈ। ਤੇ ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲ। ਪਹਿਲੇ ਹਿੱਸੇ ਦੇ ਵਿੱਚ ਹੀ ਭਾਊਆਂ ਦੀ ਸੁਣਾਉਣਾ ਮਾੜੀ ਜੀ। ਭਾਊਆਂ ਤੋਂ ਬਾਅਦ ਫਿਰ ਕੁਝ ਖਬਰਾਂ ਤੋਂ ਬਾਅਦ ਅੱਜ ਜਿਹੜੀ ਇਤਿਹਾਸ ਦਾ ਮੰਗਲਵਾਰ ਦਾ ਦਿਨ ਹੁੰਦਾ ਉਹ ਵੀ ਸੁਣਾਉਂਗਾ। ਪਰ ਇਤਿਹਾਸ ਦੇ ਨਾਲ ਜਿਹੜਾ ਕੱਲ ਦਾ ਇੱਕ ਮੁੱਦਾ ਜਿਹੜਾ ਚੱਲਿਆ ਹੋਇਆ, ਕਦੇ ਕਦੇ ਮੈਨੂੰ ਇਉਂ ਲੱਗਦਾ ਵੀ ਯਾਰ ਇਹ ਸਾਡਾ ਭਾਈਚਾਰਾ ਇੰਨੇ ਦੁੱਖ 'ਚ ਕਿਵੇਂ ਜਿਉਂਦਾ। ਮਾੜਾ ਜਿਹਾ ਤੂੰ ਪੋਤੇ ਨੂੰ ਹੱਥ ਲਾ ਲੈ, ਸਰੀਰ ਇਹ ਅੰਬਿਆ ਪਿਆ। ਮਾੜੀ ਜੀ ਆਪਾਂ ਕੱਲ ਗੱਲ ਕੀਤੀ, ਮੈਨੂੰ ਰਾਤ ਦੇ 9 ਵੱਜ ਗਏ ਸੁਨੇਹਿਆਂ ਦੇ ਤੇ ਟੈਲੀਫੋਨ। ਮੈਨੂੰ ਤਾਂ ਕਦੇ ਕਦੇ ਲੱਗਦਾ ਜਿਵੇਂ ਅਸੀਂ ਭੱਠਾ ਮਜ਼ਦੂਰ ਹੁੰਦੇ ਆ ਕਿਤੇ ਨਾ ਮਾਨਸਾ ਦੇ ਨੇੜੇ, ਬੁਢਲਾਡੇ ਨੇੜੇ, ਕਿਤੇ ਭੱਠੇ ਤੇ ਕੰਮ ਕਰਦੇ ਹੁੰਦੇ ਆ। ਇਉਂ ਸੇਕ ਮਾਰਦਾ। ਇਹ ਜਿਹੜਾ ਚੰਗਾ ਭਲਾ ਟਿਕਿਆ ਹੋਇਆ ਸਾਰਾ ਕੁਛ, ਜਾਂ ਉਹਨੂੰ ਇੱਕ ਬੰਨੇ ਦਾ ਕੋਵਿਡ ਕਰਕੇ ਮਿਲ ਨਹੀਂ ਰਹੇ ਵਰਕਰ, ਇੱਕ ਬੰਨੇ ਤੁਸੀਂ ਸੜਕਾਂ ਤੇ ਖਲਿਆਰਦੇ ਹੋ। ਇਸ ਤੇ ਗੱਲਬਾਤ ਅੱਜ ਕਰਾਂਗਾ। ਮੈਂ ਵੱਧ ਤੋਂ ਵੱਧ ਸਮਾਂ ਦੇਣਾ ਚਾਹੁੰਦਾ ਵਰਕਰਜ਼ ਨੂੰ। ਪਲੀਜ਼ ਆਪ ਫੋਨ ਕਰਕੇ ਦੱਸੋ, ਕਿਉਂਕਿ ਤੁਹਾਡਾ ਸਾਰਾ ਰੇਡੀਓ ਇਹ ਪ੍ਰੋਗਰਾਮ ਸੁਣਿਆ ਜਾਂਦਾ, ਇੱਥੇ ਵੀ ਬੈਠੇ ਸੁਣਦੇ ਨੇ ਤੇ ਪੂਰਾ ਇੱਕ ਡਿਪਾਰਟਮੈਂਟ ਹੈ ਇਹਨਾਂ ਦਾ ਸੁਣ ਕੇ, ਜਿਹੜਾ ਕੰਸਰਨਡ ਮਹਿਕਮੇ ਤੱਕ ਇਹ ਸ਼ੋਆਂ ਨੂੰ, ਸਾਰੇ ਰੇਡੀਓ, ਮੈਂ ਨਹੀਂ ਮੇਰੇ ਇਕੱਲਾ ਨਹੀਂ, ਸਾਰਿਆਂ ਨੂੰ ਸੁਣ ਕੇ, ਜਿਹੜਾ ਕੋਈ ਸਰਕਾਰ ਦੇ ਕਿਤੇ ਗੱਲ ਹੁੰਦੀ ਆ ਵੀ ਹੁਣ ਇਹਦੇ ਤੇ ਰੌਲਾ ਪੈ ਗਿਆ, ਹੁਣ ਇਹ ਸਾਂਭਣਾ ਪੈਣਾ। ਤੇ ਡਾਕਟਰ ਲੈਮ ਨੇ ਜਿਹੜੇ CEO ਨੇ ਫਰੇਜ਼ਰ ਹੈਲਥ ਦੇ, ਉਹਨਾਂ ਨੂੰ ਮੈਂ ਜਿਹੜਾ ਉਹਨਾਂ ਦੀ ਈਮੇਲ ਅੱਜ ਈਵਨਿੰਗ 'ਚ ਉਹਨਾਂ ਨੂੰ ਮੈਂ ਭੇਜ ਦੇਣੀ ਹੈ ਸਾਰੀ। ਬਈ ਪਿਛਲੀ ਵਾਰ ਵੀ ਉਹਨਾਂ ਨਾਲ ਕਮਿਊਨੀਕੇਟ ਮੈਂ ਕੀਤਾ ਸੀ, ਕਮਿਊਨੀਕੇਸ਼ਨ ਹੋਈ ਸੀ, ਤੇ ਅੱਜ ਉਹਨਾਂ ਨੂੰ ਫੇਰ ਭੇਜ ਦੇਣਾ ਵੀ ਆਹ ਕੰਸਰਨ ਹੈ। ਉਹਨਾਂ ਨੇ ਪਿਛਲੀ ਵਾਰ ਇਹ ਕਿਹਾ ਸੀ ਵੀ ਮੈਨੂੰ ਨਹੀਂ ਸੀ ਪਤਾ, ਉੱਪਰ ਹੈ ਵੀ ਨਹੀਂ CEO ਨੂੰ ਕੀ ਪਤਾ ਹੁੰਦਾ ਉੱਪਰ ਕੀ ਹੋ ਰਿਹਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜਿਨ੍ਹਾਂ ਨੂੰ ਚੰਗਾ ਭਲਾ ਕੰਮ ਚੱਲਦਾ 40-40 ਘੰਟੇ ਤੇ ਉਹਨਾਂ ਦੀ ਸੀਨੀਅਰਿਟੀ, ਤੇ ਉਹਨਾਂ ਨੂੰ ਹਿਲਾ ਕੇ ਜਿਹੜਾ 25-25 ਘੰਟੇ ਤੱਕ ਕਰ ਕੀਤਾ ਇਹ ਜੌਬ ਫੇਅਰ ਦਾ। ਜੌਬ ਫੇਅਰ ਉਹ ਵੀ ਲੱਗਦੇ ਕਮਿਊਨਿਟੀ ਦੇ ਵਿੱਚ, ਜੌਬ ਫੇਅਰ ਦੇ ਨਾਂ ਤੇ ਖਰਚੇ ਖੁਰਚੇ ਵਧੀਆ ਚੱਲਦੇ ਆ। ਪਰ ਇਹਦੇ ਤੇ ਇਹ ਇਸ਼ੂ ਤੇ ਗੱਲ ਕਰਾਂਗਾ, ਨਾਲ ਸਿੱਖ ਇਤਿਹਾਸ ਦੀ ਜਿਹੜੀ ਗੱਲ ਹੈ ਤੁਹਾਡੇ ਸਨਮੁਖ ਕਰਾਂਗਾ, ਕਿਉਂਕਿ ਉਹ ਵੀ ਜ਼ਰੂਰੀ ਹੈ। ਮੰਗਲਵਾਰ ਨੂੰ ਉਡੀਕਦੇ ਆ ਤੁਸੀਂ। 144 247 1550 184424715550। ਮੈਂ ਚਾਹੁੰਦਾ ਕਿ ਛੇਤੀ ਇਸ ਨੂੰ ਆਪਾਂ ਫਿਨਿਸ਼ ਕਰੀਏ। ਮਈ ਦੇ ਵਿੱਚ ਮੈਂ 1947 ਤੋਂ ਲੈ ਕੇ 1984 ਦਾ ਜਿਹੜਾ ਸਫ਼ਰ ਹੈ ਉਹ 60 ਵਰਿਆਂ ਦਾ, ਉਹਨੂੰ ਮੈਂ ਮਈ ਦੇ ਵਿੱਚ, ਜੂਨ ਦੇ ਪਹਿਲੇ ਹਫ਼ਤੇ ਤੱਕ ਤੁਹਾਨੂੰ ਲਿਜਾਣਾ ਚਾਹੁੰਦਾ। ਹਰ ਰੋਜ਼ 10-12 ਮਿੰਟ ਉਹ ਤੇ ਗੱਲ ਕਰਿਆ ਕਰਾਂਗੇ ਲੜੀਵਾਰ। ਤੇ ਅਖੀਰ ਤੇ ਮੁਲਾਂਕਣ ਤੁਸੀਂ ਕਰਿਓ ਵੀ ਹਾਂ ਇੱਥੇ ਗਲਤ ਕੌਣ ਸੀ, ਇੱਥੇ ਕੌਣ ਗਲਤ ਸੀ। krpradio.com ਸਿੱਧਾ ਪ੍ਰਸਾਰਣ 604 729 1224। WhatsApp ਤੇ ਟੈਕਸਟ ਲਈ ਮੇਰਾ ਸੈੱਲ ਨੰਬਰ ਹੈ ਤੁਹਾਡੇ ਲਈ 6047291224। ਔਨ 에ਅਰ ਨੰਬਰ ਹੈ ਜਿਹੜਾ 1844 247 1550 184424715550। ਜਿੰਨੇ ਵੀ ਵਰਕਰਜ਼ ਨੇ ਗੱਲ ਕਰਨੀ ਚਾਹੁੰਦੇ ਨੇ, ਤੁਹਾਡਾ ਮੈਂ ਨਾਂ ਨਹੀਂ ਕਿਸੇ ਦਾ ਵੀ ਲੈਣਾ, ਤੁਹਾਨੂੰ ਲਾਈਨ ਨੰਬਰ ਮਿਲੇਗੀ, ਲਾਈਨ ਨੰਬਰ ਬੋਲਾਂਗੇ ਤੇ ਉਸੇ ਸਮੇਂ ਤੁਸੀਂ ਗੱਲ ਕਰਨੀ ਹੈ। ਮੈਨੂੰ ਪਤਾ ਨਾਂ ਦਾ ਹੈ, ਇੰਨਾ ਤਾਂ ਉੱਥੇ ਲਾਲ ਝੰਡੇ ਵਾਲਿਆਂ ਨੂੰ ਡਰ ਨਹੀਂ ਸੀ ਹੁੰਦਾ ਜਿੰਨਾ ਇੱਥੇ ਡਰ ਹੈ। ਅਖੇ ਇਹ ਡਿਵੈਲਪ ਨੇਸ਼ਨ ਹੈ, ਡਿਵੈਲਪ ਨੇਸ਼ਨ, ਬੈਸਟ ਪਲੇਸ ਔਨ ਅਰਥ। 1844 247 1550। ਅੜੀਏ ਫੁੱਲ ਝੜੀਏ ਇੱਕ ਸੋਹਣਾ ਜਿਹਾ ਮਹਾਂਦਰਾ ਨੀ, ਰੋਜ਼ ਮੇਰੇ ਸੁਪਨੇ ਚ ਆਮਦਾ, ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਹਾਏ ਸੁੱਤੀ ਪਈ ਨੂੰ ਜਗਾਮਦਾ। ਮੀਡੀਆਂ ਗੰਦਾਵਾਂ ਕਦੇ ਗੁੱਤ ਨਹੀਂ ਕਰਾਵਾਂ, ਉਹ ਜਾਣਦਾ ਰਕਾਨਾਂ ਵਾਲੇ ਚੱਜ ਨਹੀਂ, ਜਾਪਦਾ ਏ ਮੈਨੂੰ ਮਾਈ ਹੀਰ ਦਾ ਬਚਦਾ ਨਹੀਂ, ਵੇਖ ਵੇਖ ਆਮਦਾ ਨਾ ਰੱਜ ਨਹੀਂ। ਕਿਹੜਿਆਂ ਦੀ ਬਾਗਾਂ ਦਾ ਉਹ ਮੋਰ ਹੈ ਸ਼ਵੀਲੜਾ, ਜੋ ਫਿਰਦਾ ਮੱਥੇ 'ਚ ਪਹਿਲਾਂ ਪਾਮਦਾ, ਸੁੱਤੀ ਪਈ ਨੂੰ ਜਗਾਮਦਾ। ਉਹਦੇ ਲਈ ਤਾਂ ਅੜੀਏ ਨਹੀਂ ਕੱਢ ਕੇ ਲੈ ਆਵਾਂ ਹਾਏ, ਤਾਰਿਆਂ 'ਚੋਂ ਤਾਰਿਆਂ ਦਾ ਭਾਰ ਮੈਂ, ਮਿਲ ਜਾਵੇ ਮੈਨੂੰ ਕਿਤੇ ਸਾਂਵਲਾ ਜੇ ਸੱਚੀ ਮੁੱਚੀ, ਚੁੰਨੀ ਦੀ ਹੀ ਗੰਢ ਲਵਾਂ ਮਾਰ।
ਮੈਲੇ ਮੈਲੇ ਪੈਰ ਜਿਵੇਂ ਜੋਗਾ ਦਾ ਉਹ ਯਾਤਰੂ ਨਹੀਂ, ਧੋ ਧੋ ਕੇ ਦਿਲ ਨਾ ਟਕਾਮਦਾ, ਹਾਏ ਸੁੱਤੀ ਪਈ ਨੂੰ ਜਗਾਮ। ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ ਜਦੋਂ ਕਰਦੀਆਂ ਪੇੜੇ ਮੈਂ ਸੁਲੱਖਣੇ, ਪੱਖੀ ਵਿੱਚ ਸੁੱਤੇ ਪਏ ਮੋਰ ਜਾਗ ਪੈਂਦੇ, ਮੈਨੂੰ ਆਉਂਦੇ ਨਹੀਂ ਉਹ ਸਕੀਏ ਨਹੀਂ ਡੱਕਣ। ਪਿੱਪਲਾਂ ਦੇ ਜੜੀ ਫਿਰ ਭੁੱਖਦੀ ਸੰਦੂਰ ਖੌਰੇ, ਉਹੀ ਹੋਵੇ ਸੁਪਨੇ ਰਗਾਮ ਦਾ, ਹਾਏ ਸੁੱਤੀ ਪਈ ਨੂੰ ਜਗਾਮ ਦਾ। ਚੜ੍ਹਦਾ ਵਿਸਾਖ ਵਿੱਚ ਅੰਬੀਆਂ ਦਾ ਬੂਰ, ਜਿਵੇਂ ਇੰਜ ਉਹਦੇ ਪੋਟਿਆਂ ਚੋਂ ਸੇਕ ਨਹੀਂ। ਚਿੱਤ ਵਿੱਚ ਮੇਰੇ ਚੰਗਿਆੜੀਆਂ ਜੋ ਉੱਠਦੀਆਂ, ਪਾ ਨਾ ਸਕੀ ਉਹਦਾ ਮੈਂ ਭੇਤ ਨਹੀਂ। ਫੇਰ ਮੇਰੇ ਚਾਵਾਂ ਨੂੰ ਝਕਾਨੀ ਦੇ ਕੇ ਰਾਣੀਏ ਨੀ ਛਣੋ ਛਣੀ ਹਵਾ ਹੋ ਜਾਮਦਾ, ਹਾਏ ਸੁੱਤੀ ਪਈ ਨੂੰ ਜਗਾਮ ਦਾ, ਹਾਏ ਸੁੱਤੀ ਪਈ ਨੂੰ ਜਗਾਮ ਦਾ। ਸੋਹਣਾ ਜਿਹਾ ਮਹਾਂਤਰਾ ਹਰਮਨਜੀਤ ਲਿਖਦਾ। ਦਲਜੀਤ ਸੰਧੂ ਨੇ, ਸਾਡੇ ਰਾਈਡਰ ਨੇ, ਦਸ਼ਮੇਸ਼ੀਅਨ ਨੇ ਭਾਊਆਂ ਦੀ ਗੱਲ, ਇੱਕ ਗੱਲ ਭੇਜੀ, ਉਹਨੇ ਸੁਣਾਉਣਾ ਤੁਹਾਨੂੰ। ਭਾਊਆਂ ਦੇ ਕਾਰਨਾਮੇ, ਲਾਲੀ ਔਲਖ ਲਿਖ ਰਿਹਾ ਭਾਊ ਇੱਕ ਭਾਊਆਂ ਦੇ ਕਾਰਨਾਮੇ। ਕਹਿੰਦਾ ਜਦ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਨਾ, ਤੇ ਬਣ ਕੇ ਮੁੱਖ ਮੰਤਰੀ ਆਪਣੇ ਇਲਾਕੇ ਚ ਆਇਆ, ਉਹ ਕਹਿੰਦਾ ਖੁੱਲੀ ਮੀਟਿੰਗ ਕਰਨੀ ਆ, ਭਾਊਆਂ ਨੂੰ ਸੱਦੋ। ਤੇ ਕੈਰੋਂ ਸਾਹਿਬ ਬਹਿ ਗਏ ਤੇ ਮਝੈਲ ਆ ਗਏ, ਲਾਂਗੜ ਲਾਏ ਹੋਏ ਤੇ 12 ਬੋਰ 315 ਫੜੀਆਂ ਮੋਢਿਆਂ ਤੇ ਮੁੱਕੇ ਰੱਖੇ ਹੋਏ, ਤੇ ਧਿਆਰੀ ਉਸ ਤਰ੍ਹਾਂ ਬਹਿ ਜਾਓ, ਕਹਿੰਦੇ ਬਹਿ ਜਾਓ ਭਾਊ ਜੀ, ਬੈਠੋ ਬੈਠੋ ਬੈਠੋ, ਇਉਂ ਕਹਿੰਦੇ। ਕੈਰੋਂ ਸਾਹਿਬ ਆਦੇ ਗੱਲ ਸੁਣ ਲਓ, ਹੁਣ ਤਾਕਤ ਆਪਣੀ ਹੱਥ ਹੋ ਗਈ ਸਾਰੀ ਕੇ, ਤੇ ਹੁਣ ਜਿਹੜਾ ਕੰਮ ਕਰਾਉਣਾ ਉਹ ਕੋਈ ਕਰਾ ਲਓ। ਹੁਣ ਭਾਊਆਂ ਦਾ ਜ਼ੋਰ ਹੈ, ਗਾਂ ਨੂੰ ਚੜੇ ਨਾ ਚੜੇ, ਮੈਂ ਮੁੱਖ ਮੰਤਰੀ ਆ। ਤੇ ਮੂਹਰੇ ਇੱਕ ਬੈਠਾ ਮਸ਼ਹਿਰੇ ਨੂੰ ਚੱਕ ਕੇ ਹੱਥ, ਅੱਛਾ ਐਡੀ ਤਾਕਤ ਹੋ ਗਈ ਉਹ ਆਪਣੀ। ਹਾਂ ਕਹਿੰਦਾ ਪ੍ਰਤਾਪ ਸਾਹਿਬ ਭਾਊ ਗੱਲ ਸੁਣਾ ਮੇਰੀ ਇੱਕ। ਕਹਿੰਦਾ ਹਾਂ ਜੀ ਦੱਸੋ। ਬਾਅਦ ਵੀ ਬਾਕੀ ਤਾਂ ਕਿਰਪਾ, ਤੇਰੇ ਰਾਜ ਚ ਧਰ ਕੇ ਕੱਢ ਕੇ, ਘਰ ਦੀ ਕੱਢ ਕੇ ਪੀ ਦਿਓ ਪੂਰੀ ਡੇਰੇ ਤੇ ਤੇਰੇ ਰਾਜ ਦੇ ਵਿੱਚ ਚੰਗੀ ਫੀਮ ਵੀ ਪਾਕਿਸਤਾਨ ਨੂੰ ਆਉਂਦੀ ਆ, ਪਾਕਿਸਤਾਨ ਨੂੰ ਪਾਕਿਸਤਾਨ ਨੂੰ ਕਹਿੰਦੇ ਆ, ਉਹ ਵੀ ਖਾਈਦੀ ਹੈ। ਪਰ ਇੱਕ ਔਖਾ ਕੰਮ ਭਾਊ ਸਾਨੂੰ, ਜਾਂ ਜੱਟਾਂ ਦੀ ਗੰਡਾਸੀ ਖੜਕੀ ਹੁੰਦੀ ਨਾ ਖਾਦੀ ਪੀਤੀ ਚ, ਪਰਚੇ ਵੀ ਹੁੰਦੇ ਤੇ ਜੇਲੇ ਵੀ ਜਾਣਾ ਪੈਂਦਾ ਇਹਨੂੰ। ਤੇ ਪੱਟੀਆਂ ਅੰਮ੍ਰਿਤਸਰ ਨੂੰ ਭਾਊ ਬੱਸ ਇੱਕ ਹੀ ਆਉਂਦੀ ਹੈ, ਤੇ ਅੰਮ੍ਰਿਤਸਰ ਜੇਲ੍ਹ ਜਾਣਾ ਸਾਨੂੰ ਔਖਾ ਹੈ, ਤੇ ਪੱਟੀ ਹੀ ਇੱਕ ਜੇਲ੍ਹ ਬਣਾ ਦੇ, ਸਾਨੂੰ ਨੇੜੇ ਜਾਣਾ ਆਉਣਾ ਸੌਖਾ ਰਹੇ। ਆਪਣੇ ਘਰ 'ਚ ਸਰਜਿਆ ਕਰੇ ਤੇ ਪੱਟੀ ਜੇਲ੍ਹ ਹੋਊ, ਇੱਥੇ ਅਸੀਂ ਨੇੜੇ ਜਾਵਾਂਗੇ ਤੇ ਨਾਲੇ ਥੋੜੀ ਬਹੁਤੀ ਰੋਟੀ ਪਾਣੀ ਤੇ ਸਾਗ ਸੱਲਾ ਘੱਲਿਆ ਕਰੂਗਾ, ਤੇ ਮਜਵੀ ਨਾਲੇ ਆਉਂਦਾ ਜਾਂਦਾ ਕਰੂ, ਨਹੀਂ ਤੇ ਅੰਮ੍ਰਿਤਸਰ ਬਹੁਤ ਔਖਾ ਹੈ। ਗੱਲ ਕੀ, ਤੇ ਭਾਊਆਂ ਨੇ ਜਿੱਦਣ ਗੱਲ ਕੀਤੀ ਤੇ ਦੂਜੇ ਦਿਨ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਵਾਲੀ ਜੇਲ੍ਹ ਸਬ ਜੇਲ੍ਹ ਬਣਾਉਣ ਦਾ ਹੁਕਮ ਦੇਤਾ। ਕਹਿੰਦਾ ਗੱਲ ਹੋ ਗਈ ਕਿ ਹਰਾਮ ਇਹ ਹੋ ਗਿਆ, ਹੁਣ ਭਾਊਆਂ ਦੀ ਪੱਟੀ ਪੰਜਾਬ ਦੀ ਪਹਿਲੀ ਜੇਲ੍ਹ ਬਣਾਉਣ ਦਾ ਮਾਣ ਹਾਸਲ ਹੋਇਆ। ਭਾਊਆਂ ਦੇ ਕਾਰਨਾਮੇ ਮਾਝੇ ਵਾਲਾ ਲਾਲੀ ਔਲਖ ਲਿਖਣ ਲੱਗਿਆ, ਆਇਰਲੈਂਡ ਦੇ ਕਾਰਨਾਮੇ ਫਿਰ ਵਿੱਚੋਂ ਸੁਣਾਇਆ ਕਰ ਭਾਊਆਂ ਨਾਲ, ਤੇ ਉਹ ਆਪਣਾ ਬਹੁਤ ਆ ਭਾਊ ਬੰਦੇ ਬਹੁਤ ਗਾਡਰ ਨੇ। ਕਈ ਮਾਝੇ ਚੋਂ ਨਾ ਕਈਆਂ ਨੇ ਜ਼ਮੀਨਾਂ ਦੂਰ ਲੈ ਗਈਆਂ, ਉਹ 2-2 3-3 ਪੀੜ੍ਹੀਆਂ ਹੋ ਗਈਆਂ, ਉਹ ਮਾਝੇ ਵਾਲਾ ਨਹੀਂ ਕੰਮ ਹੈ। ਮਾਝੇ ਵਾਲੇ ਜਿਹੜੇ ਹੁਣੇ ਹੀ ਭਿੱਖੀ ਵਿੰਡ ਖੇਮ ਕਰਨਾ ਤੇ ਤਰਨਤਾਰਨ, ਤੇ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਨਹੀਂ, ਉਹ ਦੂਰ ਜਾ ਕੇ ਜਿਹੜੀ ਦੂਜੀ ਕੌਮ ਦੂਜੀ ਪੀੜ੍ਹੀ ਹੋ ਗਈ, ਉੱਥੇ ਨਹੀਂ ਗੱਲ ਬਣਦੀ, ਉਹ ਤਾਂ ਉਹਨਾਂ ਦੀ ਹੋਈ ਹੈ ਜਿਹੜੀ ਹੈਗੀ। ਨਾਲ ਹੀ ਹੋਰ ਸੁਣਾ ਦਿਆਂ ਇੱਕ, ਕੱਲ ਫਿਰ ਤਪਸ਼ 'ਚ ਦਿਨ ਲੰਘ ਜਾਂਦਾ, ਦਾਊ ਮਾਜੋ ਦੀ ਸੁਣ ਲੈ। ਕਹਿੰਦਾ ਬੰਦੇ ਦੀ ਬੋਲਬਾਣੀ ਤੇ ਪ੍ਰੋਫੈਸ਼ਨ ਦਾ ਅਸਰ ਹੋ ਜਾਂਦਾ, ਜਿੰਨਾ ਮਰਜ਼ੀ ਵੱਜੇ, ਗੱਲ ਪੱਕੀ ਹੈ। ਲੈ ਸੁਣ ਲੈ ਗੱਲ, ਜਿਹੜਾ ਇੱਥੇ ਵੀ ਆਪਾਂ ਕੰਮ ਕਰਦੇ ਆ, ਟੈਕਸੀ ਵਾਲਾ ਨਾ ਘਰ ਵਾਲੀ ਨਾਲ ਜਾਊਗਾ ਗਰੋਸਰੀ ਕਰਨ, ਬੱਸ ਅੱਡੇ ਤੇ ਬੰਦਾ ਖੜਾ ਹੀ ਦੇਖੀ ਜਾਊ, ਸ਼ਾਇਦ ਸਵਾਰੀ ਉਹ ਨਾ ਹੋਵੇ। ਜਿੰਨੇ ਫਰੇਮਰ ਨੇ ਕਿਸੇ ਦੇ ਘਰ ਜਾਣਗੇ ਪਹਿਲਾਂ ਕਾਣ ਦੇਖਦੇ ਆ, ਕਹਿੰਦਾ 2x4 ਗਲਤ ਲਾਈ ਹੋਈ ਹੈ। ਜਿੰਨੇ ਬਿਲਡਰ ਜਿਨ੍ਹਾਂ ਨੂੰ ਕੰਮ ਕਰਾਉਣਾ ਆਉਂਦਾ, ਦੂਜੇ ਘਰ ਆਉਣਗੇ ਪਹਿਲਾਂ ਅਗਲਾ ਦਾ ਘਰ ਦੀ ਚੱਕ ਕਰਾਊ, ਉਹ ਪਹਿਲਾਂ ਗਲਤੀਆਂ ਕੱਢਣ ਗਿਆ, ਵਾਰੀ ਇੱਧਰੋਂ ਲਾਤੀ, ਇੱਥੋਂ ਜੇ ਪਰਲੇ ਬੰਦੇ ਨੂੰ ਕਾਣ ਕੱਢ ਲੈਂਦਾ। 90 ਦੇ ਕੋਨ ਤੇ ਚਾਹੀਦੇ ਨੇ ਸਾਰੇ ਥੰਮਲੇ, ਇਹ ਤਾਂ ਗਲਤ ਕਰ ਗਿਆ ਤੁਹਾਡੀ। ਮੈਂ ਕਹਿੰਦਾ ਇਹ ਘੱਟੋ ਘੱਟ 50,000 ਦੇ ਨੰਬਰ ਵੱਧ ਲਵਾ ਗਿਆ, ਜਿਵੇਂ ਆਪ ਕਾਗਜ਼ ਦਾ ਬਣਾਉਣਾ ਹੁੰਦਾ ਨਾ। ਪ੍ਰੋਫੈਸ਼ਨ ਤੇ
ਸਾਡੇ ਵਾਲੇ ਜਿਹੜਾ ਸਾਡਾ ਲਾਣਾ ਹੈ ਇਹ ਇੱਕ ਦੂਜੇ ਦੀਆਂ ਗਲਤੀਆਂ ਸੁਣ ਲਈ ਰੇਡੀਓ ਦੱਸਦੇ ਨਹੀਂ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਵੀ ਮੈਂ ਵੀ ਤੇਰਾ ਸੁਣਦਾ ਸੁਣਦੇ ਇੱਕ ਦੂਜੇ ਦੇ ਸਾਰੇ ਹੀ ਅਸੀਂ ਪੰਜੇ ਸੱਤੇ ਜਿੰਨੇ 8-10 ਉਹ ਮਹਿੰਦੀ ਸਾਰ ਜਿਹੜਾ ਰੇਡੀਓ ਇੱਕ ਦਾ ਤਾਂ ਭਾਈ ਬੰਦ ਨੇ 4 ਕਿਰਾਏ ਲਾਏ ਹੋਏ ਸੀ ਪਹਿਲਾਂ ਜਦ ਇੱਧਰ ਉਂਗਲ ਇੱਧਰ ਮੈਂ ਕਿਹਾ ਇੰਨੀਆਂ ਉਂਗਲਾਂ ਕਾਹਦੇ ਲਈ ਮਾਰਦਾ ਇਹਦਾ ਦੇਖੀ ਤਾਂ ਸੀ ਕੀ ਗੱਲ ਚੱਲਦੀ ਹੈ ਜੇ ਕਹੀਏ ਵੀ ਪ੍ਰੋਗਰਾਮ ਮੇਰਾ ਸੁਣਦਾ ਨਾ ਮੇਰੇ ਕੋਲ ਕਿੱਥੇ ਸਮਾਂ ਪ੍ਰੋਗਰਾਮ ਸੁਣਨਾ ਜ਼ਰੂਰ ਹੈ ਪ੍ਰੋਫੈਸ਼ਨ ਦਾ ਕਹਿੰਦੇ ਗੱਲਾਂ ਤੇ ਅਸਰ ਪੈ ਜਾਂਦਾ ਬਿਜਲੀ ਬੋਰਡ 'ਚ ਸੀ ਇੱਕ ਸੱਜਣ ਕਿਸੇ ਸਹੁਰੇ ਬੰਨੀ ਨਾ ਬਜ਼ੁਰਗ ਚੜਾਈ ਕਰ ਗਿਆ ਬੇਬੇ ਨਾਲ ਸਲਾਹ ਕਰਨ ਨੂੰ ਲੱਗਿਆ ਵੀ ਮਕਾਨ ਕਿੰਨੇ ਕੁ ਲਿਜਾਈਏ ਬੇਬੇ ਦੇਖ ਲਾ ਵੱਟਾ ਲਾਉਣ ਦੀ ਗੱਲ ਕਹਿੰਦੀ ਮੈਂ ਫਲਾਣੇ ਦੇ ਗਈ ਸੀ ਕੜਮੱਤ ਨਾਲੇ ਮਕਾਨ ਮੈਂ ਤਾਂ ਲਿਜਾਣੀ ਹੈ ਮਾਤਾ ਘਰ ਗਿਣੀ ਜਾਵੇ ਇਹ ਮੂਹਰੇ ਖੜਾ ਕਹਿੰਦਾ ਮਾਤਾ ਘਰਾਂ ਨੂੰ ਛੱਡ ਤੂੰ ਐਂ ਦੱਸ ਮੈਨੂੰ ਖਪਤਕਾਰ ਕਿੰਨੇ ਨੇ ਇੱਕ ਨਾ ਕੰਡਕਟਰ ਬਾਈ ਸੀ ਸਾਡੇ ਪਿੰਡ ਉਹਦਾ ਵਿਆਹ ਆ ਗਿਆ ਜੰਨ ਚੜ੍ਹਨ ਵੇਲੇ ਇੱਕ ਹੱਥ 'ਚ ਕਿਰਪਾਨ ਫੜੀ ਦੂਜੇ ਨਾਲ ਕਾਰਾਂ ਦੀਆਂ ਟਾਕੀਆਂ ਖੋਲ ਕੇ ਕਰਦਾ ਫਿਰੇ ਬੀਬੀਆਂ ਇੱਧਰ ਆ ਜਾਓ ਸਾਰੀਆਂ ਤੇ ਬਜ਼ੁਰਗ ਪਰਲੇ ਪਾਸੇ ਚਲੇ ਜਾਓ ਮੁਲਕ ਨੇ ਖਿੱਚ ਧੂ ਕੇ ਹਟਾਤਾ ਵੀ ਗੱਲ ਸੁਣੋ ਤੇਰਾ ਵਿਆਹ ਤੂੰ ਆਹਾਂ ਕੀ ਕਰਦਾ ਗਾਹਾਂ ਆਨੰਦ ਕਾਰਜ ਹੋਵੇ ਜਾਂ ਡੋਲੀ ਤੁਰ ਲੱਗੀ ਸੱਤ ਹਲੇ ਕਾਰ 'ਚ ਬੈਠੇ ਦੇ ਮੂੰਹ 'ਚ ਲੱਡੂ ਜਿਹਾ ਦੇਵੇ ਘਰ ਵਾਲੀ ਕੋਲ ਡੁਸਕ ਕਰੇ ਡਰਾਈਵਰ ਦੇ ਮੋਢੇ ਤੇ ਹੱਥ ਮਾਰ ਗਿਆ ਚੱਲ ਯਾਰ ਚੱਲ ਹੋਣਾ ਤੁਰ ਤਾਂ ਸਹੀ ਯਾਰ ਚੱਲ ਬਈ ਚੱਲ ਕੇ ਨਾ ਚੱਲ ਕਹਿੰਦਾ ਇਹੋ ਹੀ ਪੰਡਤ ਆ ਯਾਰ ਸਾਡਾ ਇਹ ਵੀ ਤੂੰ ਇਹ ਦੇਖਦਾ ਫੇਰੇ ਵੀ ਕਰਾਉਂਦਾ ਵਿਆਹ ਬੜੇ ਓਵਰ ਕੌਨਫੀਡੈਂਟ ਹੋ ਗਿਆ ਇਹ ਤਾਂ ਦੇਖ ਲਾ ਫੇਰੇ ਵਾਲੇ ਮੰਤਰ ਸਾਰੇ ਯਾਦ ਸੀ ਉਹਨਾਂ ਗੱਲਾਂ 'ਚ ਜ਼ਿਆਦਾ ਐਕਸਾਈਟਡ ਹੋ ਗਿਆ ਮੂਹਰੇ ਪੰਡਤ ਜੀ ਜਦ ਸਵਾਹਾ ਕਰੀ ਜਾਵੇ ਇਹ ਗਰਮ ਜਿਹਾ ਹੋ ਕੇ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਕੰਨਿਆ ਦੇ ਪਿਤਾ ਜੀ ਅੱਗੇ ਆਉਣ ਟਰੱਕ ਡਰਾਈਵਰ ਆਏ ਉਹੀ ਕਹਿੰਦਾ ਘਰ ਵਾਲੀ ਨੂੰ ਲੈ ਕੇ ਕਿਤੇ ਮਿਲਣ ਚਲ ਗਿਆ ਵਿਹੜੇ 'ਚ ਬੈਠਿਆ ਤੇ ਰੱਬ ਜਾਣੇ ਜਵਾਕਾਂ ਨੇ ਜਾਂ ਕਿਸੇ ਕਤੂਰੇ ਨੇ ਘਰ ਵਾਲੀ ਦੀ ਜੁੱਤੀ ਚੱਕ ਲਈ ਲਾਣੇਦਾਰ ਦੀ ਜੁੱਤੀ ਇੱਧਰ ਉੱਧਰ ਕਰਤੀ ਉੱਠਣ ਲੱਗੇ ਉਹ ਉੱਠ ਕੇ ਕਹਿੰਦੀ ਮੇਰੀ ਜੁੱਤੀ ਕਿੱਧਰ ਗਈ ਆਪ ਕਹਿੰਦਾ ਮੇਰੇ ਪਾਸੇ ਤਾਂ ਹੈ ਨਹੀਂ ਕੰਡਕਟਰ ਸਾਈਡ ਦੇਖ ਲੈ ਮੱਝਾਂ ਦਾ ਵਪਾਰੀ ਆ ਇੱਕ ਉਹ ਕਹਿੰਦਾ ਨਾਸਤਾ ਕਰਾਉਣ ਨੂੰ ਕਿਸੇ ਨੇ ਦੱਸ ਪਾ ਦੀ ਵੀ ਅਜਾਗਰ ਸਿਆ ਤੂੰ ਬਾਹਰ ਮੱਝਾਂ ਮੁੱਝਾਂ ਦਾ ਦੇਖਦਾ ਰਹਿਣਾ ਲਟਕੀ ਆ ਆਪਣੀ ਤੈਨੂੰ ਪਤਾ ਦੇਖ ਲੈ ਰੌਲਾ ਕੋਲਾ ਮੁੰਡੇ ਨਾਲ ਹੋ ਗਿਆ ਸੀ ਕਿਤੇ ਦੇਖੀ ਸਾਕ ਤੂੰ 20 ਪਿੰਡਾਂ 'ਚ ਫਿਰਦਾ ਰਹਿਣਾ ਜਾਣਕਾਰੀ ਤਾਂ ਐ ਪੁੱਛਣੀ ਵੀ ਕੋਈ ਜਵਾਕ ਜੱਲਾ ਤਾਂ ਨਹੀਂ ਬੌਂਦਲਾ ਜਾਂ ਕਹਿੰਦਾ ਲੜਕੀ ਦੇ ਮਗਰ ਕੀ ਹੈ ਪ੍ਰੋਫੈਸ਼ਨ ਦਾ ਇਉਂ ਫਰਕ ਪੈ ਜਾਂਦਾ ਮੰਨੇ ਨਾ ਮੰਨੇ ਬੰਦਾ ਹਰ ਜਿਹੜੇ ਕੰਮ ਵਾਲਾ ਹੁੰਦਾ ਉਹੀ ਕੰਮ ਦੀ ਉਹ ਗੱਲ ਕਰਦਾ ਜਿੱਥੇ ਮਰਜ਼ੀ ਜਾ ਵੜੇ ਲੋ ਹੁਣ ਤੁਹਾਨੂੰ ਹਾਸਰੀਆਂ ਸੁਣਾਤੀਆਂ ਗੱਲਾਂ ਹੁਣ ਆਈਏ ਕੰਮ ਤੇ ਕੰਮ ਇਹ ਹੈ ਬਈ ਕੱਲ ਜਿਹੜੀ ਗੱਲ ਤੋਰੀ ਨਾ ਮੈਂ ਉਹ ਗੱਲ ਦੀ ਹੁਣ ਕੱਲ ਜਿੰਨੇ ਮੈਸੇਜ ਆਏ ਨੇ ਉਹ ਸੁਨੇਹੇ ਇਸ ਗੱਲ ਤੇ ਦੱਸਦੇ ਨੇ ਕਿ ਉਹ ਕਹਿੰਦਾ ਆਪਣਾ ਕੱਲ ਜਿਹੜੇ ਸੁਨੇਹੇ ਆਏ ਉਹਨਾਂ ਦੇ ਮੈਂ ਪੁੱਛਣ ਦਾ ਯਤਨ ਕੀਤਾ ਵੀ ਰੇੜਕਾ ਕੀ ਹੈ ਇੱਕ ਕਹਿੰਦਾ ਬਾਈ ਕਹਿੰਦਾ ਅੱਜ ਤਾਂ ਸਾਧਾਂ ਦੇ ਡੋਲ ਵਾਂਗੂ ਆਵਾਜ਼ ਖੜਕਦੀ ਹੈ ਦਵਿੰਦਰ ਬਰਾੜ ਕਹਿੰਦਾ ਸਸਕੈਚੂਨ ਤੋਂ ਅੱਛਾ ਮੈਂ ਜਿਹੜੀ ਪਲੰਬਰ ਵੀ ਕਹਿੰਦੇ ਨੇ ਪਲੰਬਰ ਪਤਾ ਕੀ ਆਖਿਰ ਤੁਹਾਡੇ ਆ ਦੇਖੋ ਇਹਦੀ ਕਹਿੰਦਾ ਜਿਹੜੀ ਟੂਟੀ ਗਲਤ ਕਸੀ ਹੋਈ ਆ ਤਾਂ ਹੀ ਲੀਕ ਕਰਦੀ ਹੈ ਉਹ ਵੀ ਕਹਿੰਦੇ ਨੇ ਜੇ ਕਿਤੇ ਇੱਕ ਨੇ ਪਾਈਪ ਆਪਣਾ ਪਿਛਲੇ ਦਿਨ ਇੱਕ ਪਾਈਪ ਟੁੱਟ ਗਿਆ ਘਰ ਦਾ ਉਹ ਪਾਈਪ ਦਾ ਜਦ ਮੈਂ ਦੇਖਿਆ ਪਾਈਪ ਕਿਤੇ ਉਹਦੇ ਉੱਪਰ ਦੀ ਜਿਹੜੀ ਪਾ ਕੇ ਲੋਹੇ ਦੀ ਪੱਤੀ ਜੀ ਧੂਈ ਹੋਈ ਨਾ ਉਹਦੇ 'ਚ ਇੰਨਾ ਕਾਣ ਕਰਤਾ ਵੀ ਤੁਰਿਆ ਹੋਇਆ ਬੰਦਾ ਉਹਨਾਂ ਲੰਘ ਮਾਰੇ ਦਹੀਂ ਲੈਣ ਜਾਵੇ ਤਾਂ ਲੱਸੀ ਬਣਾ ਕੇ ਲਿਆਵੇ ਇੰਨੀ ਧੂ ਕੇ ਲਾਈ ਮੈਂ ਕਿਹਾ ਆ ਇੰਨੀ ਕੱਸ ਕੇ ਕਿਉਂ ਲਾਈ ਆ ਉਹ ਕਹਿੰਦਾ ਮੁੜ ਕੇ ਹਿਲਦੀ ਹੁਲਦੀ ਰਹਿੰਦੀ ਆ ਫਿਰ ਇਹ ਨਵੇੜਿਆ ਕੰਮ ਬਈ ਇਹ ਮੁੜ ਕੇ ਉਹ ਹਿੱਲੀ ਉਹ ਇੰਨੀ ਟੇਢੀ ਕਰਤੀ ਉੱਪਰੋਂ ਤਤੀਰੀਆਂ ਪੈਣ ਟਿਕੀ ਰਾਤ ਛਣ ਹੋਵੇ ਘਰ ਦੇ ਕਹਿੰਦੇ ਖੜਕਾ ਕਿੱਥੋਂ ਹੁੰਦਾ ਮੈਂ ਕਿਹਾ ਖੜਕਾ ਤਾਂ ਥੱਲੇ ਹੁੰਦਾ ਮੂੰਹ ਭਰਿਆ ਦੇ ਹੋ ਗਏ ਸਮਾਨ ਚੱਕ ਲੂ ਜਾਣਾ ਪਊ ਅੱਜ ਦੇਖਿਆ ਜਾ ਕੇ ਚੱਲੇ ਤਤੀਰੀ ਪੂਰੀ ਫਿਰ ਰਾਤ ਨੂੰ ਅੱਧੀ ਰਾਤ ਬੰਦੇ ਬੌਂਦਲੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਵੀ ਬੰਦ ਕਿੱਥੋਂ ਕਰੀਏ ਮੈਂ ਭਾਊ ਨੂੰ ਫੋਨ ਕੀਤਾ ਮੈਂ ਕਿੱਥੋਂ ਕਹਿੰਦਾ ਬਾਹਰ ਇੱਕ ਭਾਊ ਟੂਟੀ ਹੁੰਦੀ ਉੱਥੋਂ ਬੰਦ ਕਰੋ ਜਾ ਕੇ ਮੈਂ ਕਿਹਾ ਮੈਨੂੰ ਟੂਟੀ ਕਿਵੇਂ ਪਤਾ ਲੱਗ ਕਹਿੰਦਾ ਮੈਂ ਆਉਣਾ ਫਿਰ ਹੁਣੇ ਭਾਊ ਫਿਰ ਐਕਸ਼ਨ 'ਚ ਵੀ ਆ ਜਾਂਦੇ ਨੇ ਜਦੇ ਆ ਕੇ ਬੰਦ ਕਰਕੇ ਗਿਆ ਫਿਰ ਜਦ ਦੇਖਿਆ ਪਲੰਬਰ ਦੀ ਉਹ ਤਾਂ ਹੀ ਸਟੋਨ ਸੁਣਾਈ ਆ ਇੰਨੀ ਕਸਤੀ
ਉਹ ਟਾਈ ਪਾਉਂਦੇ ਹੁੰਦੇ ਨੇ ਨਾ, ਇੱਕ ਉਹ ਲੋਹੇ ਦੀ ਪੱਤੀ ਪਾਈ ਹੋਈ ਸੀ। ਮੈਂ ਕਿਹਾ ਕੀ ਨੇ ਕਿਹਾ ਨਵਾਂ ਹੋਣਾ ਕੋਈ, ਉਹਨੇ ਕਿਹਾ ਪੱਤੀ ਲੰਮੀ ਤਾਂ ਇੰਨੀ ਹੈ ਨਹੀਂ, ਪੱਤੀ ਨਹੀਂ ਟੇਢਾ ਹੀ ਪਾਈਪ ਕੱਸ ਦੇ ਕੇ ਚੱਲੀ ਗਿਆ, ਹੁਣ ਟੇਢਾ ਹੋ ਗਿਆ ਤੇ ਉਹ ਚ ਪਾਣੀ ਆ ਗਿਆ। ਸੋ ਇਹ ਕਿਸੇ ਦੇ ਅਗੇਂਸਟ ਹੀ, ਕਿਸੇ ਪ੍ਰੋਫੈਸ਼ਨ ਦੇ, ਸਾਰਿਆਂ ਦਾ ਆਪਾਂ ਮਾਣ ਕਰਦੇ ਹਾਂ, ਪਿਆਰ ਕਰਦੇ ਹਾਂ। ਤੁਹਾਨੂੰ ਦਿਨ ਦਾ ਹਸਾਉਣ ਲਈ ਗੱਲ ਕੀਤੀ ਆ, ਮੈਂਡ ਨਾ ਕਰ ਜਿਓ ਕੋਈ। ਉਹ ਕੱਲ ਵਾਲਾ ਜਿਹੜਾ ਆਪਣੀਆਂ ਕੁੜੀਆਂ ਦਾ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦਾ ਇਸ਼ੂ ਕੀ ਆ, ਜਿਹੜਾ ਮੈਨੂੰ ਇਸ਼ੂ ਦੱਸਿਆ, ਉਹ ਇਹ ਦੱਸਿਆ ਕਹਿੰਦੇ ਵੀ 40 ਘੰਟੇ ਵੀਕ ਦਿਆਂ ਤੇ ਕੋਈ ਖਾਸ ਜਿਹੜੇ ਨੇ ਉਹ ਇਹਨਾਂ ਨੂੰ ਬੈਨੀਫਿਟਸ ਮਿਲਦੇ ਨੇ, ਜਿਹੜੇ 35 ਤੇ ਮਿਲਦੇ ਨਹੀਂ। ਇੱਕ ਤਾਂ ਇਹ ਰੇੜਕਾ ਉਹਦੇ ਵਿੱਚੋਂ। ਹੁਣ ਇਹਨਾਂ ਨੂੰ ਸੀਨੀਅਰਟੀ ਦੇ ਨਾਲ ਜਿਹੜੀਆਂ ਜਦ ਆਪਾਂ ਕੈਜੂਅਲ ਦੀ ਗੱਲ ਕੀਤੀ ਪਿਛਲੇ ਸਾਲ, ਜਦ ਇਹ ਗੱਲ ਚੱਲੀ ਵੀ ਕੈਜੂਅਲ ਹੁੰਦੀਆਂ ਜੀ, ਫਿਰ ਹੌਲੀ ਹੌਲੀ ਕੰਮ ਕਰਨ ਤੋਂ ਬਾਅਦ ਇਹ ਪੱਕੀਆਂ ਹੁੰਦੀਆਂ ਨੇ ਜੀ, ਫਿਰ ਇਸ ਤਰ੍ਹਾਂ ਹੀ ਹੁੰਦਾ। ਪਰ ਉਹਨਾਂ ਦਾ ਕੈਜੂਅਲ ਦਾ ਠੀਕ ਹੋ ਗਿਆ ਸੀ ਉਸ ਸਮੇਂ, ਟਾਈਮਿੰਗ ਉਹਨਾਂ ਦੀ। ਵੱਡਾ ਇਸ਼ੂ ਹੈ ਸ਼ਿਫਟ ਦਾ, ਇਹਨਾਂ ਦਾ ਵੀ ਇਹੀ ਸ਼ਿਫਟ ਦਾ। ਮੰਨ ਲਓ 6 ਤੋਂ 12 ਤੁਸੀਂ 6 ਘੰਟੇ ਦੇਤੇ, 6 ਤੋਂ 4 ਘੰਟੇ ਲਵਾਓ, ਅਗਲਿਆਂ ਨੂੰ ਕਰੋ ਵਿਹਲੇ ਵੀ ਜਾਓ ਭਾਈ, ਜੇ 5 ਲੱਗਣੇ 4 ਲੱਗਣੇ 6 ਲੱਗਣੇ ਆ, ਕੋਈ ਟਾਈਮ। 40 ਘੰਟੇ ਚੋਂ 35 ਘੰਟੇ ਜਦ ਹੋ ਜਾਂਦੇ ਆ ਤਾਂ ਉਹਦੇ ਬੈਨੀਫਿਟ ਘਟ ਜਾਂਦੇ। ਤੇ ਉਹ ਬੈਨੀਫਿਟ ਘਟਾਉਣ ਦੇ ਲਈ ਹੁਣ ਇਹ ਵਿਚਲੀ ਗੱਲ ਆ ਜਿਹੜੀ ਕੋਈ ਪਤਾ ਨਹੀਂ ਲੱਗਦਾ, ਦੱਸਦੇ ਆ ਨਹੀਂ। ਪਰ ਜਿਹੜਾ ਕੁਝ ਜਿੰਨੇ ਮੈਸੇਜ ਆਏ ਨੇ ਉਹਨਾਂ 'ਚ ਇਹੀ ਹੈ ਕਿ ਨਵੀਂ ਪਾਲਿਸੀ ਲਿਆਂਦੀ ਆ ਫਿਜ਼ੀਕਲ ਹੈਲਥ ਨੇ, ਤੇ ਜਿਨ੍ਹਾਂ ਦੇ 40 ਘੰਟਿਆਂ ਤੋਂ ਘੱਟ ਘੰਟੇ ਸੀ ਉਹਨਾਂ ਦੇ ਵਧਾ ਕੇ ਫਿਰ ਪੋਸਟਾਂ ਕੱਢੀਆਂ ਜਾਂਦੀਆਂ। ਪਰ ਬੈਨੀਫਿਟ ਘੱਟ ਕਰਨ ਦੀ ਗੱਲ ਹੈ। ਤੇ ਯੂਨੀਅਨ ਦਾ ਜਿਹੜਾ ਰੇੜਕਾ ਹੈ, ਜੇ ਯੂਨੀਅਨ ਰਿਪਰੈਜ਼ੈਂਟੇਸ਼ਨ ਹੋਵੇ ਤਾਂ ਇਹ ਗੱਲ ਬਾਹਰ ਆਉਣੀ ਨਹੀਂ ਚਾਹੀਦੀ। ਯੂਨੀਅਨ ਦੇ ਸਟੀਵਰਡ ਜਿਹੜੇ ਨੇ, ਯੂਨੀਅਨ ਦੇ ਮੈਨੇਜਰ ਨੇ, ਤੇ ਯੂਨੀਅਨ ਤੇ ਸਾਡੇ ਤਾਂ ਜਿਹੜੇ ਲੇਬਰ ਮੰਤਰੀ ਨੇ ਯੂਨੀਅਨ 'ਚ ਸਾਰੀ ਜ਼ਿੰਦਗੀ ਕੱਢੀ ਆ। ਬੈਂਸ ਸਾਹਿਬ ਨੇ ਤਾਂ ਹੈਰੀ ਬੈਂਸ ਉਹਨਾਂ ਨੇ ਦੋ ਸਾਡੇ ਮਿਨਿਸਟਰ, ਵੱਡਾ ਮਿਨਿਸਟਰ ਜੌਬਸ ਦੇ ਇਨੋਵੇਸ਼ਨ ਵਾਲਾ ਕਾਹਲੋਂ ਸਾਹਿਬ, ਉਹਦੇ ਬਾਅਦ ਲੇਬਰ ਮਿਨਿਸਟਰ ਬੈਂਸ ਸਾਹਿਬ, ਤੇ ਇਹਨਾਂ ਦੀ ਛਤਰ ਛਾਇਆ ਥੱਲੇ ਆ ਕੀ ਹੋਈ ਜਾਂਦਾ। ਪਿਛਲੇ ਸਾਲ ਤਾਂ ਜਦ ਮਾਈਨੋਰਿਟੀ ਮੰਨ ਲਿਆ, ਹੁਣ ਤਾਂ ਮੈਜੋਰਿਟੀ 'ਚ ਬੈਠੇ ਹੋ। ਇਹ ਕਿਉਂ ਰੇੜਕਾ ਆਉਂਦਾ? ਇਹ ਕਿਉਂ ਰੇਡੀਓ ਵਾਲਿਆਂ ਨੂੰ 2-2 ਘੰਟੇ ਇਹਨਾਂ ਨਾਲ ਬੋਲਣਾ ਪਵੇ? ਕਿਉਂ ਕੁੜੀਆਂ ਨੂੰ ਆ ਕੇ ਆਉਣੇ ਦੱਸਣਾ? ਫੰਡਿੰਗ ਦੀ ਜਿਹੜੀ ਗੱਲ ਚੱਲਦੀ ਹੈ ਉਹਦੇ 'ਚ ਇਹ ਜਿਹੜੀ ਪੋਸਟਿੰਗ ਤੇ ਇਹ ਜੌਬ ਫੇਅਰ ਦੇ ਵਿੱਚ ਨਵੀਆਂ ਨੌਕਰੀਆਂ ਦੇ ਵਿੱਚ ਉਹ 40 ਵਾਲਿਆਂ ਨੂੰ 35 ਕਰਤੇ, ਕਿਸੇ ਨੂੰ 20 ਕਰਤੇ, ਕਿਸੇ ਨੂੰ 25 ਕਰਤੇ। ਪਹਿਲਿਆਂ ਨਾਲ ਉਹਨਾਂ ਦਾ ਕੰਮ ਨਹੀਂ ਸਰਦਾ, ਤੇ ਹੁਣ ਉਹਨਾਂ ਦੇ ਜਦ 20 ਮਹੀਨੇ ਦੇ 30 ਘੰਟੇ 35 ਘੰਟੇ ਘਟ ਜਾਣਗੇ ਤਾਂ ਉਹਨਾਂ ਦਾ 600-700 ਡਾਲਰ ਗਿਆ। ਚਾਹੇ ਕੱਟ ਕਟਾ ਕੇ ਕੋਈ ਬਚਦਾ ਨਾ ਬਚਦਾ, ਕੰਮ ਤਾਂ ਉਹਨਾਂ ਦਾ ਗਿਆ ਨਾ। ਇਹ ਜ਼ਿਆਦਾ ਜਿਹੜਾ ਰੇੜਕਾ ਹੈ, ਸੁਣਨ ਵਾਲਿਆਂ ਨੂੰ ਦੱਸਾਂ, ਇਹ ਸਾਰੇ ਇਹ ਲਿਬਰਲ ਦੀਆਂ ਪੰਗੇ, ਲਿਬਰਲ ਦੇ ਪਾਏ ਹੋਏ ਨੇ। ਫਿਰ ਤੇ ਨਾ ਤਿਆਰ ਹੋਏ, ਫਲਾਣੇ ਨੂੰ ਬਣਾ ਦੇਾਂਗੇ, ਫਿਰ ਫਲਾਣੇ ਨੂੰ ਐ ਲੀਡਰ ਬਣਾ ਦੇਾਂਗੇ, ਫਿਰ ਉਹਨਾਂ ਦੇ ਅਸੀਂ 2 ਚੀਫ ਚੇਅਰ ਬਣਾਵਾਂਗੇ ਭਾਈਚਾਰੇ ਚੋਂ, ਫਿਰ ਅਸੀਂ ਸੀਨੀਅਰ ਮੰਤਰੀ ਬਣਾਂਗੇ, ਫਲਾਣੀ ਨੂੰ ਫਿਰ ਆਪਾਂ ਮੇਅਰ ਬਣਾ ਦੇਾਂਗੇ। ਆ ਦੇਖ, ਉਹ ਕਹਿੰਦਾ 2 ਹੈਗੇ 50-50 ਦੇ, ਕਹਿੰਦਾ ਨਹੀਂ, ਕਹਿੰਦਾ ਮੇਰੇ ਕੋਲ ਇੱਕ ਵੀ ਨਹੀਂ। ਪਹਿਲਾਂ ਐ ਤਾਂ ਵੇਖੋ ਵੀ ਜਿਹੜਾ ਕੁਝ ਤੁਹਾਡੇ ਕੋਲ ਹੈ ਉਹਦੇ 'ਚ ਕੁਝ ਖੱਟਿਆ, ਜਿਹੜਾ ਹਾਲੇ ਪਿੰਡੇ ਨਹੀਂ ਬੰਨਿਆ ਉਹਦੇ ਲਈ ਤੁਸੀਂ ਕੀ ਕਰ ਲੈਣਾ, ਉਹ ਤਾਂ ਸਮਾਂ ਦੱਸੂ। ਆਹ ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ ਹੈ ਨਾ, ਸਾਰੀ ਲਿਬਰਲ ਦੇ ਸਮੇਂ ਹੋਈ ਆ। ਰੋਟੀਆਂ ਵਾਲੀਆਂ ਬੰਦ, ਲਓ ਜੀ ਇਹ ਵਾਈਟ ਹਾਊਸ ਸਪੋਰਟ ਵਾਲੇ ਦੇਣਗੇ, ਇਹ ਪ੍ਰਾਈਵੇਟ ਕਰ ਦਿਓ। ਹੁਣ ਪ੍ਰਾਈਵੇਟ ਤੋਂ ਦੁਬਾਰਾ ਗਵਰਨਮੈਂਟ ਫੇਰ ਕਰਕੇ ਜਾ ਰਹੀ ਹੈ ਐਨਡੀਪੀ ਵਾਲੇ। ਹੁਣ ਉਹਦੇ 'ਚ ਮੈਸ, ਪਰ ਜਿਹੜਾ ਟਿਕਿਆ ਪਾਣੀ ਆ ਉਹਦੇ 'ਚ ਇੱਟਾਂ ਕਾਹਨੂੰ ਮਾਰਦੇ ਹੋ? ਜਿਨ੍ਹਾਂ ਨੂੰ ਕਿਸੇ ਨੂੰ ਤੁਸੀਂ ਕਰਤਾ ਸੀਨੀਅਰਟੀ ਤੇ 10-10, 11-11 ਸਾਲ ਦੇ, ਉਹਨਾਂ ਨੂੰ ਹੋ ਗਿਆ, ਉਹਨਾਂ ਨੂੰ ਕਿਸੇ ਨੂੰ 40 ਘੰਟੇ ਨੇ, ਕਿਸੇ ਨੂੰ 35 ਘੰਟੇ ਨੇ, ਉਹਨਾਂ ਦੇ ਕਾਹਨੂੰ ਘਟਾਉਂਦੇ ਹੋ? ਨਵਿਆਂ ਨੂੰ ਸੀਨੀਅਰਟੀ ਤੇ ਲਿਆ ਕੇ। ਔਰ ਇਸ ਵੇਲੇ ਸਭ ਤੋਂ ਵੱਧ ਜਿਹੜਾ ਕੰਮ ਆ ਉਹ ਹੈਲਥ ਕੇਅਰ ਦਾ ਕੰਮ ਹੈ। ਹੁਣ ਇਸ ਸਮੇਂ ਸਭ ਤੋਂ ਵੱਧ ਜਿਹੜਾ ਕੰਮ ਹੈ ਹੈਲਥ ਕੇਅਰ ਵਰਕਰਸ ਦਾ, ਹੈਲਥ ਵਰਕਰਸ ਦਾ, ਇਹਨਾਂ ਦਾ ਕੰਮ। ਔਰ ਇਹ ਇੱਕ ਸਭ ਤੋਂ ਬੜੀ ਸਾਡੇ ਭਾਈਚਾਰੇ ਦੇ ਵਿੱਚ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਜ਼ਿਆਦਾ, ਸਭ ਤੋਂ ਵੱਡੀ ਇਹ ਸਾਡੇ ਭਾਈਚਾਰੇ ਦੇ ਵਿੱਚ ਜਿਹੜੀ ਘਰਾਂ 'ਚ 4 ਪੈਸੇ ਕਮਾਉਣ ਦੇ ਕਾਰਨ ਇਹ ਕੁੜੀਆਂ ਨੇ ਜਿਹੜੀਆਂ ਘਰ 'ਚ ਸਾਡੇ ਮਾਪਿਆਂ ਨੂੰ ਸਾਂਭਦੀਆਂ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਡੇ ਤੇ ਲਾਈ ਆ, ਤੇ ਡਾਇਪਰ ਇਹ ਲਾਉਂਦੀਆਂ ਨੇ ਜਾ ਕੇ।
ਤੇ ਇਹਨਾਂ ਤੋਂ ਆਉਂਦਾ ਸਾਨੂੰ ਮੁਸ਼ਕ, ਆਖੇ ਅਸੀਂ ਮੂਹਰਲੇ ਦਰਵਾਜ਼ੇ ਲੰਘਾਂਗੇ, ਤੁਸੀਂ ਆਓ ਪਿੱਛੇ ਦੀ। ਤੁਹਾਡੇ ਸੋਨੇ ਦੇ ਸੈਂਡਲ ਪਾਏ ਹੋਏ ਨੇ ਨਾ ਵੀ, ਇਹਨਾਂ ਦੇ ਪਲਾਸਟਿਕ ਦੇ ਪਾਏ ਹੋਏ ਨੇ। ਤੇ ਉਹਦੇ ਬਾਅਦ ਇਹਨਾਂ ਨੂੰ ਜਿਵੇਂ ਨਾ ਪਿੰਡਾਂ 'ਚ ਆਪਣੇ ਲਾਗੀ ਆਉਂਦੇ ਹੁੰਦੇ ਸੀ, ਇਉਂ ਮੂੰਹ ਕਰਕੇ ਝਾਕਦੇ ਨੇ ਇਹਨਾਂ ਵੱਲ। ਨਾਲੇ ਤਾਂ ਤੁਹਾਡੇ ਬਜ਼ੁਰਗਾਂ ਨੂੰ ਧੋਣ, ਸਾਫ਼ ਕਰਨ, ਤੁਹਾਡਾ ਕੰਮ ਇਹ ਕਰਨ, ਤੇ ਨਾਲੇ ਤੁਸੀਂ ਸਾਡਿਆਂ ਘਰਾਂ ਦੇ ਵਿੱਚ ਮਿਸਬਿਹੇਵ ਹੁੰਦਾ ਇਹਨਾਂ ਦਾ। ਮੈਂ ਕਿਹਾ ਇਹ ਅਗਲੀ ਕੜੀ 'ਚ ਮੈਂ ਲਿਆਉਂ, ਪਹਿਲਾਂ ਤੁਹਾਡਾ ਆਹ ਨੌਕਰੀ ਦਾ ਹੋ ਜਾਵੇ, ਫਿਰ ਆਹ ਜਿਨ੍ਹਾਂ ਦੇ ਘਰਾਂ 'ਚ ਜਾ ਕੇ ਇਹ ਚੁੱਲ੍ਹਾ ਚੌਂਕੇ ਦਾ ਕਰਦੀਆਂ ਨੇ ਨਾ ਕੰਮ ਕੁੜੀਆਂ, ਉਹਨਾਂ ਨਾਲ ਫਿਰ ਕਰੂੰਗਾ ਗੱਲ ਮੈਂ 2 ਹਫ਼ਤੇ ਲਾ ਕੇ ਨਾ, ਵੀ ਤੁਸੀਂ ਇਹਨਾਂ ਨਾਲ ਕੀ ਕਰਦੇ ਹੋ, ਕੀ ਮਿਸਬਿਹੇਵ ਕਿਵੇਂ ਕਰਦੇ ਹੋ। ਸੋ ਇਹ ਅੱਜ ਮੈਂ ਫੇਰ ਬੇਨਤੀ ਕਰਦਾ ਸਾਰੀਆਂ ਜਿੰਨੀਆਂ ਕੁੜੀਆਂ ਕਿ ਦੱਸਣ ਇਸ਼ੂ ਕੀ। ਇੱਕ ਮੈਂ ਬ੍ਰੇਕ ਲੈ ਲਵਾਂ, ਵਾਪਸ ਆ ਕੇ ਅਮਨਜੀਤ ਜੀ ਹੁਣੇ ਮੈਂ ਤੁਹਾਡੇ ਨਾਲ ਗੱਲ ਕਰਦਾ। 1844 247 1550 ਪਲੀਜ਼ ਕਾਲ ਇਨ। ਲਾਈਨ ਨੰਬਰ 2 ਤੁਸੀਂ 에ਅਰ ਤੇ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਵੀਰ ਜੀ, ਪ੍ਰੋਬਲਮ ਇਹ ਤੁਹਾਨੂੰ ਥੋੜੀ ਜਿਹੀ ਤਾਂ ਤੁਹਾਨੂੰ ਪਤਾ ਲੱਗ ਹੀ ਗਈ ਆ ਵੀ ਅਸੀਂ ਹੁਣ 15-20 ਸਾਲ ਹੋ ਗਏ ਕੰਮ ਕਰਦਿਆਂ ਨੂੰ। ਮਸਾਂ ਅਸੀਂ ਪੋਸਟਿੰਗਾਂ ਲਈਆਂ ਸੀ 35 ਘੰਟੇ ਚਲੋ ਲੱਗੀ ਜਾਂਦੇ ਸੀ ਹੁਣ ਸਾਡੇ, ਜਿਵੇਂ ਤੇ ਹੁਣ ਜਿੱਥੇ ਕਈਆਂ ਦੇ 40 ਲੱਗਦੇ ਸੀ, ਤੇ ਹੁਣ ਇਹਨਾਂ ਨੇ ਘਟਾ ਕੇ 25 ਤੱਕ ਹੀ ਮੈਨੂੰ ਲੱਗਦਾ। ਹੁਣ ਸਾਨੂੰ ਤਾਂ 25 ਦੀ ਵੀ ਮਿਲਣ ਦੀ ਕੋਈ ਆਸ ਨਹੀਂ, ਕੋਈ ਪਤਾ ਨਹੀਂ ਹੈਗਾ। ਜਿਵੇਂ ਹੁਣ ਮਾਰਨਿੰਗ ਕਰਦੇ ਸੀ, ਸਾਡੇ ਬੱਚਿਆਂ ਦੀ ਪ੍ਰੋਬਲਮ ਸੀ, ਸ਼ਾਮ ਨੂੰ ਨਹੀਂ ਕਰ ਸਕਦੇ ਕਈ ਲੋਕ ਨਾ, ਕੋਈ ਸਵੇਰ ਨੂੰ ਨਹੀਂ ਕਰ ਸਕਦੇ। ਹੁਣ ਸਾਰਾ ਕੁਝ ਚੇਂਜ ਹੋ ਗਿਆ। ਜਦੋਂ ਸਾਡੇ ਨਾਲ ਅਸੀਂ ਚੇਂਜ ਹੋਏ ਸੀ, ਆ ਕੇ ਫਰੇਜ਼ਰ ਹੈਲਥ ਨਾਲ ਗਏ ਸੀ, ਉਦੋਂ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਜਿਵੇਂ ਸਾਰਾ ਕੁਝ ਹੈਗਾ ਇਵੇਂ ਹੀ ਰਹੇਗਾ ਰਾਏ। ਪਰ ਹੁਣ ਸਾਰਾ ਕੁਝ ਬਦਲੀ ਜਾਂਦੇ ਆ, ਪਤਾ ਨਹੀਂ। ਸਾਰੀਆਂ ਕੁੜੀਆਂ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਆ, ਤੇ ਅਸੀਂ ਦੱਸ ਵੀ ਚੁੱਕੇ ਆ ਵੀ ਅਸੀਂ ਖੁਸ਼ ਨਹੀਂ ਇਹਨਾਂ ਪੋਸਟਿੰਗਾਂ ਦੇ ਵਿੱਚ ਨਾ, ਕਿ ਤੁਸੀਂ ਚੇਂਜ ਕਰੋ ਕੁਝ। ਪਰ ਕਹਿੰਦੇ ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਜਿਹੜੀਆਂ ਇਹ ਨਵੀਆਂ ਜੌਬਸ ਕੱਢੀਆਂ ਸੀ ਉਹਦੇ 'ਚ ਕੀ ਕੀਤਾ ਜੀ ਇਹਨਾਂ ਨੇ? ਫਿਰ ਜਿਹੜੀਆਂ ਹੁਣ ਕੱਢੀਆਂ ਸੀ ਉਹਦੇ 'ਚ ਰੈਗੂਲਰ ਕੀਤੇ? ਉਹਨਾਂ 'ਚ ਰੈਗੂਲਰ ਹਜੇ ਹੁਣ ਬਸ ਉਹ ਨਿਕਲੀਆਂ ਹੀ ਨੇ। ਪਹਿਲਾ ਬੈਚ ਤਾਂ ਅੱਜ ਮੈਨੂੰ ਲੱਗਦਾ ਇਹਨਾਂ ਨੇ ਕਰਤਾ ਵੀ ਕਿਹਨੂੰ ਕਿਹਨੂੰ ਮਿਲ ਗਈ ਆ। ਕਿਸੇ ਨੂੰ 35 ਦੀ ਮਿਲ ਗਈ, ਕਿਸੇ ਚਲੋ ਉਹ ਸੀਨੀਅਰਟੀ ਸੀ ਉਹਨਾਂ ਦੀ ਮਿਲ ਜਾਣੀ ਸੀ। ਪਰ ਹੁਣ ਜਿਹੜੀਆਂ ਬਾਕੀ ਰਹਿ ਗਈਆਂ ਮੈਨੂੰ ਨਹੀਂ ਲੱਗਦਾ 40 ਘੰਟਿਆਂ ਦੀ ਤਾਂ ਬਹੁਤ ਥੋੜੀਆਂ ਪੋਸਟਿੰਗਾਂ ਨੇ, ਫਿਰ 35 ਦੀਆਂ ਵੀ ਬਹੁਤ ਘੱਟ ਨੇ, 25 ਦੀਆਂ ਜ਼ਿਆਦਾ ਨੇ। ਤੇ ਜਿਹੜੀਆਂ ਵਿਚਾਰੀਆਂ 40 ਦੇ ਕੰਮ ਕਰਦੀਆਂ ਸੀ ਉਹਨਾਂ ਨੂੰ ਤਾਂ 25 ਦੀਆਂ ਮਿਲਣਗੀਆਂ। ਹੁਣ ਤੁਸੀਂ ਦੇਖੋ 25 ਘੰਟਿਆਂ ਦੇ ਨਾਲ ਕਿਵੇਂ ਗੁਜ਼ਾਰਾ ਕਰਨਾ। 50 ਘੰਟੇ 2 ਵੀਕਾਂ ਦੇ ਲਾ ਕੇ ਬੰਦੇ ਨੇ ਕਿੱਧਰ ਨੂੰ ਜਾਣਾ ਨਾ। ਜੇ ਭੈਣ ਜੀ ਉਹ 25 ਵਾਲਾ ਨਾ ਲੈਣ ਫਿਰ ਉਹ ਕੈਜੂਅਲ ਰਹਿਣਗੀਆਂ? ਕੈਜੂਅਲ ਰਹਿਣਗੇ, ਫਿਰ ਬੈਨੀਫਿਟ ਨਹੀਂ ਮਿਲਣੇ। ਫਿਰ ਇੰਨੇ ਸਾਲ ਕੰਮ ਕਰੇ ਦਾ ਫਾਇਦਾ ਵੀ ਕੀ ਹੋਇਆ ਵੀ ਜੀ। ਹੁਣ ਸਾਨੂੰ ਚਲੋ ਕੋਈ ਸਿੱਕ ਪੇ ਮਿਲ ਜਾਂਦੀ ਸੀ, ਸਾਨੂੰ ਕੋਈ ਵੇਕੇਸ਼ਨ ਮਿਲ ਜਾਂਦੀ ਸੀ, ਤੇ ਹੁਣ ਤੁਹਾਨੂੰ ਪਤਾ ਵੀ ਬੱਚਿਆਂ ਬੈਨੀਫਿਟ ਵੀ ਮਿਲਦੇ ਸੀ ਥੋੜੇ, ਤੇ ਹੁਣ ਉਹ ਵੀ ਨਵੇਂ ਸਿਰੇ ਵਾਲੀ ਗੱਲ ਹੋਈ ਹੈ। ਕਿਸੇ ਨੇ ਆ ਲਿਖ ਕੇ ਭੇਜਿਆ ਜੀ ਵੀ 700 ਦੇ ਕਰੀਬ ਅਸੀਂ ਵਰਕਰ ਆ, 325 ਉਹਨਾਂ ਨੇ ਓਪਨ ਕੀਤੀਆਂ, ਉਹ 'ਚ 225 ਪਹਿਲਾਂ ਹੀ ਰੈਗੂਲਰ ਨੇ। ਸੋ ਨਵੀਆਂ ਜੌਬ ਸਿਰਫ 100 ਨੇ। ਇਹ ਠੀਕ ਆ ਗੱਲ? ਹਾਂਜੀ ਹਾਂਜੀ ਹਾਂਜੀ। ਇਹ ਕਹਿੰਦੇ ਸੀ ਅਸੀਂ 450 ਦੇ ਨੇੜੇ ਕੱਢਾਂਗੇ, ਕਿਉਂਕਿ ਜਨਵਰੀ 'ਚ ਸਾਨੂੰ ਈਮੇਲ ਆਈ ਸੀ ਵੀ ਜੌਬ ਫੇਅਰ ਹੋ ਰਿਹਾ। ਪਰ ਪੋਸਟਿੰਗਾਂ ਵੀ ਏਦਾਂ ਹੋਣਗੀਆਂ ਵੀ ਚਲੋ ਤੁਹਾਡੀ ਜਿਵੇਂ ਅੱਗੇ ਅਵੇਲੇਬਿਲਿਟੀ 10 ਘੰਟੇ ਦੀ ਲੈਂਦੇ ਸੀ, ਹੁਣ ਜਿਵੇਂ ਜੇ 8 ਲੱਗਣੇ 8 ਹੀ ਘੰਟੇ ਲੈਣੇ ਸੀ, ਇਹਨਾਂ ਨੇ ਵੀ 8 ਘੰਟੇ ਤੁਹਾਨੂੰ ਮਿਲਣਗੇ। ਜਿਵੇਂ 7 ਲੱਗਣੇ ਆ, 35 ਲੱਗਣੇ ਆ, 7 ਲੱਗਣੇ ਆ। ਤੇ ਵੀ ਚਲੋ ਉਹਦੇ 'ਚ ਸਾਡੀ ਵਿੰਡੋ ਘਟਾਤੀ ਸੀ, ਉਹ ਚਲੋ ਠੀਕ ਸੀਗਾ। ਸਾਨੂੰ ਸਾਰਾ ਦਿਨ ਬੈਠਣਾ ਨਹੀਂ ਪੈਂਦਾ, ਵੇਟ ਨਹੀਂ ਕਰਨੀ ਪੈਂਦੀ ਸੀ, ਵਿੱਚ ਬ੍ਰੇਕਾਂ ਦੇ ਦਿੰਦੇ ਸੀ, ਨਹੀਂ ਤਾਂ ਘੰਟੇ ਦੀ ਜਗ੍ਹਾ ਅੱਧੇ ਘੰਟੇ ਦੀ ਦੇਤੀ ਕਦੇ ਕਦੇ। ਚਲੋ ਉਹ ਅਸੀਂ ਠੀਕ ਮੰਨਦੇ ਆ, ਪਰ ਆ ਹੁਣ ਬਿਲਕੁਲ ਹੀ ਉਲਟ ਕਰਕੇ ਰੱਖਤਾ ਸਾਡਾ ਸਾਰਾ, ਜਿਵੇਂ ਸਿਸਟਮ ਹੀ ਖਰਾਬ ਹੋ ਜਾਣਾ ਇਹਦੇ ਨਾਲ ਤਾਂ ਹੁਣ। ਤੇ ਦੇਖੋ ਵੀ ਬਿਲਕੁਲ ਠੀਕ ਆ ਜੀ। ਹੋਰ ਸੁਣਦੇ ਆ ਗੱਲ। ਹਾਂਜੀ ਕਰਨਾ। ਹਾਂਜੀ ਥੈਂਕ ਯੂ। ਥੈਂਕ ਯੂ ਥੈਂਕ ਯੂ ਭੈਣ। ਸਰ ਸੁਖਦੇਵ ਸਿੰਘ ਜੀ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵਿਰਕ ਸਾਹਿਬ। ਹਾਂਜੀ ਭਾਜੀ, ਮੇਰੀ ਨਾ ਵਾਈਫ ਦੀ ਭਤੀਜੀ ਹੈ ਤੇ ਉਹ ਕੰਮ ਕਰਦੀ ਹੈ, ਤੇ ਨਾ ਉਹਨੇ ਮੈਟਰਨਿਟੀ ਲੀਵ ਜਾਣ ਤੋਂ ਪਹਿਲਾਂ ਨਾ ਦਿਨ ਰਾਤ ਕੰਮ ਕਰਕੇ ਤੇ ਘੰਟੇ ਪੂਰੇ ਕਰ ਲਏ, ਤੇ ਸੀਨੀਅਰਟੀ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਇਹਨਾਂ ਦੀ ਉਹ ਅਚੀਵ ਕਰ ਲਈ। ਤੇ ਉਹਦੀ ਸਾਰੀ ਗੱਲ ਵੀ ਆਈ, ਤੇ ਜਦੋਂ ਮੈਟਰਨਿਟੀ ਤੇ ਹੀ ਉਦੋਂ ਹੀ ਉਹਨਾਂ ਨੂੰ ਫੋਨ, ਭਤੀਜੀ ਨੂੰ ਫੋਨ ਆ ਗਿਆ ਵੀ ਤੇਰੇ ਘੰਟੇ ਪੂਰੇ ਹੋ ਗਏ ਨੇ, ਜਦੋਂ ਤੂੰ ਜੁਆਇਨ ਕਰਨਾ ਵਾਪਸ ਤੇਰੀ ਸੀਨੀਅਰ ਪੋਜੀਸ਼ਨ ਹੈ ਤੇ ਤੈਨੂੰ ਸਾਰੇ ਬੈਨੀਫਿਟ ਵਗੈਰਾ ਮਿਲਣਗੇ। ਤੇ ਜਦੋਂ ਆਉਣ ਤੋਂ 2 ਹਫ਼ਤੇ ਪਹਿਲਾਂ ਫੋਨ ਕਰ ਦੇ। 2 ਹਫ਼ਤੇ ਪਹਿਲਾਂ ਫੋਨ ਕੀਤਾ, ਅਗਲੇ ਮਹੀਨੇ ਕੰਮ ਜਾਣਾ, ਉਹ ਕਹਿੰਦੇ ਜੀ ਤੁਹਾਨੂੰ ਹੋਰ ਘੰਟੇ ਲਾਣੇ ਪਏ ਨੇ, ਤੁਹਾਡੀ ਸੀਨੀਅਰ ਦੀ ਪੋਜੀਸ਼ਨ ਲੂਜ਼ ਹੋ ਗਈ। ਮੈਨੇਜਰ ਮੈਡਮ ਜਿਹੜੀ ਬੈਠੀ ਉੱਥੇ ਫਰੇਜ਼ਰ ਹੈਲਥ ਜਿੱਥੇ ਵੀ ਹੈ ਨੇ, ਉਹ ਇੱਕ ਹੋਰ ਥੱਲੇ ਪੋਜੀਸ਼ਨ ਤੇ ਕੁੜੀ ਕੰਮ ਕਰਦੀ ਹੈ, ਕਈ ਚੰਗੇ ਵੀ ਹੈ ਨੇ ਉੱਥੇ,
ਉਹ ਕੁੜੀ ਕੈਜੂਅਲ ਤੇ ਉਹ ਜਦੋਂ ਵੀ ਰਿਕੁਐਸਟ ਕਰਨੀ ਭਤੀਜੀ ਨੇ ਭਾਵੇਂ 10 ਵਜੇ ਉਹਨੇ ਰਾਤ ਦੇ ਤਾਂ ਵੀ ਚਲੀ ਜਾਣਾ ਕਰਨਾ ਕੰਮ ਤੇ। ਉਹਨੇ ਉਹਦੇ ਅੱਗੇ ਗੱਲ ਕੀਤੀ, ਉਹਨੇ ਫੇਵਰ ਕੀਤੀ, ਉਹਨੇ ਸਾਰੀਆਂ ਈਮੇਲਾਂ ਕੱਢ ਕੇ ਜਿੱਥੇ ਵੀ ਹੈ ਹਨ ਸਾਰੀਆਂ ਚੱਕ ਕੇ ਤੇ ਮੈਨੇਜਰ ਇਹਨੂੰ ਮੇਰੀ ਭਤੀਜੀ ਨੂੰ ਦੇ ਦਿੱਤੀਆਂ। ਉਹ ਕਹਿੰਦੇ ਆਹ ਤੇਰੀ ਪੋਜੀਸ਼ਨ ਦੀ ਕਨਫਰਮੇਸ਼ਨ ਹੀ। ਉਹ ਦੁਬਾਰਾ ਫਿਰ ਫੋਨ ਕੀਤਾ, ਉਹ ਮੈਨੇਜਰ ਕਹਿੰਦੀ ਸੌਰੀ ਸਾਡੇ ਤੋਂ ਗਲਤੀ ਹੋ ਗਈ। ਐਵੇਂ ਦੇ ਕੰਮ ਹੁੰਦੇ ਇਹਨਾਂ ਦੇ। ਉਹ ਨਾ ਫੋਨ ਕਰਦੇ ਨਾ ਕੋਈ ਖੜੇ ਹੁੰਦੇ, ਅਸੀਂ ਕਿਸੇ ਉਹ ਚੱਕ ਕੇ ਪੋਜੀਸ਼ਨ ਆਪਣੇ ਰਿਸ਼ਤੇਦਾਰ ਨੂੰ ਦੇ ਦੇਣੀ ਸੀ ਕਿਸੇ ਨੂੰ ਨੇ। ਤੇ ਘਪਲੇ ਤੇ ਬਹੁਤ ਮਾੜਾ ਹਾਲ ਹੈ ਤੇ ਪਤਾ ਨਹੀਂ ਰੱਬ ਹੀ ਰੱਖਾ। ਵਿਰਕ ਸਾਹਿਬ ਤੁਸੀਂ ਆ ਕੇ ਇੱਥੇ ਸੈਟਲ ਹੋਏ ਹੋ, ਉੱਥੇ ਸਰਵਿਸ ਕੀਤੀ ਆ। ਇਹ ਸਾਡਾ ਮੰਦਾ ਹਾਲ ਹੈ ਕਿਉਂ ਹੋ ਰਿਹਾ ਕਮਿਊਨਿਟੀ ਦਾ? ਕੀ ਸੋਚਦੇ ਹੋ ਤੁਸੀਂ? ਇਸ਼ੂ ਕੀ ਨੇ ਸਾਡੇ, ਕਿਉਂ ਹੋ ਰਿਹਾ ਇਸ ਤਰ੍ਹਾਂ? ਇਸ਼ੂ ਵੀਰ ਪਤਾ ਗੱਲ ਕੀ ਹੈ, ਆਪਾਂ ਕਿਸੇ ਚੀਜ਼ ਦੇ ਖਿਲਾਫ ਇਕੱਠੇ ਹੋ ਕੇ ਖੜੇ ਨਹੀਂ ਹੁੰਦੇ। ਆਪਾਂ ਜੋ ਕੁਝ ਵੀ ਕਰਨੇ ਆ ਆਪਾਂ ਇਕੱਠੇ ਹੋ ਜਾਈਏ ਤੇ ਸਾਰੇ ਮਸਲੇ ਹੱਲ ਹੋ ਜਾਣ। ਆਪਾਂ ਮੁਸੀਬਤ ਇਹ ਕਿ ਸਾਨੂੰ ਕੱਲੇ ਨੂੰ ਖੜੇ ਹੋ ਕੇ ਕਦੀ ਕੋਈ ਸੁਣ ਲੈਂਦਾ ਕਦੀ ਨਹੀਂ ਸੁਣਦਾ ਕੋਈ। ਜਿੰਨਾ ਚਿਰ ਇਕੱਠੇ ਹੋ ਕੇ ਇੱਕ ਮਸਲਾ ਨਹੀਂ ਚੁੱਕਾਂਗੇ, ਭਾਵੇਂ ਤੁਹਾਂ ਟੌਪਿਕ ਚਲੋ ਛੇੜਿਆ ਹੀ ਹੈ ਜਦੋਂ ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਤੋਂ ਨਾਲ ਕਨੈਕਟਡ ਹਾਂ ਤੁਹਾਡੇ। ਇਕੱਠੇ ਹੋ ਕੇ ਕੁਝ ਕਰਾਂਗੇ ਸਾਰੇ ਤਾਂ ਹੀ ਕੁਝ ਹੋਣਾ ਹੈ, ਅਦਰਵਾਈਜ਼ ਨਹੀਂ ਹੋਣਾ। ਸਿਸਟਮ ਸਾਰਾ ਹੀ ਖਰਾਬ ਹੈ, ਭਾਵੇਂ ਸੀਟੀ ਆਫ ਲੈ ਲਓ, ਭਾਵੇਂ ਤੇ ਫਰੇਜਰ ਹੈਲਥ ਦਾ ਲੈ ਲਓ, ਭਾਵੇਂ ਕੁਝ ਵੀ ਲੈ ਲਓ, ਸਾਰੇ ਕਮਿਊਨਿਟੀ ਰਿਪਰੈਜ਼ੈਂਟੇਸ਼ਨ ਹੈ। ਕਮਿਊਨਿਟੀ ਦੇ ਵਿੱਚੋਂ ਸਾਡੇ ਐਮਐਲਏ ਨੇ, ਸਾਡੇ ਮਿਨਿਸਟਰ ਨੇ, ਲੇਬਰ ਮਿਨਿਸਟਰ ਸਾਡਾ। ਜੇ ਹੁਣ ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਹੋਣੀ ਤਾਂ ਫਿਰ ਕਦ ਹੋਊਗੀ ਜਾ? ਭਾਜੀ ਸਾਰੇ ਚਿੱਕਰ 'ਚ ਲਿਬੜੇ ਪਏ ਜੇ, ਉੱਤੋਂ ਤੋਂ ਗੱਲਾਂ ਹੀ ਨੇ ਬਸ। ਖੜਾ ਡਟ ਕੇ ਖੜਾ ਨਾ ਤੇ ਮਿਨਿਸਟਰ ਹੁੰਦਾ ਕੋਈ, ਉਹ ਵੀ ਆਪਣੀਆਂ ਕੁਰਸੀਆਂ ਬਚਾਉਂਦੇ ਤੇ ਆਪਣੀਆਂ ਵੋਟਾਂ ਬਚਾਉਂਦੇ। ਵੱਡੇ ਜਿੱਥੋਂ ਉਹਨਾਂ ਨੂੰ ਵੋਟ ਬੈਂਕ ਹੈ, ਵੱਡੇ ਜਿੱਥੋਂ ਡੋਨੇਸ਼ਨ ਆਉਂਦੀਆਂ ਨੇ ਉਹ ਬਚਾਉਂਦੇ ਨੇ। ਕੋਈ ਨਹੀਂ ਜੇ ਖੜਾ ਹੁੰਦਾ ਕਿਧਰੇ। ਬਿਲਕੁਲ ਠੀਕ ਹੈ। ਸਾਰਾ ਹਾਲ ਦੇਖ ਹੀ ਲੈਣਾ ਸਾਰਿਆਂ। ਹੁਣ ਜਦੋਂ 에ਅਰਲਾਈਨ ਉੱਥੋਂ ਇੰਡੀਆ ਤੋਂ ਲਿਆਉਣ ਲੱਗੇ ਸੀ ਤੇ ਕਰਨ ਵਾਲਿਆਂ ਨੇ ਤੁਸੀਂ ਸਾਰੇ ਜਿੰਨੇ ਵੀ ਆਏ ਸੀ ਕਰਨੇ ਤੇ ਕਮਿਊਨਿਟੀ ਲਈ ਕਰ ਲੈਂਦੇ ਸੀ ਨਾ, ਆਪਣੇ ਭਾਈਚਾਰੇ ਲਈ ਕਰਨ ਦੇ। ਬਿਲਕੁਲ ਨਿੱਜੀ ਤੇ ਪੱਖ ਨਹੀਂ ਸੀ ਉਹਦੇ ਵਿੱਚ। ਉਹਦੇ ਖਿਲਾਫ ਸਾਰੀ ਦੁਨੀਆ ਦੇ ਸਾਹਮਣੇ ਵਿੱਚ ਕੀ ਕੁਝ ਹੋ ਗਿਆ ਸੀ। ਤੁਸੀਂ ਚੁੱਪ ਕਰਕੇ ਪਿੱਛਾ ਬਹਿ ਗਏ, ਹੋਰ ਕੀ ਕਰ ਸਕਦੇ? ਬਿਲਕੁਲ ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ। ਲਾਈਨ 4 ਹਾਂਜੀ, ਇੱਕ ਹੋਰ ਵਰਕਰ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇਹ ਦੱਸਣਾ ਸੀਗਾ ਵੀ ਜਿਹੜੀਆਂ ਹੁਣ ਸਰੀ ਦੇ ਵਿੱਚ ਪੋਸਟਿੰਗਾਂ ਲੱਗ ਰਹੀਆਂ, ਉਹਨਾਂ ਦਾ ਰੀਜ਼ਨ ਇਹ ਆ ਵੀ 3-4 ਸਾਲ ਪਹਿਲਾਂ ਜਦੋਂ ਅਸੀਂ ਪੈਰਾਮਿਡ ਦਾ ਕੰਮ ਕਰਦੇ ਸੀਗੇ, ਉਦੋਂ ਵੀ ਪਹਿਲਾਂ ਸਾਡੀ ਜਿਹੜੀ ਮੈਨੇਜਮੈਂਟ ਸੀਗੀ, ਜਿਨ੍ਹਾਂ ਦੀ ਹੈਡ ਹੁਣ ਵੀ ਸਾਡੇ ਸਕੈਜੂਲਿੰਗ ਦੀ ਹੈਡ ਆ, ਉਹਨਾਂ ਨੇ ਸਾਡੀ ਜਿਹੜਾ ਯੂਨੀਅਨ ਦਾ ਕਲੈਕਟਿਵ ਐਗਰੀਮੈਂਟ ਆ ਉਹਦੇ ਵਿੱਚ 5 ਘੰਟੇ ਦੀ ਇਨਕਰੀਮੈਂਟ ਲਿਖਿਆ ਵੀ 5 ਘੰਟੇ ਦੀ ਇਨਕਰੀਜ਼ ਕਰਨੀ ਆ। ਪਰ ਉਹਨਾਂ ਨੇ ਸਾਡੀ ਪਿੱਛੇ ਕਿਸੇ ਦੀ 2 ਘੰਟੇ ਦੀ ਕਰਤੀ, ਕਿਸੇ ਦੀ 3 ਦੀ ਕਰਤੀ। ਹੁਣ ਜਿਹੜੀਆਂ ਸੀਨੀਅਰ ਕੁੜੀਆਂ ਸੀ, ਹੁਣ ਜਿਹਦੇ ਕੋਲ 36 ਘੰਟਿਆਂ ਦੀ ਪੋਜੀਸ਼ਨ ਸੀ, ਉਹਦੀ ਤਾਂ 40 ਦੀ ਹੋ ਹੀ ਨਹੀਂ ਸਕਦੀ। ਜਦ ਇਹਨਾਂ ਨੇ ਪਿਛਲੇ 2 ਸਾਲ ਪਹਿਲਾਂ ਫੇਰ ਦੁਬਾਰਾ ਪੋਜੀਸ਼ਨਾਂ ਵਧਾਈਆਂ। ਜਿਹੜੀਆਂ ਜੂਨੀਅਰ ਕੁੜੀਆਂ ਸੀ ਉਹਨਾਂ ਦੀਆਂ ਪੋਜੀਸ਼ਨਾਂ 30 ਵਾਲੀਆਂ ਵੀ 40 ਆਵਰ ਤੇ ਚਲੇ ਗਈਆਂ। ਜਿਹੜੀਆਂ ਉਦੋਂ ਸੀਨੀਅਰ ਕੁੜੀਆਂ ਸੀ, ਉਦੋਂ 15 ਸਾਲ ਪਹਿਲਾਂ ਦੀਆਂ ਕੰਮ ਕਰਦੀਆਂ ਸੀ, ਉਹਨਾਂ ਕੋਲ ਤਾਂ ਹੁਣ ਤੱਕ ਵੀ 40 ਘੰਟੇ ਦੀ ਪੋਜੀਸ਼ਨ ਨਹੀਂ ਹੈਗੀ। ਫੇਰ ਉਹ ਕੁੜੀਆਂ ਨੇ ਰੌਲਾ ਪਾਇਆ ਵੀ 25 ਘੰਟਿਆਂ ਦੀ ਤਾਂ ਤੁਸੀਂ 40 ਦੀ ਕਰਤੀ। ਜਦੋਂ ਕਿ ਸਾਨੂੰ ਤੁਸੀਂ ਕਹਿੰਦੇ ਹੋ ਵੀ ਜੇ ਤੁਹਾਡੀ 36 ਦੀ ਆ ਤਾਂ ਤੁਹਾਨੂੰ ਅਸੀਂ 4 ਘੰਟੇ ਦੀ ਇਨਕਰੀਜ਼ ਨਹੀਂ ਦੇਣੀ ਹੈਗੀ, ਤੁਹਾਨੂੰ ਅਸੀਂ 5 ਦੀ ਉਹ ਦੇ ਸਕਦੇ ਹਾਂ। ਫਿਰ ਤਾਂ ਤੁਹਾਡੀ 41 ਦੀ ਹੁੰਦੀ ਆ। ਜਿਹਦੀ 38 ਸੀ ਉਹਨੂੰ 2 ਦੀ ਵੀ ਨਹੀਂ ਦਿੱਤੀ ਇਨਕਰੀਜ਼ ਇਹਨਾਂ ਨੇ। ਉਹ ਪਿੱਛੇ ਜਿਹੜੀ ਪੈਰਾਮਿਡ ਸੀ ਉਹਨਾਂ ਨੇ ਗਲਤੀ ਕੀਤੀ ਹੈ। ਫੇਰ ਕੁੜੀਆਂ ਨੇ ਯੂਨੀਅਨ ਦੇ ਗਈਆਂ ਵੀ ਤੁਸੀਂ ਸਾਡਾ ਫੇਰ ਨਹੀਂ ਹੋਇਆ। ਜੂਨੀਅਰ ਕੁੜੀਆਂ 40 ਵਾਲੀਆਂ ਲੈ ਕੇ ਬਹਿ ਗਈਆਂ। ਸੀਨੀਅਰ 20 ਸਾਲ ਦੀਆਂ ਕੰਮ ਕਰਦੀਆਂ, ਉਹਨਾਂ ਕੋਲ ਹਜੇ ਤੱਕ 40 ਦੀ ਨਹੀਂ ਹੈਗੀ। ਇਹ ਜਿਹੜੀ ਚੇਂਜਸ ਆ ਰਹੀ ਹੈ ਇਹ ਤਾਂ ਆ ਰਹੀ ਹੈ ਵੀਰ ਜੀ ਵੀ ਸਾਰੇ ਸਿਨਿਓਰ ਦੇ ਹਿਸਾਬ ਨਾਲ ਅਪਲਾਈ ਕਰਨ, ਉਸ ਹਿਸਾਬ ਨਾਲ ਤੁਹਾਨੂੰ ਪੋਜੀਸ਼ਨਾਂ ਮਿਲਣਗੀਆਂ। ਬਾਕੀ ਰਹੀ ਗੱਲ ਜਿਹੜੀਆਂ ਸਪਲਿਟ ਸ਼ਿਫਟਾਂ ਨੇ, ਕੁੜੀਆਂ ਨੇ ਈਮੇਲਾਂ ਭੇਜ ਕੇ ਆਪ ਸਪਲਿਟ ਸ਼ਿਫਟਾਂ ਕਰਵਾਈਆਂ ਨੇ, ਕਿਉਂਕਿ ਉਹ ਕਹਿੰਦੀਆਂ ਸਪਲਿਟ ਸ਼ਿਫਟਾਂ 'ਚ ਨਾਲੇ ਪੈਸਾ ਜ਼ਿਆਦਾ ਬਣਦਾ ਆ, ਓਵਰ ਟਾਈਮ ਲੱਗਦਾ ਆ। 5 ਘੰਟੇ ਸਵੇਰੇ ਲਾ ਲਓ, 5 ਸ਼ਾਮ ਨੂੰ ਲਾ ਲਓ, 6 ਲਾ ਲਓ। ਸਵੇਰੇ ਨਿਆਣੇ ਛੱਡ ਦੋ, ਦੁਪਹਿਰੇ ਘਰੇ ਆ ਕੇ ਨਿਆਣਿਆਂ ਨੂੰ ਖਿਲਾ ਦੋ, ਨਾਲੇ ਟੱਬਰ ਦੀ ਰੋਟੀ ਬਣਾ ਕੇ ਸ਼ਾਮ ਨੂੰ ਫੇਰ ਚਲ ਜਾਓ। ਇਹ ਸਪਲਿਟ ਸ਼ਿਫਟਾਂ ਇਹਨਾਂ ਨੇ ਆਪ ਕੁੜੀਆਂ ਨੇ ਈਮੇਲਾਂ ਭੇਜ ਕੇ ਲਗਵਾਈਆਂ ਨੇ। ਇਹਦੇ ਵਿੱਚ ਤੁਸੀਂ ਫਰੇਜ਼ਰ ਹੈਲਥ ਦਾ ਫਾਲਟ ਨਹੀਂ ਕਹਿ ਸਕਦੇ। ਦੇ ਆਰ ਟਰਾਈਂਗ देयर ਬੈਸਟ। ਬਾਕੀ ਜਿਹੜੇ ਘੰਟੇ ਆ ਉਹ ਕਈ ਘੰਟੇ ਉਹ ਆਨਗੋਇੰਗ ਘੰਟੇ ਨਹੀਂ ਹੁੰਦੇ। ਉਹ ਸਿਰਫ ਜਦੋਂ ਪੇਸ਼ੈਂਟ ਹਸਪੀਟਲ ਆਉਂਦਾ ਆ ਉਹ ਟੈਂਪਰੇਰੀ ਘੰਟੇ ਹੁੰਦੇ ਨੇ 2 ਵੀਕਾਂ ਦੇ। ਫਿਰ ਉਹ ਆਨਗੋਇੰਗ ਆਵਰ ਜਿਹੜੇ ਕੰਟੀਨਿਊ ਆਵਰ ਨੇ ਉਹ
ਜਿਹੜੇ ਹੁੰਦੇ ਨੇ ਉਹਨਾਂ ਦੀਆਂ ਪੋਜੀਸ਼ਨਾਂ ਐਕਚੁਅਲੀ ਹੁੰਦੀਆਂ ਨੇ। ਫਿਰ ਹੁਣ ਉਹ ਜੇ ਸਾਰਿਆਂ ਨੂੰ 40 ਦੀ ਦੇ ਦੇਣ, ਸਾਰਿਆਂ ਨੂੰ 35 40 ਦੇ ਦੇਣ, ਤਾਂ ਫਿਰ ਉਹ ਉਹਨਾਂ ਨੂੰ ਜਦ ਤੁਸੀਂ ਸਾਈਨ ਕਰਦਾ ਵੀ ਇੰਨੇ ਘੰਟੇ ਤੁਹਾਨੂੰ ਗਾਰੰਟੀ ਨੇ ਜਾਂ ਤੁਹਾਨੂੰ ਪੋਜੀਸ਼ਨ ਦੇ ਦਿੱਤੀ, ਫਿਰ ਉਹ ਤੁਹਾਨੂੰ ਨਹੀਂ ਉਹਨਾਂ ਕੋਲ ਘੰਟੇ ਹੈਗੇ। ਪੇਸ਼ੈਂਟਾਂ ਦੇ ਘੱਟ ਕੇ ਇੱਕਦਮ ਕੋਈ ਹਸਪੀਟਲ ਚਲੇ ਗਿਆ ਦਿਹਾੜੀ 'ਚ 4 ਘੰਟੇ ਸਰਵਿਸ ਲੈਂਦਾ ਹੈ, ਤਾਂ ਤੁਹਾਡੇ ਘੰਟੇ ਮਹੀਨੇ ਦੇ ਕਿੱਥੇ ਚਲੇ ਗਏ ਇੱਕਦਮ ਥੱਲੇ, ਫਿਰ ਉਹ ਉਹਨਾਂ ਨੂੰ ਕਿੱਥੋਂ ਦੇਣ। ਬਾਕੀ ਜਿਹੜੀਆਂ ਕੈਜੂਅਲ ਕੁੜੀਆਂ ਨੇ ਉਹ ਸਿਰਫ ਕੈਜੂਅਲ ਸਟਾਫ ਤਾਂ ਹਾਇਰ ਕੀਤਾ ਹੁੰਦਾ ਹੈ ਵੀ ਤੁਸੀਂ ਜੇ ਕੋਈ ਸਿਕ ਕਾਲ ਕਰੇ ਉਹਦੇ ਘੰਟੇ ਕਵਰ ਕਰਨੇ, ਜਾਂ ਕੋਈ ਵਕੇਸ਼ਨ ਤੇ ਜਾਵੇ ਉਹਦੇ ਕਵਰ ਕਰਨੇ ਆ। ਤੇ ਹੁਣ ਪ੍ਰੋਬਲਮ ਤਾਂ ਇਹ ਆ ਵੀ ਹੁਣ ਜਿਹੜੇ ਸੀਨੀਅਰ ਨੇ ਉਹ ਵੀ 15 ਸਾਲ ਕਾਰਾਂ 'ਚ ਬੈਠੇ ਆ, ਉਹਨਾਂ ਨੂੰ ਵੀ ਪੋਜੀਸ਼ਨਾਂ ਹੁਣ ਹਸਪੀਟਲਾਂ 'ਚ ਵੀ ਏਦਾਂ ਹੀ ਆ। ਤੁਹਾਨੂੰ ਰਾਈਟ ਵੇ ਥੋੜੀ ਤੁਸੀਂ ਫੁੱਲ ਟਾਈਮ ਜੌਬ ਲੈ ਕੇ ਬਹਿ ਜਾਂਦੇ ਹੋ, ਤੁਸੀਂ ਪਾਰਟ ਟਾਈਮ ਤੋਂ ਸ਼ੁਰੂ ਕਰਦੇ ਹੋ, ਫਿਰ ਸਿਕਿਉਰਿਟੀ ਨਾਲ ਤੁਹਾਡੀ ਫੁੱਲ ਟਾਈਮ ਹੁੰਦੀ ਆ। ਪਰ ਹੁਣ ਇੱਥੇ ਹਰੇਕ ਦੀ ਕੰਪਲੇਨ ਡਿਫਰੈਂਟ ਆ, ਸਾਰਾ ਆਪਦਾ ਹੀ ਠੀਕ ਰੱਖਣਾ ਚਾਹੁੰਦਾ ਹੈ ਆਪਣਿਆਂ ਦਾ। ਜਿਵੇਂ ਹਾਲ ਹੁਣ ਟੈਕਸੀਆਂ 'ਚ ਆ, ਘਰਾਂ ਦਾ ਆ, ਟਰੱਕਾਂ ਦਾ ਆ, ਇਹੀ ਹਾਲ ਇੱਥੇ ਆ। ਆਪੋ ਤਾਂ ਪਿਆ, ਕੋਈ ਕਿਸੇ ਦੀ ਸੁਣਦਾ ਨਹੀਂ। ਫੇਵਰਿਜ਼ਮ ਵੀ ਕਾਫੀ ਹੁੰਦਾ ਆ। ਰਿਸ਼ਤੇਦਾਰ ਕੰਮ ਕਰ ਰਹੇ ਨੇ, ਰਿਸ਼ਤੇਦਾਰ ਆਫਿਸ 'ਚ ਲੱਗੇ ਨੇ, ਉਹ ਇੱਕ ਦੂਜੇ ਨੂੰ ਚਾਚੀਆਂ ਨਣਦਾਂ ਸਭ ਇਕੱਠੇ ਕੰਮ ਕਰਦੇ ਆ। ਉਹ ਓਵਰ ਟਾਈਮ ਵੀ ਏਦਾਂ ਹੀ ਬੰਦ ਹੋਈ ਜਾ ਰਿਹਾ ਆ ਸਮਹਾਓ। ਇਹਦੇ ਵੀ ਮਾੜਾ ਮੋਟਾ ਕੁਛ। ਬਾਕੀ ਇੱਕ ਸਾਡੀ ਇਹਨਾਂ ਨੂੰ ਸਾਨੂੰ ਪੇ ਵਧਾਉਣੀ ਚਾਹੀਦੀ ਆ, ਇਹ ਸਾਡੀ ਘੱਟ ਆ। ਚੱਲ ਫਿਰ ਵੀ ਅਸੀਂ ਤਾਂ ਕਹਿੰਦੇ ਆ ਠੀਕ ਆ, ਸਾਡੇ ਸਾਰਿਆਂ ਦੀ ਹੈਲਪ ਹੋ ਰਹੀ ਆ, ਸਾਨੂੰ ਕਮ ਸੇ ਕਮ ਜੌਬ ਤਾਂ ਮਿਲੀ ਹੋਈ ਆ। ਪਰ ਵੀਰ ਜੀ ਕੇਅਰ ਪਲਾਨ ਦੇ ਹਿਸਾਬ ਨਾਲ ਕੋਈ ਨਹੀਂ ਫੋਲੋ ਕਰਦਾ। ਕੁੜੀਆਂ ਬਹੁਤ ਆਪ ਗਲਤ ਕਰਦੀਆਂ ਨੇ, ਸਾਰੀਆਂ ਨਹੀਂ ਮੈਂ ਕਹਿੰਦੀ। ਉਹਨਾਂ ਨੇ ਜਾ ਕੇ ਕੇਅਰ ਪਲਾਨ ਨੂੰ ਉਹਨਾਂ ਨੇ ਫੋਲੋ ਨਹੀਂ ਕਰਨਾ, ਜੋ ਲਿਖਿਆ ਹੋਇਆ ਉਹਦੇ ਉਲਟ ਜਾ ਕੇ ਰੋਟੀ ਪਕਾਉਣੀ, ਜੇ ਬਿਲਕੁਲ ਨਹੀਂ ਲਿਖੀ ਹੋਈ ਤਾਂ ਬਣਾਉਣੀ ਆ ਚੋਰੀ। ਤੇ ਫਿਰ ਇਹ ਕਲਾਇੰਟ ਸਾਨੂੰ ਇਹ ਮੰਗੇ, ਫਿਰ ਜਿਹੜੀਆਂ ਦੂਜੀਆਂ ਕੁੜੀਆਂ ਜਾ ਕੇ ਕਹਿੰਦੀ ਵੀ ਇਹ ਤੁਹਾਡੇ ਕੇਅਰ ਪਲਾਨ 'ਚ ਹੈ ਹੀ ਨਹੀਂ, ਫਿਰ ਉਹਨਾਂ ਦੀ ਕਹਿੰਦੇ ਆ ਵੀ ਮੁੜ ਕੇ ਆਫਿਸ ਫੋਨ ਕਰਕੇ ਫਲਾਨੀ ਕੁੜੀਆਂ ਸਾਡੇ ਭੇਜੋ, ਇਹ ਆਇਆ। ਉਹ ਚਾਹੁੰਦੀਆਂ ਜੀ ਅਸੀਂ ਆਊਟ ਆਫ ਕੇਅਰ ਪਲਾਨ ਜਾ ਕੇ ਬਣਾਵਾਂਗੇ ਤਾਂ ਇਹ ਸਾਨੂੰ ਇਹ ਮੰਗਣਗੇ। ਇਹ ਪ੍ਰੋਬਲਮ ਬਹੁਤ ਜ਼ਿਆਦਾ ਵੀਰ ਜੀ ਅਸੀਂ ਆਪ ਹੀ ਕ੍ਰੀਏਟ ਕੀਤੀਆਂ ਹੋਈਆਂ ਨੇ। ਕਦੇ ਰਲ ਕੇ ਯੂਨੀਅਨ ਦੇ ਕੋਈ ਮੀਟਿੰਗ ਹੋਵੇ, ਮੈਨੂੰ ਇਹ ਦੱਸਣ ਨੇ ਕੁੜੀਆਂ ਫੋਨ ਕਰਕੇ ਕਿਹੜੀ ਕੁੜੀ ਜਾ ਕੇ ਉੱਥੇ ਯੂਨੀਅਨ ਦੀ ਮੀਟਿੰਗ ਤੇ ਖੜਦੀ ਹੈ, ਜਾਂਦਾ ਕੋਈ ਯੂਨੀਅਨ ਦੀ ਮੀਟਿੰਗ? ਕੋਈ ਨਹੀਂ ਜਾਂਦਾ। ਪਿਛਲੇ 20 ਸਾਲ 'ਚ ਮੈਂ ਤਾਂ ਕੋਈ 5-4 ਕੁੜੀਆਂ ਜਾਂਦੀਆਂ ਦੇਖੀਆਂ ਨੇ ਮੀਟਿੰਗ ਵਿੱਚ। ਜਿੱਦਣ ਇਹਨਾਂ ਨੂੰ ਇਹ ਹੋ ਜਾਵੇ ਵੀ ਸਾਡੀ ਜੌਬ ਪ੍ਰਾਈਵੇਟ ਹੋਣ ਲੱਗੀ ਆ, ਉਹ ਤੇ ਫਿਰ ਯੂਨੀਅਨ ਦਾ ਆਫਿਸ ਭਰਿਆ ਪਿਆ ਹੁੰਦਾ। ਆਪਣੇ ਲੋਕੀ ਕਦੇ ਯੂਨੀਅਨ ਮੀਟਿੰਗ ਤੇ ਨਹੀਂ ਜਾਂਦੇ ਹੈਗੇ, ਨਾ ਇਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਆ, ਨਾ ਇਹਨਾਂ ਨੇ ਆਪਣੀ ਬੁੱਕ ਪੜ੍ਹਦੇ ਨੇ ਵੀ ਸਾਡਾ ਕੀ ਕਲੈਕਟਿਵ ਐਗਰੀਮੈਂਟ ਆ, ਓਵਰ ਟਾਈਮ ਕਰਦੇ ਆ, ਸਾਨੂੰ ਕੀ ਪੇ ਹੋਣਾ ਚਾਹੀਦਾ, ਐਕਸਟਰਾ ਟਾਈਮ ਕਈ ਉਹੀ ਭੱਜੀਆਂ ਕੰਮ ਕਰਦੀ ਪਈਆਂ ਨੇ, ਨਾ ਦੇਖਣੀਆਂ ਚੈੱਕ। ਫਿਰ ਜਾ ਕੇ ਨਾ ਗਰੀਵੈਂਸ ਭਰਦਾ ਵਾਲਾ, ਫਿਰ ਉਹ ਗਰੀਵੈਂਸ ਭਰਨ ਦੀ ਯੂਨੀਅਨ ਰੈਪ ਨਹੀਂ ਕੋਈ ਬਣਦੀ, ਕਿਉਂਕਿ ਉਹ ਦਿਨ ਰਾਤ ਫੋਨ ਵੱਜੀ ਜਾਂਦੇ ਨੇ। ਕੀ ਕਰੂ ਬੰਦਾ ਯੂਨੀਅਨ ਰੈਪ ਬਣ ਕੇ ਵੀ ਮਾੜੀ ਕੰਪਲੇਨ ਕਰੀ ਜਾਣੀ। ਆਪ ਬਿਲਕੁਲ ਨਹੀਂ ਰਿਸਪੌਂਸਿਬਿਲਿਟੀ ਲੈਣੀ ਕਿਸੇ ਚੀਜ਼ ਦੀ ਵੀ ਅਸੀਂ ਦੇਖੀਏ ਕਰੀਏ। ਮੈਂ ਤਾਂ ਇਹ ਕਹਿੰਦੀ ਆ ਵੀ ਫਰੇਜ਼ਰ ਹੈਜ਼ ਡੂਇੰਗ देयर ਬੈਸਟ। ਪਰ ਸਾਰਿਆਂ ਦੀ ਹਰੇਕ ਬੰਦੇ ਲਈ ਡਿਫਰੈਂਟ ਪ੍ਰੋਬਲਮ ਆ। ਸਾਰਾ ਬੰਦਾ ਕਹਿੰਦਾ ਵੀ ਮੇਰੇ ਹਿਸਾਬ ਨਾਲ ਹੀ ਸਾਰਾ ਕੁਝ ਹੋਵੇ, ਪਰ ਨਹੀਂ, ਪਰ ਏਦਾਂ ਨਹੀਂ ਹੋ ਸਕਦਾ। ਮੈਂ ਤਾਂ ਕਹਿੰਦੀ ਆ ਵੀ ਜਦੋਂ ਤੁਸੀਂ ਜੇ ਹੁਣੇ ਕੰਮ ਤੇ ਲੱਗੇ ਹੋ, ਜੇ ਬਾਕੀ ਜਿਹੜੀ ਤੁਸੀਂ ਬੈਨੀਫਿਟਾਂ ਦੀ ਗੱਲ ਕਰਦੇ ਹੋ ਨਾ ਵੀ ਬੈਨੀਫਿਟ ਜੇ 35 ਤੋਂ 30 ਤੇ ਚਲੇ ਗਏ ਤਾਂ ਬੈਨੀਫਿਟ ਸਾਰਿਆਂ ਦੇ ਸੇਮ ਨੇ। ਚਾਹੇ ਤੁਹਾਡੇ ਕੋਲ 25 ਘੰਟੇ ਦੀ ਪੋਜੀਸ਼ਨ ਆ, ਬੈਨੀਫਿਟ ਤੁਹਾਨੂੰ ਸੇਮ ਹੀ ਨੇ ਸਾਰੇ। ਚਾਹੇ 40 ਵਾਲੇ ਦੇ ਵੀ ਉਹੀ ਨੇ, 25 ਵਾਲੇ ਦੇ ਵੀ ਉਹੀ ਨੇ, ਬੈਨੀਫਿਟ ਸਾਰੇ ਸੇਮ ਨੇ। ਬੈਨੀਫਿਟ ਹੀ ਘੱਟ ਹੈ ਕਿ ਹਾਂ ਜੇ ਤੁਸੀਂ ਕੈਜੂਅਲ ਹੋ ਫਿਰ ਤੁਹਾਨੂੰ ਬੈਨੀਫਿਟ ਹੈ ਨਹੀਂ, ਤੁਸੀਂ ਪੈਸੇ ਪੇ ਕਰਕੇ ਬੈਨੀਫਿਟ ਲੈ ਸਕਦੇ। ਪਰ ਇਸ ਟਾਈਮ ਵੀ ਜੀ ਸਾਡਾ ਕੰਮ ਬਹੁਤ ਬਿਜ਼ੀ ਆ, ਸਟਾਫ ਇਹਨਾਂ ਨੂੰ ਮਿਲ ਨਹੀਂ ਰਿਹਾ। ਇਹ ਕੋਲੋਂ ਪੇ ਕਰਕੇ ਵੀ ਕਰਾ ਰਹੇ ਨੇ ਵੀ ਜੇ ਕਿਸੇ ਨੇ ਕੋਰਸ ਇਹ ਕਰਨਾ ਆ, ਵੀ ਰੀਲੀ ਸ਼ੋਰਟ ਆਫ ਸਟਾਫ। ਮੈਜੋਰਟੀ ਦੀਆਂ ਵਰਕਰਾਂ ਜਿਹਨਾਂ ਨੂੰ ਮੈਂ ਜਾਣਦੀ ਆ ਸਾਰੇ ਓਵਰ ਟਾਈਮ ਕਰ ਰਹੇ ਆ, ਐਵਰੀਬਾਡੀ ਇਜ਼ ਵਰਕਿੰਗ ਓਵਰ ਟਾਈਮ। ਪਰ ਬਾਕੀ ਹੋਰ ਦੱਸ ਸਕਦੇ ਨੇ ਕੀ ਇਸ਼ੂ ਨੇ, ਪਰ ਸਰਟਨ ਥਿੰਗਸ ਮੈਂ ਕਹਿੰਦੀ ਆ ਵੀ ਹਰੇਕ ਬੰਦਾ ਆਪਣੇ ਆਪ ਨਹੀਂ ਸਹੀ ਚਾਹੁੰਦਾ ਆ ਵੀ ਮੇਰੇ ਹੁਣ ਇਹਨਾਂ ਨੇ ਆਹ ਕਰਤਾ। ਪਰ ਜਦੋਂ ਜਿਹੜੀਆਂ ਕੁੜੀਆਂ ਦੀਆਂ ਯੂਨੀਅਨ ਦੀਆਂ ਪੋਜੀਸ਼ਨਾਂ 40 ਦੀਆਂ ਹੋਈਆਂ ਸੀ, 25 ਤੋਂ ਉਹਨਾਂ ਨੂੰ 10 ਘੰਟੇ ਦੀ ਇਨਕਰੀਜ਼ ਦੇਤੀ, ਉਦੋਂ ਤਾਂ ਕੋਈ ਬੋਲਿਆ ਨਹੀਂ ਹੈਗਾ ਵੀ ਹੁਣ ਸਾਡੀ 40। ਉਹ ਕੁੜੀਆਂ ਵਿਚਾਰੀਆਂ ਨੇ ਰੌਲਾ ਪਾ ਕੇ ਕਿਹਾ ਵੀ ਸਾਡਾ ਪੇ ਨਹੀਂ ਹੋਇਆ, ਸਾਡੀ ਕਿਉਂ ਨਹੀਂ ਸੀਨੀਅਰਾਂ ਦੀ 40 ਦੀ ਹੋਈ, ਕਿਉਂ ਜੂਨੀਅਰ ਕਰਾਂ ਦੀ ਚੱਕ ਕੇ 40 ਦੀ ਕਰਦੀ ਪੋਜੀਸ਼ਨ। ਸੋ ਇਹ ਇਹ ਦੱਸਿਓ ਨਹੀਂ ਹੈਗੀ ਜੇ ਯੂਨੀਅਨ ਦੀ ਕਿਸੇ ਮੀਟਿੰਗ ਵਗੈਰਾ ਚ ਕੁੜੀਆਂ ਜਾਣ ਉਹਦਾ ਫਰਕ ਤਾਂ ਪੈ ਸਕਦਾ, ਫਿਰ ਕਿਉਂ ਨਹੀਂ ਜਾਂਦੀਆਂ? ਜੀ ਬਹੁਤ ਫਰਕ ਪੈਂਦਾ, ਬਹੁਤ ਜ਼ਿਆਦਾ। ਫਿਰ ਯੂਨੀਅਨ ਨੂੰ ਇਹ ਹੁੰਦਾ ਆ ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਕੁਐਸਚਨ ਕਰਦੇ ਹੋ, ਜਦੋਂ ਸਾਡਾ ਨਵਾਂ ਕਲੈਕਟਿਵ ਐਗਰੀਮੈਂਟ ਹੁੰਦਾ ਆ ਉਦੋਂ ਉਹ ਸਾਨੂੰ ਚਿੱਠੀਆਂ ਪਾਉਂਦੇ ਆ, ਘਰੀ ਵੀ ਚਿੱਠੀਆਂ ਪਾਉਂਦੇ ਆ, ਈਮੇਲਾਂ ਭੇਜਦੇ ਵੀ ਤੁਸੀਂ ਕੀ ਚਾਹੁੰਦੇ ਹੋ, ਤੁਹਾਡੇ ਲਈ ਅਸੀਂ ਕੀ ਗਾਹਾਂ ਮੰਗੀਏ। ਮਜਾਲਾ ਇਹ ਕੋਈ 100 ਚੋਂ ਇੱਕ ਹੋਊ ਜੇ ਕੋਈ ਭੇਜੂਗੀ ਵੀ ਸਾਡੇ ਲਈ ਆਹ ਕਰ ਦੋ, ਨਹੀਂ ਕੋਈ ਪੇਰੈਂਟ ਚੱਕ ਕੇ ਘਰ ਵਿੱਚ ਪਾ ਦਿੰਦੇ ਹੋਣਗੇ। ਯੂਨੀਅਨ ਆਪਦੀ ਮਰਜ਼ੀ ਨਹੀਂ, ਜੋ 2-4 ਬੰਦੇ ਜੋ ਅਪਡੇਟ ਉਹਨਾਂ ਨੂੰ ਭੇਜਦੇ ਆ ਉਹ ਪੁਆਇੰਟ ਲੈ ਕੇ ਉਹ ਗਾਹਾਂ ਅਗਰੀਮੈਂਟ ਕਰਨ ਲੱਗ ਜਾਂਦੇ। ਫਿਰ ਕਿਉਂਕਿ ਜੇ ਤੁਸੀਂ ਇਨਪੁਟ ਹੀ ਨਹੀਂ ਦੇਣੀ ਹੈਗੀ ਕਿਸੇ ਚੀਜ਼ ਦੀ। ਇਹ ਹੋਮ ਸਪੋਰਟ ਦੀ ਜੌਬ ਵਿੱਚ 75% ਆਪਣੇ
ਪੰਜਾਬੀ ਵਰਕਰਾਂ ਜਾਂ ਪੀਜੀ ਵਾਲੀਆਂ ਲਾ ਲਓ, ਵਿੱਚ ਫਿਲਪੀਨਣਾ ਹੋਣਗੀਆਂ 10-15% ਜ਼ਿਆਦਾ ਆਪਣੇ ਪੰਜਾਬੀ ਲੋਕ ਕੰਮ ਕਰਦੇ ਆ। ਇਹ ਯੂਨੀਅਨ ਦੇ ਇਹਨਾਂ ਨੇ ਉਦੋਂ ਹੀ ਜਾਣਾ ਜਦੋਂ ਇਹਨਾਂ ਦੀ ਜੌਬ ਜਾਣ ਲੱਗੇ, ਬਸ। ਨਹੀਂ, ਕੋਈ ਨਹੀਂ ਯੂਨੀਅਨ ਦੇ ਜਾ ਕੇ ਰਾਜੀ ਹੈਗਾ, ਕੁਛ ਨਹੀਂ ਪੁੱਛਣਾ। ਜਦੋਂ ਟਰਬਲ ਪੈਂਦੀ ਆ ਆਪਦੇ ਤੇ ਪੈਂਦੀ ਆ ਉਦੋਂ ਬੋਲਣਾ। ਨਹੀਂ ਤਾਂ ਸਭ ਲੱਤਾਂ ਹੀ ਖਿੱਚਣ ਵਾਲੇ ਨੇ, ਬੈਕ ਸਟੈਬਿੰਗ, ਉਹਨੂੰ ਇੰਨੇ ਘੰਟੇ ਦਿੱਤੇ, ਮੈਨੂੰ ਇੰਨੇ ਘੱਟ ਦਿੱਤੇ ਆ, ਫਲਾਨੀ ਉੱਥੇ ਗਈ ਸੀ, ਉਹਦੀ ਮੈਂ ਕਾਰ ਉੱਥੇ ਦੇਖੀ ਆ, ਸਾਨੂੰ ਆਏ ਨਹੀਂ। ਬਾਕੀ ਟੱਬਰਾਂ ਦੇ ਟੱਬਰ ਕੰਮ ਕਰਦੇ, ਆਫਿਸ ਚ ਵੀ ਬਾਹਰ ਵੀ ਪਤਾ ਨਹੀਂ ਕੀ ਹੋ ਰਿਹਾ। ਪਰ ਇਹਨਾਂ ਵੇ ਤੁਹਾਨੂੰ ਆਪਦੀ ਪੈਰਵਾਹੀ ਆਪ ਕਰਨੀ ਪੈਂਦੀ ਆ। ਤੇ ਜਿਹੜੀਆਂ ਇਹ ਪੋਜੀਸ਼ਨਾਂ ਸਿਰਫ ਤਾਂ ਹੀ ਇਹਨਾਂ ਨੇ ਲਾਈਆਂ ਨੇ ਸਾਰਾ ਕੁਝ ਸੌਰਟ ਆਊਟ ਕਰਨ ਲਈ, ਬਿਕਾਜ਼ ਅਦਰਵਾਈਜ਼ ਬਹੁਤ ਕਸਮਾਨ ਆ ਏਦਾਂ ਪਿਆ ਹੋਇਆ ਪਹਿਲਾਂ ਦਾ ਹੀ। ਤੇ ਤੁਸੀਂ 20 ਸਾਲ ਪਹਿਲਾਂ ਜਦ ਲੱਗੇ ਹੋ ਕੰਮ ਕਰਨ, ਜਦ ਵੀ ਇਸ ਤਰ੍ਹਾਂ ਹੀ ਸੀ? ਵੀਰ ਜੀ ਉਦੋਂ ਵੀ ਇਸ ਤਰ੍ਹਾਂ ਹੀ ਸੀ। ਇਹ ਪਹਿਲਾਂ ਤੋਂ ਹੀ ਏਦਾਂ ਚੱਲਿਆ ਆਉਂਦਾ ਆ। ਇਹ ਹੋਮ ਦੀ ਜੌਬ ਨੂੰ ਫਿਕਸ ਕਰਨਾ ਬਹੁਤ ਔਖਾ ਆ, ਕਿਉਂਕਿ ਇੱਕਦਮ ਘੰਟੇ ਘੱਟ ਜਾਂਦੇ ਨੇ, ਇੱਕਦਮ ਘੰਟੇ ਵੱਧ ਜਾਂਦੇ ਨੇ। ਸੋ ਅਸੀਂ ਵੀ ਕਾਰਾਂ 'ਚ ਬੈਠੇ ਹਾਂ, ਸਾਡੀ ਵੀ 12-12 ਘੰਟੇ ਦੀ ਵਿੰਡੋ ਲਈ ਅਸੀਂ ਵੀ ਬਹੁਤ ਨਿਆਣੇ ਆਪਦੇ ਰੋਲੇ ਆ। ਪਰ ਉਹ ਹੁਣ ਐਕਚੁਅਲੀ ਅੱਗੇ ਨਾਲੋਂ ਕੰਮ ਹੁਣ ਬਹੁਤ ਸੌਖਾ ਹੋਇਆ। ਅਸੀਂ ਤਾਂ ਕੰਮ ਬਹੁਤ ਕੀਤਾ ਹੈ ਹੁਣ ਤਾਂ ਕੁੜੀਆਂ, ਹੁਣ ਤਾਂ ਇਹਨਾਂ ਦਾ ਕੰਮ ਵੀ ਬਹੁਤ ਸੌਖਾ ਆ। ਹਾਂ, ਫਿਰ ਉਹੀ ਉਹਨਾਂ ਨੇ ਟਾਈਮ ਵੀ ਘੱਟ ਕਰਤਾ। ਹੁਣ ਜੇ ਤੁਸੀਂ ਰਹਿਣਾ ਹੀ ਘੰਟੇ ਦੀ ਵਿਜ਼ਿਟ, ਜੇ ਰਹਿਣਾ ਹੀ ਅੰਦਰ 20 ਮਿੰਟ ਆ, 20 ਮਿੰਟ ਬਾਅਦ ਬਾਹਰ ਮਾੜਾ ਕੀਤਾ, 20 ਮਿੰਟ ਬਾਅਦ ਬਾਹਰ ਆ ਕੇ ਘਰ ਪੈ ਜਾਣਾ ਜਾਂ ਲਿਖ ਦੇਣਾ ਡਿਸਮਿਸ ਅਰਲੀ, ਚਲੇ ਜਾਣਾ। ਨਾ ਅੰਦਰ ਵੀ ਤੁਸੀਂ ਬੈਠੋ, ਅਗਲੇ ਨਾਲ ਗੱਲਬਾਤ ਕਰੋ। ਉਹ ਵੀ ਲੋਨ ਨੇ, ਬੁੜੇ ਆ, ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰੋ। ਬਾਕੀ ਲੰਚ ਬ੍ਰੇਕ ਤਾਂ ਬਹੁਤ ਘੱਟ ਚਾਹੁੰਦੇ ਨੇ। ਅਗਲਾ ਕਹਿੰਦਾ ਜੇ ਇੱਥੋਂ ਅਰਲੀ ਲੀਵ ਕਰ ਲਿਆ ਤਾਂ ਗਾਹਾਂ ਇਹਦੇ ਜਾ ਕੇ ਆਪਦਾ ਫਿਨਿਸ਼ ਕਰੋ, ਗਾਹਾਂ ਹੋ ਜਾਓ, ਆਪਦੀ ਸ਼ਿਫਟ ਫਿਨਿਸ਼ ਕਰੋ, ਘਰ ਨੂੰ ਫਿਰ ਜਾਓ। ਕੋਈ ਅਰਲੀ ਵੀ ਤੋੜ ਦਿੰਦਾ, ਕਲਾਇੰਟ ਕਾਰ 'ਚ ਬਹਿ ਕੇ ਖਾ ਲਓ, ਅੰਦਰ ਲੈ ਜਾਓ, ਕੋਈ ਤੁਹਾਨੂੰ ਰੋਕਦਾ ਨਹੀਂ ਗਾ। ਗੋਰੇ ਇੰਨਾ ਤੁਹਾਡੀ ਰਿਸਪੈਕਟ ਕਰਦੇ ਆ, ਚਾਹ ਬਣਾ ਲਓ, ਕਾਫੀ ਆਫਰ ਕਰਦੇ ਆ, ਤੁਸੀਂ ਆਪਦੀ ਚੀਜ਼ ਲੈ ਲਓ, ਸੂਪ ਵਗੈਰਾ ਤੱਤਾ ਕਰਕੇ ਜੋ ਮਰਜ਼ੀ ਬਹਿ ਕੇ ਖਾ ਲਓ, ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ। ਇੰਨੀ ਤੁਹਾਡੀ ਜੌਬ, ਤੁਹਾਡੀ ਉਹ ਰਿਸਪੈਕਟ ਕਰਦੇ ਨੇ, ਥੈਂਕ ਯੂ ਕਰਦੇ ਨੇ, ਤੁਸੀਂ ਸਾਡੀ ਹੈਲਪ ਕਰਦੇ ਹੋ। ਹਾਂ, ਪੰਜਾਬੀਆਂ ਨਾਲ ਥੋੜਾ ਜਿਹਾ ਹੈਗਾ ਆ, ਹੈ ਤੁਹਾਨੂੰ ਏਦਾਂ ਟ੍ਰੀਟ ਕਰਦੇ ਆ ਵੀ ਕਹਿੰਦੇ ਆ ਵੀ ਸ਼ਾਬਰ ਤਾਂ ਕੀ ਲੈਣਾ, ਹੈਲਪ, ਬਾਕੀ ਸਫਾਈ ਕਰ ਦੋ, ਰੋਟੀ ਲਾ ਦੋ। ਉਹਦੇ ਲਈ ਵੀ ਇਹਨਾਂ ਨੇ ਸਭ ਸੋਲੂਸ਼ਨ ਤਾਂ ਕੱਢਿਆ ਹੋਇਆ ਵੀ ਕੇਅਰ ਪਲਾਨ ਨਾਲ ਸਟਿਕ ਰਹੋ, ਸਾਰੇ ਕੇਅਰ ਪਲਾਨ ਨਾਲ ਸਟਿਕ ਰਹੋ। ਪਰ ਕੇਅਰ ਪਲਾਨ ਨਾਲ ਨਹੀਂ ਹੁੰਦੇ। ਜੇ 5 ਕੇਅਰ ਪਲਾਨ ਸਟਿਕ ਹੁੰਦੇ ਨੇ ਤਾਂ 2 ਜ਼ਰੂਰ ਪਾਸੇ ਹੋ ਕੇ ਡਿਫਰੈਂਟ ਚੀਜ਼ਾਂ ਕਰਨ ਦੀ ਟਰਾਈ ਕਰਦੇ। ਧੰਨਵਾਦ ਜੀ, ਬਹੁਤ ਬਹੁਤ। ਤੁਸੀਂ ਇਹ ਵੀ ਲੱਗਦਾ ਮੇਰਾ ਥੈਂਕ ਯੂ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਸੀਂ ਆਪਣਾ ਤਜਰਬਾ ਦੱਸਿਆ। ਥੈਂਕ ਯੂ ਯੂ ਵੈਲਕਮ, ਬਾਏ ਬਾਏ। ਉਹਨਾਂ ਨੇ ਬਿਲਕੁਲ ਬਹੁਤ ਡਿਟੇਲ 'ਚ ਦੱਸਿਆ ਇਸ਼ੂ ਜਿਹੜੇ ਨੇ। ਪਰ ਉਹ ਹੁਣ ਇੱਕ ਮਨੁੱਖੀ ਫਿਤਰਤ ਹੈ, ਜਦ ਕਿਸੇ ਨੂੰ ਤੁਸੀਂ ਇੱਕ ਚੀਜ਼ ਦੇ ਦਿੱਤੀ ਜਾਂ ਉਦੋਂ ਘਟਣੀ ਹੈ, ਘਟੀ ਤੇ ਤੁਸੀਂ ਕਰੀ ਚੱਲੋ। ਕਾਰਨ ਇੱਕ ਸਭ ਤੋਂ ਵੱਡਾ ਇਸ਼ੂ ਇਹ ਹੈ ਕਿ ਖਰਚੇ ਵੱਧ ਗਏ। ਖਰਚਿਆਂ ਦੀ ਗੱਲ ਮੈਂ ਪਹਿਲੇ ਸ਼ੋਅ ਵਿਆਹ ਦੀ ਗੱਲ ਕਰਦਾ ਸੀ। ਖਰਚੇ ਕਿੱਥੇ ਗਏ? 2 ਲੱਖ ਦਾ ਘਰ ਤੁਹਾਨੂੰ 15 ਲੱਖ ਦਾ ਮਿਲਦਾ, ਸਰਵਾਈਵਿੰਗ ਕਿਵੇਂ ਹੋਏਗੀ? ਹੁਣ ਜੇ ਕਿਸੇ ਦੇ 20 ਘੰਟੇ ਤੋਂ ਅਗਲੇ ਨੇ ਮਿਹਨਤ ਕਰਕੇ 25 ਕਰ ਲਏ, 40 ਕਰ ਲਏ, ਹੁਣ 40 ਤੋਂ ਜਾਂ ਉਹਦੇ ਘਟਦੇ ਨੇ, ਉਹਨੂੰ ਬੌਦਰ ਕਰਦਾ। ਹੁਣ ਅੱਛਾ, ਪਿੱਛੇ ਉਹ ਵੀ ਲਾਈਨ ਬੈਠੀ ਆ ਜਿਹੜੇ ਹਲੇ ਕੈਜੂਅਲ ਨੇ, ਉਹਨਾਂ ਨੇ ਅਗਲੀ ਲਾਈਨ 'ਚ ਜਾਣਾ। ਪਰ ਕੀ ਇਹ ਚੇਂਜ ਹੋਇਆ 20 ਸਾਲ? 20 ਸਾਲ ਪਹਿਲਾਂ ਵੀ ਇਸ ਤਰ੍ਹਾਂ ਹੀ ਸੀ। ਇੱਕ ਜਿਹੜੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਇਹਨਾਂ ਦੀ, ਵੀ ਜਿਹੜੀ ਸਾਡੀ ਥੋੜੀ ਜਿਹੀ ਆਪੋ ਧਾਪ ਆ ਨਾ, ਇਹਨੂੰ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕਰੀਏ ਨਾ, ਸੋਚੀਏ ਵੀ ਮੇਰੀ ਇਹ ਨੇਸ਼ਨਹੁੱਡ ਹੈ, ਮੇਰਾ ਬ੍ਰਦਰਹੁੱਡ ਹੈ, ਮੇਰੀ ਸਿਸਟਰਹੁੱਡ ਹੈ, ਮੈਨੂੰ ਮੇਰੇ ਨਾਲ ਇਹਦਾ ਵੀ ਹੋ ਜਵੇ, ਮੇਰੇ ਖਿਆਲ 100 ਹੋ ਸਕਦਾ। ਜਿਹੜੀ ਰਿਸ਼ਤੇਦਾਰੀਆਂ ਵਾਲੀ ਗੱਲ ਬਈ ਮੈਂ ਉਹ ਤਾਂ ਮੈਂ ਪਿਛਲੇ ਸਾਲ ਵੀ ਵੇਖਿਆ। ਪਿਛਲੇ ਸਾਲ ਵੀ ਗੱਲ ਜਦ ਕੀਤੀ ਸ਼ੁਰੂ ਤਾਂ ਇੱਥੇ ਦਫ਼ਤਰ ਤੇ ਜਿਹੜੀ ਗੱਲ ਚੱਲ ਪਈ, ਜਿਹੜਾ ਸਰੀ ਵਾਲਾ ਦਫ਼ਤਰ ਸੀ, ਅੱਛਾ ਉੱਥੇ ਗੱਲ ਕਰਦੀਆਂ, ਤੂੰ ਤੈਨੂੰ ਐ ਕਰਾਂਗੇ, ਪਿੰਕ ਸਲਿੱਪ ਮਿਲੂ, ਆਹ ਮਿਲੂ। ਹੋਈਆਂ ਗੱਲਾਂ ਮੈਂ ਵਿਦ ਐਵੀਡੈਂਸ ਉਹ ਚੀਜ਼ ਹੈ ਮੇਰੇ ਕੋਲ। ਤੁਸੀਂ ਫਲਾਣੀ ਬੋਲੀ, ਇਹ ਬੋਲੀ, ਇਹਦਾ ਮਤਲਬ ਗੁਲਾਮੀਆਂ ਕੋਈ ਬੋਲ ਨਹੀਂ ਸਕਦਾ। ਉਹ ਉਸ ਸਮੇਂ ਚੱਲੀ ਗੱਲ, ਪਰ ਉਹ ਇੰਨੀ ਮੈਸ ਦਾ ਪਤਾ ਨਹੀਂ ਸੀ ਉੱਪਰ, ਤੇ ਜਦ ਪਤਾ ਲੱਗਿਆ ਉਹਨਾਂ ਨੇ ਠੀਕ ਕਰ ਦਿੱਤਾ। ਇਹ ਵੀ ਇਸ਼ੂ ਹੈ, ਇਹਦਾ ਵੀ ਇਸ਼ੂ ਹੈ। ਤੁਸੀਂ ਜਿਹੜੇ ਇੱਕ ਬੰਨੇ ਜਿਹੜੀ ਐਸੈਂਸ਼ੀਅਲ ਵਰਕਰ 'ਚ ਸਭ ਤੋਂ ਵੱਡੀ ਡਿਮਾਂਡ ਹੈ ਜਿਹੜੀ ਹੋਣਾ, ਉਹ ਹੈਲਥ ਕੇਅਰ ਵਰਕਰਸ ਦੀ ਹੈ। ਇਹ ਗੱਲ ਜਿਹੜਾ ਵੀ ਜੇ ਤੁਸੀਂ ਕਸਟਮਰ ਤੁਹਾਡੇ ਤੁਸੀਂ ਗੋਰਿਆਂ ਦੇ ਕੋਲ ਜਾਂਦੇ ਹੋ, ਓਬਵੀਅਸਲੀ ਤੁਸੀਂ ਉਹ ਤੁਹਾਨੂੰ ਨਹੀਂ ਕਹਿੰਦੇ ਕੇਅਰ ਪਲਾਨ ਤੋਂ ਬਾਹਰ ਜਾਣ ਲਈ, ਤੁਹਾਨੂੰ ਸਤਿਕਾਰ ਦਿੰਦੇ ਆ, ਤੁਹਾਨੂੰ ਕਹਿੰਦੇ ਵੀ ਆ ਸਾਨੂੰ ਸੂਪ ਦੇ ਗਰਮ ਕਰਕੇ, ਤੂੰ ਲੈ ਲੈ, ਕੌਫੀ ਲੈ ਲੈ, ਗੱਲਬਾਤ। ਬਾਕੀ ਹਰ ਜਗ੍ਹਾ ਤੁਹਾਡੀ ਆਪਣੀ ਡੀਲਿੰਗ ਆ ਜਿਵੇਂ ਤੁਸੀਂ ਕਰਨੀ।
ਚਲੋ ਇਹ ਮੈਂ ਕਿਸੇ ਦਿਨ ਹੋਰ ਕਰੂੰਗਾ ਵੀ ਵਰਕਰਸ ਦਾ ਸਤਿਕਾਰ ਕਿਵੇਂ ਕਰਨਾ, ਇਹ ਮੈਂ ਗੱਲ ਕਿਸੇ ਦਿਨ ਹੋਰ ਕਰੂੰ। ਪਰ ਅੱਜ ਮੈਂ ਇਸ ਤੇ ਹੀ ਗੱਲ ਕਰਨੀ ਚਾਹੁੰਦਾ। ਇੱਕ ਹੁਣ ਇਹਨਾਂ ਨੇ ਆਪਣਾ ਪ੍ਰਤੀਕ ਦੱਸਿਆ ਵੀ ਇਸ ਤਰ੍ਹਾਂ ਵੀ ਹੈ, ਹੋਰ ਵਰਕਰਸ ਵੀ ਫੋਨ ਕਰਕੇ ਦੱਸਣ ਵੀ ਇਹਨਾਂ ਦੀ ਗੱਲ ਜੇ ਉਹਨਾਂ ਨੂੰ ਨਹੀਂ ਸੂਤ ਬੈਠੀ ਤੇ ਕਿਸ ਤਰ੍ਹਾਂ ਇਹ ਠੀਕ ਹੋ ਸਕਦੀ। ਆਪਾਂ ਇਸ ਤੇ ਇਹ ਇਸ਼ੂ ਜਿਹੜਾ ਹੈ ਇਹ ਬਿਨਾ ਪੇਨ ਤੋਂ ਨਹੀਂ ਹੈ, ਕੋਈ ਨਹੀਂ ਕਿਸੇ ਨੂੰ ਕਹਿੰਦਾ। ਇਹ ਗੱਲ ਜਦ ਚੱਲ ਰਹੀ ਹੈ, ਪਿਛਲੇ ਹਫ਼ਤੇ ਦੇ ਮੈਨੂੰ ਸੁਨੇਹੇ ਆ ਰਹੇ, ਮੈਂ ਤਾਂ ਇਹਨੂੰ ਕੱਲ ਸ਼ੁਰੂ ਕੀਤਾ। ਅੱਛਾ, ਹੈਲਥ ਕੇਅਰ ਏਰੀਏ ਦਾ ਇਹ ਫਰਕ ਹੈ। ਹੁਣ ਲੈਂਗਲੀ ਤੋਂ ਮੈਸੇਜ ਨੇ, ਉਹ ਕਹਿੰਦੇ ਸਾਨੂੰ ਕੋਈ ਇਸ਼ੂ ਨਹੀਂ, ਪਰ ਸਾਨੂੰ ਸਕੈਜੂਲਰ ਦਾ ਬਹੁਤ ਵੱਡਾ ਇਸ਼ੂ। ਸਾਨੂੰ ਆਊਟ ਆਫ ਏਰੀਆ ਜਿੱਥੇ ਅਸੀਂ ਰਹਿੰਦੇ ਆ ਉਸ ਤੋਂ ਛੱਡ ਕੇ 20 ਮਿੰਟ ਲਈ 20 ਕਿਲੋਮੀਟਰ ਦੂਰ ਜਾਣਾ ਪੈਂਦਾ, ਉੱਥੇ 4 ਮਿੰਟ ਉੱਪਰ ਹੋ ਗਏ, ਰਾਹ ਦੇ ਵਿੱਚ ਟ੍ਰੈਫਿਕ ਹੋਈ, ਫੇਰ ਹੋਰ ਕੋਈ ਇਸ਼ੂ ਨਹੀਂ। ਸਰੀ ਦੇ ਵਿੱਚ ਅਲੱਗ ਕਿਸਮ ਦਾ ਇਸ਼ੂ ਹੈ, ਐਪਸਫੋਰਡ ਹੋਰ ਅਲੱਗ ਕਿਸਮ ਦਾ ਇਸ਼ੂ ਹੈ। ਲਾਈਨ ਨੰਬਰ 2 ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਰੀ ਦੇ ਜਿੰਨੇ ਵੀ ਕਮਿਊਨਿਟੀ ਹੈਲਥ ਵਰਕ ਕਰਦੇ ਹੈਗੇ ਆ, ਸਾਡੇ ਜਿਹਦਾ ਇਸ਼ੂ ਇੱਕ ਨਹੀਂ ਹੈਗੇ ਗੇ, ਇਸ਼ੂ ਬਹੁਤ ਜ਼ਿਆਦਾ ਹੈਗੇ ਆ। ਉਹਨਾਂ ਦੀ ਰੀਜ਼ਨ ਵੀ ਵੱਖਰੇ ਵੱਖਰੇ ਹੈਗੇ ਆ। ਸੋ ਫਸਟ ਆਫ ਆਲ ਨੰਬਰ 1 ਤੇ ਜਿਹੜੀਆਂ ਹੁਣ ਪੋਜੀਸ਼ਨ ਨਿਕਲੀਆਂ ਹੈਗੀਆਂ ਉਹਦੇ ਵਿੱਚ ਮੋਸਟ ਆਫ ਦਾ ਬਿਗ ਨੰਬਰ ਆਫ ਜਿਹੜੇ EMPLOYE ਹੈਗੇ ਉਹ ਸੈਟੀਸਫਾਈਡ ਨਹੀਂ ਹੈਗੇ। ਬਿਕੋਜ਼ ਬਾਕੀ ਦੀ ਯੂਨੀਅਨ ਦੀ ਗੱਲ, ਅਸੀਂ ਯੂਨੀਅਨ ਨੂੰ ਵੀ ਕੁਐਸਚਨ ਮੈਂ ਪੁੱਛਿਆ ਸੀਗਾ ਕਿ ਜਦੋਂ ਵੀ ਉਹ ਕੋਈ ਡਿਸੀਜਨ ਲਿਆ ਜਾਂਦਾ ਆ, ਜਦੋਂ ਸਾਡਾ EMPLOYER ਸਾਡੇ ਬਾਰੇ ਕੋਈ ਡਿਸੀਜਨ ਲਿਆ ਜਾਂਦਾ ਹੈਗਾ ਆ, ਤੇ ਤੁਸੀਂ ਸਾਨੂੰ ਉਹਦੇ ਬਾਰੇ ਇਨਫੋਰਮ ਕਿਉਂ ਨਹੀਂ ਕਰਦੇ ਹੈਗੇ, ਜਿਹੜਾ ਕਿ ਯੂਨੀਅਨ ਨਹੀਂ ਕਰਦੀ ਹੈਗੀ। ਜਦੋਂ ਤੁਹਾਨੂੰ ਇਹ ਕੁਐਸਚਨ ਕੀਤਾ ਗਿਆ ਕਿਹੜੀਆਂ ਪੋਜੀਸ਼ਨ ਸੀਗੀਆਂ, ਤੁਸੀਂ ਇਹਨਾਂ ਬਾਰੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਉਹਨਾਂ ਦਾ ਇੱਕ ਸਿੰਪਲ ਸ਼ੂਗਰ ਕੋਟਡ ਆਨਸਰ ਸੀਗਾ ਕਿ ਅਸੀਂ ਸਿਰਫ ਇੱਕ ਯੂਨੀਅਨ ਆ, ਅਸੀਂ ਸਿਰਫ ਸੁਜੈਸ਼ਨ ਦੇ ਸਕਦੇ ਹਾਂ ਤੁਹਾਡੇ EMPLOYER ਨੂੰ, ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਹੈਗੇ ਕਿ ਤੁਸੀਂ ਹਾਂ ਇਹੀ ਡਿਸੀਜਨ ਤੁਸੀਂ ਲਵੋ। ਔਰ ਸੈਕੰਡਲੀ ਭਾਜੀ ਮੋਸਟਲੀ ਦਾ ਕਿਉਂਕਿ ਜਿਹੜੀ ਸਰਵਿਸ ਹੁੰਦੀ ਆ ਇਹ ਡੋਰ ਟੂ ਡੋਰ ਸਰਵਿਸ ਹੁੰਦੀ ਆ। ਸਾਡਾ ਹਰ ਰੋਜ਼ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਆ, ਡਿਫਰੈਂਟ ਫੈਮਿਲੀਜ਼ ਨਾਲ ਵਾਹ ਪੈਂਦਾ ਹੈਗਾ ਗਾ, ਕਿਉਂਕਿ ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਹਨਾ। ਕਿਸੇ ਦਾ ਥਿੰਕਿੰਗ ਲੈਵਲ ਕੀ ਹੁੰਦਾ ਆ, ਕੋਈ ਕਿਸੇ ਤਰ੍ਹਾਂ ਅੰਡਰਸਟੈਂਡ ਕਰਦਾ ਹੈਗਾ ਗਾ। ਪਰ ਜਿਹੜੀ ਅੱਜ ਦੀ ਜਿਹੜੀ ਮੇਨ ਡਿਮਾਂਡ ਹੈਗੀ ਆ ਕਿ ਜਿੰਨੀ ਸਾਨੂੰ ਕਮਿਊਨਿਟੀ ਹੈਲਥ ਵਰਕਰ ਨੂੰ ਰਿਸਪੈਕਟ ਦੀ ਲੋੜ ਹੈਗੀ ਆ, ਉਹ ਨਹੀਂ ਮਿਲਦੀ ਹੈਗੀ। ਔਰ ਸਮ ਟਾਈਮ ਜਦੋਂ ਸਾਨੂੰ ਕੋਈ ਇਸ਼ੂ ਫੈਮਿਲੀ ਨਾਲ ਆਉਂਦਾ ਆ ਜਾਂ ਕੋਈ ਹੋਰ ਚੀਜ਼ ਆਉਂਦੀ ਹੈਗੀ ਆ, ਜਦੋਂ ਅਸੀਂ ਉਹਦੀ ਰਿਪੋਰਟ ਕਰਦੇ ਹਾਂ ਆਪਣੇ ਸੁਪਰਵਾਈਜ਼ਰਾਂ ਨੂੰ, ਕੁਛ ਹੁੰਦਾ ਹੈਗਾ ਗਾ, ਤਾਂ ਮੋਸਟ ਆਫ ਦਾ ਟਾਈਮ ਕੀ ਹੁੰਦਾ, ਸਾਨੂੰ ਉਹ ਸਪੋਰਟ ਸਾਡੇ ਆਫਿਸ ਤੋਂ ਨਹੀਂ ਮਿਲਦੀ ਹੈਗੀ। ਉਦੋਂ ਉਹ ਸਾਨੂੰ ਦਬਾਉਂਦੇ ਹੈਗੇ ਆ ਇੱਕ ਕਿਸਮ ਦਾ। ਫੋਰ ਐਗਜ਼ਾਮਪਲ ਅਗਰ ਸਾਨੂੰ ਅਸੀਂ ਕੋਈ ਮੈਂਟਲੀ ਅਬਿਊਜ਼ ਹੁੰਦੇ ਹੈਗੇ ਆ ਜਾਂ ਕੁਛ ਹੋਰ ਹੁੰਦਾ ਆ, ਜਾਂ ਸਾਨੂੰ ਆਊਟ ਆਫ ਦਾ ਕੇਅਰ ਪਲਾਨ ਕੰਮ ਕਰਨ ਲਈ ਕਿਹਾ ਜਾਂਦਾ ਹੈਗਾ ਆ, ਜਦੋਂ ਅਸੀਂ ਉਹਨਾਂ ਚੀਜ਼ਾਂ ਦੀ ਰਿਪੋਰਟ ਕਰਦੇ ਹਾਂ ਤਾਂ ਉਲਟਾ ਉਹ ਸਾਨੂੰ ਕੋਚਿੰਗ ਦੇ ਦਿੰਦੇ ਆ ਕਿ ਇਸ ਕੰਮ ਨੂੰ ਏਦਾਂ ਕਰੋ ਜਾਂ ਓਦਾਂ ਕਰੋ। ਕਦੀ ਵੀ ਉਹ ਸਟਰੋਂਗ ਮੈਸੇਜ ਫੈਮਿਲੀ ਨੂੰ ਨਹੀਂ ਦਿੰਦੇ ਹੈਗੇ ਕਿ ਕਿਉਂਕਿ ਅਗਰ ਅਜੀ ਥੋੜੀ ਕਲੈਰਿਟੀ ਦੀ ਜ਼ਰੂਰਤ ਹੈ ਐਂਡ ਥੋੜੀ ਜਿਹੀ ਗਟਸ ਦੀ ਲੋੜ ਆ, ਥੋੜੀ ਜਿਹੀ ਸਟਰੋਂਗ ਡਿਸੀਜ਼ਨਾਂ ਦੀ ਲੋੜ ਹੈਗੀ ਆ ਜਿਹੜੀ ਕਿ ਸਿੰਪਲ ਹੈ, ਵੈਰੀ ਕਲੀਅਰ। ਜੇ ਉਹ ਡਿਸੀਜ਼ਨ ਲੈ ਲਏ ਜਾਣ ਆਈ ਥਿੰਕ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਹੈਗੀਆਂ ਆ, ਇਸ਼ੂ ਹੈਗੇ ਆ, ਉਹ ਸੋਲਵ ਕੀਤੇ ਜਾ ਸਕਦੇ ਇਨ ਸਿੰਪਲ ਵੇ। ਪ੍ਰੋਬਲਮ ਇਹੀ ਹੈਗੀ ਆ ਕੋਈ ਸਟੈਂਡ ਨਹੀਂ ਕਰਦਾ, ਕੋਈ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਫੋਲੋ ਅਪ ਨਹੀਂ ਕਰਦਾ ਹੈਗਾ। ਜਿਹੜੇ ਇਹਨਾਂ ਦਾ ਫਿਰ ਜੀ ਇਹ ਕਿਵੇਂ ਸੋਲੂਸ਼ਨ ਕਿਵੇਂ ਕਰਾਂਗੇ ਫਿਰ? ਇਹ ਜੇ ਬਹੁਤ ਰੀਜ਼ਨ ਨੇ, ਪਰ ਇਵੈਂਚੁਅਲੀ ਜਿਹੜੀ ਮੈਨੇਜਮੈਂਟ ਆ, ਸੁਪਰਵਾਈਜ਼ਰ ਨੇ, ਸਕੈਜੂਲਰ ਨੇ, ਤੁਹਾਡੇ ਉੱਪਰ ਯੂਨੀਅਨ ਹੈ, ਉਹ ਇਹੀ ਕੰਮ ਲਈ ਬੈਠੀਆਂ ਨਾ ਵੀ ਤੁਹਾਡਾ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ। ਹਾਂਜੀ, ਪਰ ਭਾਜੀ ਜਿਹੜੀ ਨਾ ਬੇਸਿਕ ਜਿਹੜੀਆਂ ਪ੍ਰੋਬਲਮ ਹੈਗੀਆਂ ਆ ਉਹਨਾਂ ਦੇ ਵੀ ਤੁਸੀਂ ਜਿੱਦਾਂ ਪਹਿਲਾਂ ਡਿਸਕਸ ਕੀਤੀ ਹੈਗੀ ਆ, ਸਾਲਾਂ ਤੋਂ ਉਹੀ ਇਸ਼ੂ ਆ, ਉਹੀ ਪ੍ਰੋਬਲਮ ਆ। ਅਗਰ ਉਹ ਨਹੀਂ ਉਹਨਾਂ ਦਾ ਕੋਈ ਸੋਲੂਸ਼ਨ ਲੱਭ ਰਿਹਾ ਹੈਗਾ ਗਾ ਤਾਂ ਫਿਰ ਕਿਤੇ ਨਾ ਕਿਤੇ ਤਾਂ ਇਹ ਹੁੰਦਾ ਹੈਗਾ ਕਿ ਜਿਹੜਾ ਸਾਡਾ EMPLOYER ਹੈਗਾ ਆ ਉਹ ਗੱਲ ਨੂੰ ਸੀਰੀਅਸਲੀ ਨਹੀਂ ਲੈ ਰਿਹਾ ਹੈਗਾ ਗਾ। ਕਿਉਂਕਿ ਸਿੰਪਲ ਹੁੰਦਾ ਆ ਭਾਜੀ, ਜਦੋਂ ਸਾਡੇ ਕੋਲੋਂ ਅਸੀਂ ਕਿਸੇ ਨੂੰ ਸਰਵਿਸ ਦੇਣ ਲਈ ਘਰ ਜਾਂਦੇ ਹੈਗੇ ਆ, ਉਸ ਤੋਂ ਪਹਿਲਾਂ ਸਾਡੇ ਜਾਣ ਤੋਂ ਪਹਿਲਾਂ ਉਹਦਾ ਕੇਅਰ ਪਲਾਨ ਬਣਾਇਆ ਜਾਂਦਾ ਹੈ ਜਿਹੜਾ ਕਿ OT ਡਿਸਾਈਡ ਕਰਦੀ ਆ ਪ੍ਰੋਪਰ ਤਰੀਕੇ ਨਾਲ। ਸਾਰਾ ਉਹ ਇੱਕ ਟੀਮ ਵਰਕ ਹੁੰਦਾ ਹੈ। ਪਰ ਉਸ ਵੇਲੇ ਭਾਜੀ ਇੱਕ ਸਿੰਪਲ ਮੈਸੇਜ ਦੇਣ ਦੀ ਲੋੜ ਹੁੰਦੀ ਫੈਮਿਲੀ ਨੂੰ, ਸਾਡੇ ਵਰਕਰ ਨੇ ਇੰਨੇ ਟਾਈਮ ਤੇ ਆਉਣਾ ਆ, ਆਹ ਉਹਦੀਆਂ ਡਿਊਟੀਜ਼ ਆ, ਉਹਨੇ ਆਹ ਹੀ ਡਿਊਟੀ ਕਰਨੀਆਂ ਹੈਗੀਆਂ। ਉਸ ਤੋਂ ਵੱਧ ਤੁਸੀਂ ਜ਼ਿਆਦਾ ਕੋਈ ਡਿਮਾਂਡ ਨਹੀਂ ਕਰਨੀ ਹੈਗੀ।
ਪਰ ਇਹਦੀ ਆਪੋਜ਼ਿਟ ਭਾਜੀ ਕੀ ਹੁੰਦਾ, ਫੈਮਿਲੀ ਓਵਰ ਡਿਮਾਂਡਿੰਗ ਹੁੰਦੀਆਂ ਆ, ਉਹ ਡਿਮਾਂਡ ਕਰਦੀਆਂ ਕੇਅਰ ਪਲਾਨ ਤੋਂ। ਪਰ ਮੈਂ ਇਸ ਗੱਲ ਨਾਲ ਵੀ ਐਗਰੀ ਕਰਦੀ ਆ ਕਿ ਕੁਝ ਵਰਕਰ ਬਹੁਤ ਸਟ੍ਰਿਕਟ ਹੁੰਦੇ ਆ, ਉਹ ਕੇਅਰ ਪਲਾਨ ਨੂੰ ਫੋਲੋ ਕਰਦੇ ਆ, ਉਹ ਕਹਿੰਦੇ ਕਿ ਨਹੀਂ ਜੀ ਇਹ ਚੀਜ਼ ਕੇਅਰ ਪਲਾਨ 'ਚ ਹੈ ਨਹੀਂ, ਅਸੀਂ ਨਹੀਂ ਕਰਨੀ ਹੈਗੀ। ਪਰ ਕੁਝ ਵਰਕਰ ਕਰਦੇ ਹੈਗੇ ਆ, ਕੁਝ ਵਰਕਰ ਜਦੋਂ ਕਰ ਜਾਂਦੇ ਹੈਗੇ ਆ, ਗਲਤੀ ਕਰ ਜਾਂਦੇ ਹੈਗੇ ਆ, ਉਹਦੀ ਸਜ਼ਾ ਫਿਰ ਸਾਰਿਆਂ ਨੂੰ ਮਿਲਦੀ ਆ। ਪ੍ਰੋਬਲਮ ਵੀ ਭਾਜੀ ਜੇ ਮੰਨ ਲਓ ਤੁਹਾਨੂੰ ਕੋਈ ਇਸ਼ੂ ਆ ਗਿਆ ਫੈਮਿਲੀ ਦੇ ਨਾਲ, ਜਾਂ ਅਸੀਂ ਸੁਪਰਵਾਈਜ਼ਰ ਨੂੰ ਕੋਈ ਕੰਪਲੇਨ ਕਰਦੇ ਆ ਕਿ ਆਹ ਇਸ਼ੂ ਸਾਨੂੰ ਆਉਂਦਾ ਹੈਗਾ ਗਾ, ਉੱਥੇ ਉਹ ਕੀ ਕਰਦੇ ਆ, ਚੀਜ਼ ਨੂੰ ਸਮਝਣ ਦੀ ਬਜਾਏ, ਉਹਦਾ ਸੋਲੂਸ਼ਨ ਲੱਭਣ ਦੀ ਬਜਾਏ ਉਹ ਕੀ ਕਰਦੇ ਆ, ਸਿੱਧਾ ਜਿਹੜਾ ਵਰਕਰ ਹੁੰਦਾ ਉਹਨੂੰ ਡੂ ਨਾਟ ਸੈਂਡ ਲਿਸਟ ਵਿੱਚ ਪਾ ਦਿੰਦੇ ਆ ਕਿ ਇਸ ਵਰਕਰ ਨੇ ਦੁਬਾਰਾ ਇਸ ਘਰ ਵਿੱਚ ਨਹੀਂ ਜਾਣਾ ਹੈਗਾ ਗਾ। ਉਹ ਮੋਸਟਲੀ ਵਰਕਰ ਡਰ ਜਾਂਦੇ ਹੈਗੇ ਕਿ ਜੇ ਸਾਨੂੰ ਇਦਾਂ 3-4 ਹੋਰ ਜਿਹੜੇ ਕਲਾਇੰਟ ਹੈਗੇ ਆ, ਜੇ ਸਾਡਾ ਨਾ ਡੂ ਨਾਟ ਸੈਂਡ ਲਿਸਟ ਵਿੱਚ ਆ ਗਿਆ ਤੇ ਸਾਡੇ ਟਾਵਰ ਚਲੇ ਜਾਣੇ ਆ। ਉਹ ਵਿਚਾਰੇ ਆਪਣੇ ਆਵਰ ਬਚਾਉਣ ਦੇ ਲਈ ਸਮ ਟਾਈਮ ਜਿਹੜਾ ਕੇਅਰ ਪਲਾਨ 'ਚ ਚੀਜ਼ਾਂ ਨਹੀਂ ਹੁੰਦੀਆਂ ਉਹ ਕਰ ਜਾਂਦੇ ਆ, ਜਿਹੜਾ ਕਿ ਐਕਚੁਅਲੀ ਰੋਂਗ ਹੈ ਕਿ ਨਹੀਂ ਕਰਨਾ ਚਾਹੀਦਾ ਹੈਗਾ ਗਾ। ਪਰ ਇਸੇ ਕਰਕੇ ਕਰਦੇ ਹੈਗੇ ਆ ਕਿ ਸਮਵੇਅਰ ਜਿਹੜਾ ਸਾਡਾ EMPLOYER ਆ ਜਾਂ ਸੁਪਰਵਾਈਜ਼ਰ ਆ, ਉਹ ਸਾਡੀ ਬੈਕ ਤੇ ਸਾਨੂੰ ਸਪੋਰਟ ਨਹੀਂ ਦਿੰਦਾ। ਅਗਰ ਸਾਡਾ ਸੁਪਰਵਾਈਜ਼ਰ ਕਵੇ ਕਿ ਨਹੀਂ ਅਸੀਂ ਟੀਮ ਆ, ਤੁਸੀਂ ਕੇਅਰ ਪਲਾਨ ਨੂੰ ਫੋਲੋ ਕਰਨਾ ਜਿੱਦਾਂ ਕਿ ਉਹ ਕਹਿੰਦੇ ਹੈਗੇ ਆ, ਪਰ ਜਦੋਂ ਅਸੀਂ ਕੰਪਲੇਨ ਕਰਦੇ ਆ ਕਿ ਸਾਨੂੰ ਆਹ ਕੰਮ ਆਊਟ ਆਫ ਦਾ ਕੇਅਰ ਪਲਾਨ ਕਰਨ ਨੂੰ ਕਿਹਾ ਜਾਂਦਾ ਆ, ਉਲਟਾ ਉਹ ਸਾਡੇ ਕੋਲੋਂ ਸਾਡੇ ਸਕੈਜੂਲ ਚੋਂ ਕਲਾਇੰਟ ਨਿਕਲ ਜਾਂਦਾ ਤੇ ਸਾਡਾ ਨਾ ਡੂ ਨਾਟ ਲਿਸਟ ਵਿੱਚ ਆ ਜਾਂਦਾ ਹੈਗਾ। ਸੋ ਸਿਰਫ ਇੰਨਾ ਹੀ ਭਾਜੀ ਬੇਸਿਕ ਜਿਹੀਆਂ ਚੀਜ਼ਾਂ ਆ, ਅਗਰ ਸਿੰਪਲ ਮੀਟਿੰਗ ਕੀਤੀ ਜਾਵੇ, ਉਹਨੂੰ ਦੱਸਿਆ ਜਾਏ ਕਿ ਫਸਟ ਆਹ ਇਸ਼ੂ ਹੈ ਜੀ, ਆਹ 2-3-4 ਲਾਈਨ ਬਣਾ ਕੇ ਉਹਨਾਂ ਨੂੰ ਦੱਸ ਦਿੱਤੇ ਜਾਣ, ਫਿਰ ਉਹਨਾਂ ਨੂੰ ਰੀਜ਼ਨ ਵੀ ਦੱਸੇ ਜਾਂਦੇ ਆ ਕਿ ਕਿਉਂ ਕੀਤੇ ਜਾਂਦੇ ਆ ਜਾਂ ਪ੍ਰੋਬਲਮ ਕਿਉਂ ਆਉਂਦੀਆਂ ਹੈਗੀਆਂ ਆ। ਪਰ ਸਮ ਵੇਅਰ ਭਾਜੀ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਵੀਕ ਆ, ਜਿਹੜੀ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਸਟਰੋਂਗ ਕਰਨ ਦੀ ਲੋੜ ਹੈਗੀ ਹੈ। ਇੱਕ ਸਟਰੋਂਗ ਡਿਸੀਜ਼ਨ ਲੈਣ ਦੀ, ਇੱਕ ਸਟਰੋਂਗ ਮੈਨੇਜਮੈਂਟ ਦੀ ਜ਼ਰੂਰਤ ਹੈਗੀ ਆ, ਜਿਹਨਾਂ 'ਚ ਗਟਸ ਹੋਵੇ, ਜਿਹੜੇ ਕਹਿਣ ਕਿ ਨਹੀਂ ਜਿਹੜੇ ਸਾਡੇ ਹੈਲਥ ਵਰਕਰ ਹੈਗੀ ਆ ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ। ਭਾਜੀ ਸਾਨੂੰ ਕਹਿੰਦੇ ਤੁਸੀਂ 100 ਦੀ ਗਿਣਤੀ ਦੇ ਵਿੱਚ ਹੈਗੇ ਆ। ਜੇ ਸੋਚਿਆ ਜਾਵੇ ਜਿਹੜੀ ਹੋਮ ਸਪੋਰਟ ਆ ਉਹ ਚੱਲਦੀ ਹੀ ਹੈਲਥ ਵਰਕਰਾਂ ਦੇ ਸਿਰ ਤੇ ਆ, ਕਿ ਸਪਾਈਨਲ ਕੋਡ ਆ ਆਪਣੇ EMPLOYERS ਦੀ, ਤੇ ਬਾਵਜੂਦ ਵੀ ਅਗਰ ਉਹ ਸਾਡੇ ਪੀਸ ਆਫ ਮਾਈਂਡ ਦੀ ਕੇਅਰ ਨਹੀਂ ਕਰਨਗੇ ਤੇ ਫਿਰ ਅਸੀਂ ਆਪਣੇ ਜਿਹੜੇ ਹੈਗੇ ਕਲਾਇੰਟ ਹੈਗੇ ਉਹਨਾਂ ਦੀ ਕਿੱਦਾਂ ਅਸੀਂ ਪ੍ਰੋਪਰ ਉਹਨਾਂ ਨੂੰ ਕੇਅਰ ਦੇ ਸਕਦੇ ਹਾਂ ਜੇ ਅਸੀਂ ਖੁਸ਼ ਨਹੀਂ ਹੈਗੇ ਵੀ। ਸੋ ਇਹ ਸਾਡੇ EMPLOYER ਦੀ ਇੱਕ ਸਿੰਪਲ ਡਿਊਟੀ ਬਣਦੀ ਆ ਕਿ ਉਹ ਆਪਣੇ ਵਰਕਰਾਂ ਦੀ ਟੇਕ ਕੇਅਰ ਕਰਨ, ਤਾਂ ਕਿ ਵਰਕਰ ਪ੍ਰੋਪਰ ਟੇਕ ਕੇਅਰ ਨਾ ਕਲਾਇੰਟਾਂ ਦੀ ਕਰਨ। ਸਿੰਪਲ ਹੈ। ਅੱਛਾ, ਜਿਹੜੀ ਸੀਨੀਅਰਿਟੀ ਦੀ ਗੱਲ ਹੈ, ਹੁਣ ਜਿਹੜੇ 10-10 ਸਾਲ ਦੇ ਕੰਮ ਕਰਦੇ ਆ ਉਹਨਾਂ ਨੂੰ ਜਦੋਂ ਕਦ ਹੋਣਗੇ ਜੀ, ਉਹ ਕੈਜੂਅਲ ਤੋਂ ਰੈਗੂਲਰ ਕਦ ਹੋਣਗੇ ਜਿਨ੍ਹਾਂ ਨੂੰ 10-10 ਸਾਲ ਹੋ ਗਏ? ਉਹ ਕਿਉਂ ਨਹੀਂ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ? ਕਿਹੜੀ ਅੜਚਣ ਹੈ ਫਰੇਜ਼ਰ ਹੈਲਥ ਕੋਲ ਦੀ ਰੈਗੂਲਰ ਪੋਸਟਾਂ ਦੀ? ਭਾਜੀ ਸਿਰਫ ਜਿਹੜੀ ਫਰੇਜ਼ਰ ਹੈਲਥ ਆ ਨਾ, ਉਹ ਸਮਵੇਅਰ ਜਿਹੜੇ ਹੈਗੇ ਆ ਟਾਈਮ ਕੱਟ ਕਰਦੀ ਪਈ ਹੈਗੀ ਆ ਤੇ ਸਿਰਫ ਮਨੀ ਸੇਵ ਕਰਦੀ ਹੈਗੀ ਆ। ਜਿਹੜੀਆਂ ਵਿਜ਼ਿਟ 1 ਆਵਰ ਦੀਆਂ ਸੀਗੀਆਂ 45 ਮਿੰਟ ਦੀਆਂ ਕਰਦੀਆਂ, ਔਰ ਇਹ ਇੱਕ ਬਹੁਤ ਜ਼ਿਆਦਾ ਆਫੁਲ ਐਕਸਪੀਰੀਅੰਸ ਹੈਗਾ ਆ ਕਿ ਇੱਕ ਕੈਜੂਅਲ ਵਰਕਰ ਆ, ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਆ, ਔਰ 10 ਸਾਲ ਹੋ ਗਏ ਉਹ ਕੈਜੂਅਲ ਦਾ ਕੈਜੂਅਲ ਹੀ ਆ, ਉਹਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਹੈਗਾ। ਔਰ ਮੈਂ ਲਾਸਟ ਮੀਟਿੰਗ ਦੇ ਵਿੱਚ ਯੂਨੀਅਨ ਨੂੰ ਇਹ ਕੁਐਸਚਨ ਕੀਤਾ ਸੀਗਾ ਕਿ ਤੁਸੀਂ ਕੋਈ ਕ੍ਰਾਈਟੇਰੀਆ ਸੈੱਟ ਕਰੋ। ਅਸੀਂ ਹੋਰ ਕੋਈ ਭਾਜੀ ਤੁਸੀਂ ਕੈਨੇਡਾ ਵਿੱਚ ਜੌਬ ਕਰਦੇ ਆ ਨਾ, ਤੁਸੀਂ 6 ਮਹੀਨਿਆਂ ਬਾਅਦ, ਸਾਲ ਬਾਅਦ ਤੁਹਾਡੇ ਬੈਨੀਫਿਟ ਸਟਾਰਟ ਹੋ ਜਾਂਦੇ ਆ, ਤੁਹਾਡੀ ਪ੍ਰੋਬੇਸ਼ਨ ਖਤਮ ਹੋ ਜਾਂਦੀ ਆ। ਪਰ ਇੱਕ ਸਿਰਫ ਇਹੀ ਫਰੇਜ਼ਰ ਹੈਲਥ ਅਥਾਰਟੀ ਹੀ ਇੱਕ ਐਸਾ EMPLOYER ਆ ਜਿਹੜਾ ਮਿਸਯੂਜ਼ ਕਰਦਾ ਆ। ਸਾਲਾਂ ਤੋਂ ਕੁੜੀਆਂ ਤੋਂ EMPLOYER ਤੋਂ ਹਾਰਡ ਵਰਕ ਕਰਾਉਂਦੇ ਆ ਵਿਦਆਊਟ ਬੈਨੀਫਿਟ। ਹਾਲਾਂਕਿ ਇਸ ਨਾਲ ਯੂਨੀਅਨ ਨੂੰ ਇੱਕ ਸਿੰਪਲ ਸੁਜੈਸ਼ਨ ਦਿੱਤੀ ਸੀ ਕਿ ਇੱਕ ਤੁਸੀਂ ਲਿਮਿਟ ਸੈੱਟ ਕਰ ਲਓ ਕਿ ਜਦੋਂ ਕਿਸੇ ਵਰਕਰ ਨੇ 5000 ਆਵਰ ਪੂਰੇ ਹੋ ਜਾਂਦੇ ਆ ਜਾਂ 8000 ਹੋ ਜਾਂਦੇ ਆ, 10000 ਲਾ ਲਓ। ਜਦੋਂ ਇੱਕ ਬੰਦਾ 10000 ਘੰਟਾ ਤੁਹਾਡੇ ਲਈ ਕੰਮ ਕਰਦਾ ਆ, ਉਸ ਤੋਂ ਬਾਅਦ ਚਾਹੇ ਕੈਜੂਅਲ ਆ ਚਾਹੇ ਉਹ ਰੈਗੂਲਰ ਆ, ਐਟਲੀਸਟ ਉਹਦੇ ਬੈਨੀਫਿਟ ਸਟਾਰਟ ਕਰੋ, ਤਾਂ ਕਿ ਐਟਲੀਸਟ ਤੁਸੀਂ ਕਿਤੇ ਤਾਂ ਫੇਅਰ ਹੋਵੋ, ਕਿਤੇ ਤਾਂ ਸਾਡੇ ਹਾਰਡ ਵਰਕ ਦਾ ਤੁਸੀਂ ਮੁੱਲ ਮੋੜੋ। ਓਬਵੀਅਸਲੀ, ਬਿਲਕੁਲ ਚਾਹੇ ਉਹ ਤੁਸੀਂ ਰੈਗੂਲਰ ਨਹੀਂ ਕੀਤੇ, ਉਹਦੇ ਬੈਨੀਫਿਟ ਤਾਂ ਸਟਾਰਟ ਕਰੋ, ਐਟਲੀਸਟ ਬੈਨੀਫਿਟ ਸਟਾਰਟ ਕਰ ਦੋ। 10000 ਘੰਟੇ ਤੋਂ ਬਾਅਦ ਕਰੋ, ਜਦੋਂ ਅਸੀਂ 10000 ਘੰਟਾ ਤੁਹਾਡੇ ਲਈ ਕੰਮ ਕਰ ਦਿੱਤਾ, ਕਿ ਉਸ ਤੋਂ ਬਾਅਦ ਤੁਸੀਂ ਸਾਨੂੰ ਇੱਕ ਸਿੰਪਲ ਬੈਨੀਫਿਟ ਵੀ ਨਹੀਂ ਦੇ ਸਕਦੇ ਹੈਗੇ।
ਹਨਾ ਕੋਈ ਸਿੰਪਲ ਚੀਜ਼ਾਂ ਹੈ ਜਿਹੜੀਆਂ ਉਹਨਾਂ ਨੂੰ ਲੌਜਿਕ ਦੇ ਨਾਲ ਉਹਨਾਂ ਦੇ ਟੇਬਲ ਤੇ ਲਿਖ ਕੇ ਰੱਖੀਆਂ ਜਾ ਸਕਦੀਆਂ ਕਿ ਆ ਰਿਹਾ ਸੋਲੂਸ਼ਨ, ਹੁਣ ਦੱਸੋ ਤੁਸੀਂ ਕੀ ਕਹਿੰਦੇ ਆ। ਅਸੀਂ ਕੱਲੇ ਕੁਐਸਚਨ ਨਹੀਂ ਲੈ ਕੇ ਆਵਾਂਗੇ, ਅਸੀਂ ਉਹਨਾਂ ਦਾ ਸੋਲੂਸ਼ਨ ਵੀ ਦਿਆਂਗੇ ਤੁਹਾਨੂੰ, ਔਰ ਫਿਰ ਦੱਸੋ ਸਾਡਾ EMPLOYE ਕੀ ਕਰਦਾ ਹੈ। ਅਗਰ ਤੁਸੀਂ ਚਾਹੁੰਦੇ ਭਾਜੀ ਮੈਂ ਤੁਹਾਨੂੰ ਸਿੰਪਲ ਜਿਹੜੀਆਂ ਪ੍ਰੋਬਲਮ ਹੈਗੀਆਂ ਲਿਖ ਕੇ ਸੈਂਡ ਕਰ ਸਕਦੀ ਹਾਂ, ਉਹਨਾਂ ਦੇ ਸੋਲੂਸ਼ਨ ਵੀ ਨਾਲ ਸੈਂਡ ਕਰ ਸਕਦੀ ਹਾਂ ਕਿ ਆਹ ਪਰਫੈਕਟ ਸੋਲੂਸ਼ਨ ਆ। ਫਿਰ ਪੁੱਛੋ ਤਾਂ ਫਿਰ EMPLOYER ਤੋਂ ਸਾਨੂੰ ਉਹਦਾ ਜਵਾਬ ਲੈ ਕੇ ਦਿਓ ਕੀ ਕਰਦੇ ਉਹ, ਕੀ ਕਹਿੰਦੇ ਆ। ਨਹੀਂ ਜੀ, ਮੈਂ ਤਾਂ ਕੋਸ਼ਿਸ਼ ਲਾਸਟ ਟਾਈਮ ਵੀ ਪਿਛਲੇ ਵਾਰ ਵੀ ਮੈਂ ਜਦ ਕੈਜੂਅਲ ਦੀ ਵਰਕਰਸ ਬਾਰੇ ਗੱਲ ਕੀਤੀ ਇਹੀ ਕਿਹਾ ਸੀ। ਮੈਂ ਕਿਹਾ ਵੀ ਤੁਸੀਂ 6000 ਘੰਟਾ, 10000 ਘੰਟਾ, 8000 ਘੰਟਾ ਕੋਈ ਥ੍ਰੈਸ਼ਹੋਲਡ ਸੈੱਟ ਕਰ ਲਓ, ਤੁਸੀਂ ਉਹਨੂੰ ਰੈਗੂਲਰ ਨਾ ਕਰੋ, ਐਟਲੀਸਟ ਬੈਨੀਫਿਟ ਤਾਂ ਉਹਨਾਂ ਦੇ ਐਨਰੋਲ ਕਰੋ। ਉਹਨਾਂ ਨੂੰ ਕਿੰਨਾ ਸਮਾਂ ਚਾਹੀਦਾ ਤੁਹਾਨੂੰ? 8 ਸਾਲ, ਹੁਣ 10-10 ਸਾਲ ਕੁੜੀਆਂ ਨੂੰ ਹੋ ਗਏ, ਉਹਨਾਂ ਨੂੰ ਕਦ ਤੁਸੀਂ ਫਿਰ ਐਨਰੋਲ ਕਰੋਗੇ, ਕਦ ਉਹ ਰੈਗੂਲਰ ਹੋਣਗੇ? ਹਾਂਜੀ ਅਜੀ ਤਾਂ ਟੋਟਲੀ ਬਹੁਤ ਜ਼ਿਆਦਾ ਅਨਫੇਅਰ ਚੀਜ਼ ਇੱਕ ਹੋ ਰਹੀ ਹੈਗੀ ਆ। ਹੁਣ ਜਿਹੜੇ ਆਲਰੇਡੀ ਰੈਗੂਲਰ ਹੈਗੇ ਆ, ਜਿਹੜੇ ਕੁਝ ਵਰਕਰ ਹੈਗੇ ਉਹ ਖੁਸ਼ ਆ ਆਪਣੀਆਂ ਪੋਜੀਸ਼ਨਾਂ ਤੋਂ, ਬਟ ਉਹਨਾਂ ਨੂੰ ਵੀ ਫੋਰਸ ਕੀਤਾ ਜਾ ਰਿਹਾ ਹੈਗਾ ਕਿ ਤੁਸੀਂ ਦੁਬਾਰਾ ਤੋਂ ਅਪਲਾਈ ਕਰੋ। ਮਤਲਬ ਇਹ ਹੋਇਆ ਕਿ ਅਗਰ ਤੁਸੀਂ ਰੈਗੂਲਰ ਆ ਤਾਂ ਵੀ ਤੁਹਾਡੀ ਜੌਬ ਦੀ ਕੋਈ ਅਸ਼ੋਰਟੀ ਨਹੀਂ ਹੈਗੀ ਕਿ ਕਦੋਂ ਫਰੇਜ਼ਰ ਹੈਲਥ ਨੇ ਕੋਈ ਨਵਾਂ ਡਿਸੀਜਨ ਲੈ ਲੈਣਾ ਤੁਹਾਨੂੰ ਬਿਨਾਂ ਪੁੱਛਿਆ, ਤੇ ਉਹਨਾਂ ਨੇ ਕਹਿਣਾ ਚਲੋ ਟੇਕ ਇਟ ਔਰ ਲੀਵ ਇਟ ਵਾਲੀ ਗੱਲ ਕਰਦੇ ਆ ਭਾਜੀ। ਚੁਆਇਸ ਨਹੀਂ ਦਿੰਦੇ ਤੁਹਾਨੂੰ ਇਹ, ਜਿਹੜੀ ਕਿ ਹੋਣੀ ਚਾਹੀਦੀ ਆ। ਜੇ ਤੁਸੀਂ ਪੋਜੀਸ਼ਨ ਨਹੀਂ ਲਓਗੇ ਤਾਂ ਰੈਗੂਲਰ ਵੀ ਕੈਜੂਅਲ ਬਣ ਜਾਣਗੇ। ਕਿੰਨੀ ਜ਼ਿਆਦਾ ਪੇਨਫੁਲ ਵਾਲੀ ਗੱਲ ਹੈ ਕਿ ਸਾਲਾਂ ਤੋਂ ਸਾਲਾਂ ਕੰਮ ਕਰਕੇ ਤੁਸੀਂ ਰੈਗੂਲਰ ਤੋਂ ਕੈਜੂਅਲ ਬਣ ਜਾਓਗੇ ਜੇ ਤੁਸੀਂ ਪੋਜੀਸ਼ਨ ਨਹੀਂ ਅਪਲਾਈ ਕਰੋਗੇ। ਪਰ ਫਿਲਹਾਲ ਕੈਜੂਅਲ ਬਾਰੇ ਨਹੀਂਗਾ ਭਾਜੀ, ਯੂਨਿਟ ਦੀ ਕਮੀ ਹੈ। ਅਗਰ ਇਕੱਠੇ ਹੋ ਕੇ, ਮੈਂ ਤਾਂ ਅੱਗੇ ਸੋਚਦੀ ਸੀਗੀ ਅਗਰ ਕਮਿਊਨਿਟੀ ਹੈਲਥ ਵਰਕਰ ਇੱਕ ਦਿਨ ਦੀ ਸਟ੍ਰਾਈਕ ਤੇ ਚਲੇ ਜਾਣ ਤੇ ਇਹਨਾਂ ਨੂੰ ਇੱਕ ਦਿਨ ਚ ਪਤਾ ਲੱਗ ਜਾਊਗਾ ਕਿ ਇਹਨਾਂ ਦੀ ਵੈਲਿਊ ਕੀ ਹੁੰਦੀ ਹੈ, ਜਿਹੜੀ ਸਰਵਿਸ ਦਿੰਦੇ ਹੈਗੇ ਘਰਾਂ ਦੇ ਵਿੱਚ ਜਾ ਕੇ ਇੰਪੋਰਟੈਂਸ ਕੀ ਹੈਗੀ ਹੈ। ਦੈਨ ਮਾਈਟ ਬੀ ਫਿਰ ਇਹਨਾਂ ਨੂੰ ਸਮਝ ਆ ਜਾਏ ਜਾਂ ਫਿਰ ਐਪਰੀਸ਼ੀਏਟ ਕਰਨ ਸਾਨੂੰ ਇਹ। ਦੇਖੋ ਹੁਣ ਤੁਸੀਂ ਇੱਕ ਰੈਗੂਲਰ ਵਰਕਰ ਆ, ਉਹਨੂੰ ਪੋਜੀਸ਼ਨ ਕਹਿ ਰਹੇ ਹੋ ਵੀ ਤੂੰ 25 ਘੰਟੇ ਦੀ ਲੈ ਲਾ, ਉਹ ਨਹੀਂ ਐਕਸੈਪਟ ਕਰਦਾ, ਉਹਨੂੰ ਕਹਿੰਦੇ ਆ ਜਾ ਫਿਰ ਥੱਲੇ ਆ ਜਾ, ਜ਼ੀਰੋ ਤੋਂ ਆ ਜਾ, ਜਿਵੇਂ 7 ਸੀੜੀ ਵਾਲੀ ਗੇਮ ਆ, ਥੱਲੇ ਆ ਜਾ। ਫਿਰ ਮਤਲਬ ਸਮਝ ਨਹੀਂ ਲੱਗਦੀ ਸੀ। ਇੱਕ ਸਿੰਪਲ ਕਾਲਰ ਤੇ ਰੇਡੀਓ ਹੋਸਟ ਸਮਝ ਰਹੇ ਨੇ, ਜਿਹੜੇ ਉੱਪਰ ਇਹਨਾਂ ਦੇ 30-30, 40-40 ਪੋਸਟਾਂ ਨੇ, ਟੌਪ ਤੋਂ ਲੈ ਕੇ ਥੱਲੇ ਤੱਕ 50-50 ਹਜ਼ਾਰ ਤੋਂ ਲੈ ਕੇ ਸਾਲ ਦਾ 2.5 ਲੱਖ ਤੱਕ, ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ। ਮੈਨੂੰ ਇਹ ਗੱਲ ਦਾ ਬਹੁਤ, ਮੈਂ ਵੀ ਇਸ ਗੱਲ ਤੋਂ ਦੁਖੀ ਹਾਂ ਬਈ ਕਿਉਂ ਵਰਕਰ ਤੁਹਾਡੇ ਲਈ ਕੰਪਲੇਂਟ ਕਰੇ ਜੇ ਤੁਸੀਂ ਗਵਰਨਮੈਂਟ ਜੌਬਸ ਨੇ, ਤੁਸੀਂ ਉੱਪਰ ਮੈਨੇਜਰ ਹੋ, ਸਰਕਾਰ ਹੈ, ਲੇਬਰ ਮਿਨਿਸਟਰ ਹੈ, ਮਿਨਿਸਟਰ ਆਫ ਜੌਬਸ ਹੈ, ਤੇ ਪਤਾ ਨਹੀਂ ਕੌਣ ਤੁਸੀਂ ਕਮਿਊਨਿਟੀ ਚੋਂ ਰਿਪਰੈਜ਼ੈਂਟੇਸ਼ਨ, ਸਾਡੇ 10 MLA ਜੀ, 14 MP ਜੀ, ਤੇ ਹਰ ਰੋਜ਼ ਤੁਸੀਂ ਮਤਲਬ ਘੰਟਿਆਂ ਬੱਧੀ ਕਮਿਊਨਿਟੀ ਦੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਕੌਣ ਸੋਲਵ ਕਰੂਗਾ? ਇਹ ਇੱਕ ਸਵਾਲ ਹੈ। ਹਾਂਜੀ ਬਿਲਕੁਲ। ਥੈਂਕ ਯੂ ਪਲੀਜ਼ ਸਟੇ ਇਨ ਟੱਚ। ਪਲੀਜ਼ ਮੈਨੂੰ ਭੇਜਿਆ ਕਰਿਓ 6047291224 ਮੇਰਾ ਸੈੱਲ ਨੰਬਰ ਹੈ ਜੀ, ਉੱਥੇ ਅਪਡੇਟ ਕਰਦੇ ਰਿਹਾ ਕਰੋ ਤੇ ਆਪਾਂ ਰਲ ਕੇ ਸਾਰੇ ਇਕੱਠਾ ਕੰਮ ਕਰੀਏ, ਕੁਛ ਆਪਾਂ ਜੇ ਇਹਨੂੰ ਠੀਕ ਕਰ ਸਕੀਏ। ਥੈਂਕ ਯੂ। ਹਾਂਜੀ ਭਾਜੀ, ਥੈਂਕ ਯੂ ਸੋ ਮਚ, ਰੀਅਲੀ ਐਪਰੀਸ਼ੀਏਟ। ਥੈਂਕ ਯੂ ਜੀ। ਥੈਂਕ ਯੂ। ਸੋ ਇਹ ਇੱਕ ਚਲੋ ਇਹਦੇ ਬਾਰੇ ਜਿੰਨਾ ਵੀ ਇਨਪੁਟ ਹੋਈ ਹੈ, ਇਸ ਤੋਂ ਅੱਗੇ ਮੈਨੇਜਮੈਂਟ ਦੇ ਨਾਲ ਯਤਨ ਕਰ ਰਹੇ ਹਾਂ ਭੇਜਣ ਦਾ, ਉਹਨਾਂ ਨਾਲ ਕੋਰਸਪੋਂਡੈਂਸ। ਪਰ ਜਿਹੜੇ ਯੂਨੀਅਨ ਦੇ ਵਿੱਚ ਵਰਕਰ ਨੇ ਉਹ ਇੱਕ ਜ਼ਰੂਰ ਆਪਾਂ ਕਰਨਾ ਸ਼ੁਰੂ ਕਰੀਏ, ਯੂਨੀਅਨ ਦੀਆਂ ਮੀਟਿੰਗਸ ਦੇ ਵਿੱਚ ਜਾਣਾ ਸ਼ੁਰੂ ਹੋਵੋ, ਜ਼ਰੂਰ ਜਾਓ। ਆਪਣੇ ਹੱਕਾਂ ਲਈ ਖੜਨਾ ਪੈਣਾ ਆਪਾਂ ਜੇ ਲਿਫਦੇ ਜਾਵਾਂਗੇ ਟੁੱਟ ਜਾਵਾਂਗੇ। NDP ਤੇ ਤਾਂ ਦੋਸ਼ ਇਹ ਲਾਉਂਦੇ ਨੇ EMPLOYER ਕਹੇ ਇਹ ਪ੍ਰੋ ਵਰਕਰ ਹੈ, ਤੇ ਇਹਨਾਂ ਦੇ ਸਮੇਂ ਵੀ ਆਹ ਕੁਛ ਹੋ ਰਿਹਾ ਹੈ। ਤੇ ਨਾਲ ਮੈਂ ਕੋਸ਼ਿਸ਼ ਕਰਦਾ ਲੇਬਰ ਮਿਨਿਸਟਰ ਸਾਹਿਬ ਨੂੰ ਕੱਲ ਨੂੰ ਸੱਦਣ ਦੀ, ਪਰ ਉਹਨਾਂ ਨੇ ਯੂਨੀਅਨ 'ਚ ਬਹੁਤ ਲੰਬਾ ਸਮਾਂ ਕੰਮ ਕੀਤਾ, ਉਹਨਾਂ ਨੂੰ ਉਹ ਪਤਾ ਹੈ, ਉਹਨਾਂ ਕੋਲ ਸਵਾਲਾਂ ਦੇ ਜਵਾਬ ਬਹੁਤ ਨੇ। ਪਰ ਫੇਰ ਵੀ ਇਹ ਮੁੱਦਾ ਜਿਹੜਾ ਹੈਲਥ ਕੇਅਰ ਵਰਕਰਸ ਦਾ ਵੱਡਾ ਮੁੱਦਾ, ਇਹਦੇ ਤੇ ਕੰਮ ਹੋਣਾ ਚਾਹੀਦਾ। ਜਿਹੜਾ ਸਾਡੇ ਤੋਂ ਕਰਨ ਵਾਲਾ ਹੈ ਉਹ ਅਸੀਂ ਕਰ ਦੇਣਾ, ਭੇਜ ਦੇਣੀ ਇਨਫੋਰਮੇਸ਼ਨ ਉੱਪਰ ਜਿਹੜੀ ਚਲੇ ਜਾਏਗੀ। ਤੇ ਇਹਦੇ ਤੇ ਮੈਨੂੰ ਪਲੀਜ਼ ਤੁਸੀਂ ਅਪਡੇਟ ਕਰਦੇ ਰਹੋ ਵੀ ਕੀ ਹੋ ਰਿਹਾ, ਤੇ
ਇਸ ਪਲੇਟਫਾਰਮ ਤੇ ਜਦ ਮਰਜ਼ੀ ਆਪਾਂ ਗੱਲ ਕਰ ਸਕਦੇ। ਆਪਾਂ ਜਿਹੜਾ ਗੱਲਬਾਤ ਕਰ ਰਹੇ ਸੀ ਗੁਰੂ ਅਮਰਦਾਸ ਪਾਤਸ਼ਾਹ ਦੀ ਪਿਛਲੀ ਮੰਗਲਵਾਰ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੇ ਵੱਡੇ ਉਹਨਾਂ ਦੇ ਸਮੇਂ ਜਿਹੜੇ ਕੰਮ ਹੋਏ ਜਿਹਦੇ ਚ ਜਿਹੜੇ ਉਸ ਸਮੇਂ ਦੇ ਵਿਦਵਾਨ ਸੀ ਉਹਨਾਂ ਨੇ ਕਿ ਜਿਹੜਾ ਦੱਸਿਆ ਖਾਸ ਤੌਰ ਤੇ C.H. ਪੇਨ ਨੇ ਇਹ ਕਹਿੰਦਾ ਗੁਰੂ ਅਮਰਦਾਸ ਜੀ ਇੱਕ ਨਿਧੜਕ ਪ੍ਰਚਾਰਕ ਸਨ, ਬਹੁਤ ਉਹਨਾਂ ਨੇ ਸੁਧਾਰ ਕੀਤੇ ਤੇ 20 ਸਾਲ ਉਹ ਗੁਰੂ ਬਣ ਤੋਂ ਪਹਿਲਾਂ ਤੀਰਥਾਂ ਤੇ ਜਾਂਦੇ ਸੀ, ਪਰ ਫਿਰ ਉਹਨਾਂ ਨੇ ਆਪ ਇਸ ਨੂੰ ਸਹੀ ਕੀਤਾ। ਆਪ ਹੀ ਉਸਨੇ ਗੱਲ ਕੀਤਾ ਵੀ ਅਸਲ ਜਿਹੜੀ ਕਹਾਣੀ ਹੈ ਉਹ ਕਿਵੇਂ ਜਿਹੜੀ ਇਹ ਚੀਜ਼ਾਂ ਤੋਂ ਜਿੱਤਿਆ ਕਿਵੇਂ ਜਾ ਸਕਦਾ। ਜਦੋਂ ਗੱਦੀ ਤੇ ਬੈਠੇ ਤਾਂ ਉਮਰ 73 ਸਾਲ ਦੀ ਸੀ, ਪਰ ਉਹਨਾਂ ਦੇ ਮਹਿਲ ਉਹਨਾਂ ਦੇ ਪੰਥ ਦੀਆਂ ਨੀਹਾਂ ਪੱਕੀਆਂ ਸੀ। ਲੰਗਰ ਛਕਣ ਦਾ ਸਭ ਤੋਂ ਪਹਿਲਾ ਵੱਡਾ ਹੁਕਮ ਇਹ ਸੀ, ਸ਼ੂਸ਼ਾਹ ਦੀ ਦੀਵਾਰ ਨੂੰ ਭੰਨਤਾ ਉਹਨਾਂ ਨੇ। ਉੱਚੀਆਂ ਨੀਵੇਂ ਜਾਤਾਂ ਵਾਲੇ ਕਹਿੰਦੇ ਵੀ ਇੱਕੋ ਇਕੱਠੇ ਬਹਿ ਜਾਓ, ਦਰਸ਼ਨ ਨਹੀਂ ਕਰ ਸਕਦਾ ਮੇਰਾ ਜਦ ਤੱਕ ਤੁਸੀਂ ਲੰਗਰ 'ਚ ਨਹੀਂ ਪੈਂਦੇ। ਇਹ ਰਾਸੀ ਮਤ ਨਾਲੋਂ ਸੰਪਰਦਾ ਜਿਹੜੀ ਸਿੱਖਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ, ਕਿਉਂਕਿ ਰਾਸੀ ਸੰਪਰਦਾ ਦਾ ਪਹਿਲੇ ਪਾਤਸ਼ਾਹ ਤੇ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਉਹਨਾਂ ਕਰਕੇ ਬਹੁਤ ਜ਼ੋਰ ਜਿਹੜਾ ਰਾਸੀ ਸੰਪਰਦਾ ਦਾ ਹੋ ਗਿਆ ਸੀ। ਤੇ ਹੋਰ ਜਿਹੜੇ ਕਦਮ ਚੱਕੇ, ਬੌਲੀ ਦੀਆਂ ਜਿਹੜੀਆਂ ਪੌੜੀਆਂ 84 ਪੌੜੀਆਂ ਦੀ ਗੱਲ ਜਿਹੜੀ ਹੈ ਉਹ ਉਹਨਾਂ ਦਾ ਇੱਕ ਖਾਸ ਅਹਿਸਾਸ ਕਰਾਇਆ। ਲੋੜਵੰਦ ਦੇ ਮੂੰਹ ਦੇ ਵਿੱਚ ਖਾਣਾ ਪਾਉਣ ਦੀ ਗੱਲ, ਸਿੱਖ ਦਾ ਮੂੰਹ ਗੁਰੂ ਦੀ ਗੋਲਕ ਦੀ ਗੱਲ, ਤੇ ਸਤੀ ਦੀ ਰਸਮ ਤੋਂ ਖਿਲਾਫ ਜਿਹੜਾ ਸਭ ਤੋਂ ਵੱਡੀ ਗੱਲ ਕੀਤੀ ਵੀ ਸਤੀ ਦੀ ਰਸਮ ਜਿਹੜੀ ਚੱਲੀ ਆਉਂਦੀ ਸੀ, ਔਰਤ ਕੁਸ਼ੀ ਸੀ ਸਿਰੀ, ਉਹਦੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹਦੇ ਖਿਲਾਫ ਗੱਲ ਕੀਤੀ। ਮੰਜੀ ਸਿਸਟਮ ਦੀ ਸਥਾਪਨਾ ਜਿਹੜੀ ਕੀਤੀ, ਬਾਹਰ ਪ੍ਰਚਾਰਕ ਭੇਜੇ ਤੇ ਦੂਰ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖ ਜਗਤ ਨੂੰ 22 ਹਿੱਸਿਆਂ 'ਚ ਵੰਡਤਾ। ਇਹੀ ਮੰਜੀਆਂ ਦਾ ਫਿਰ ਗਾਹਾਂ ਜਾਂ ਮਸੰਦ ਤੱਕ ਚਲੇ ਗਈ, ਤੀਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਤੱਕ ਫਿਰ ਇਹਨਾਂ ਦਾ ਸੁਧਾਰ ਵੀ ਹੋਇਆ ਤੇ ਸਿੱਖਾਂ ਦੀਆਂ ਜਿਹੜੀਆਂ ਮੰਜੀਆਂ ਸੀ, ਸਿੱਖਾਂ ਦੇ ਆਦਰਸ਼ ਦਾ ਪ੍ਰਚਾਰ ਤੇ ਸਿੱਖਾਂ ਨੂੰ ਕੇਂਦਰ ਨਾਲ ਜੋੜਨ ਲਈ 22 ਮੰਜੀਆਂ ਦੇ ਜ਼ਿੰਮੇਵਾਰ ਜਿਹੜੇ ਸੀ ਉਸ ਸਮੇਂ ਭਾਈ ਰੰਗਦਾਸ, ਰੰਗ ਸ਼ਾਹ, ਭਾਈ ਲਾਲੂ, ਸਾਵਣ ਮੱਲ ਜੀ, ਹਿੰਦਾਲ ਜੀ, ਸਚਨਿਸ਼ਚ, ਰਾਜਾ ਰਾਮ ਜੀ, ਭਾਈ ਪਾਰੋ ਜੁਲਕਾ, ਭਾਈ ਸੁਧਾਰਨ, ਮਲ ਜੀ, ਸੇਵਾ ਹਿਤਕਾਰੀ, ਅਲਾ ਯਾਰ ਖਾਂ ਪਠਾਨ, ਖੇਡਾ, ਕਿਦਾਰੀ, ਦਰਬਾਰੀ, ਮਾਈ ਦਾਸ, ਮਥੋ ਮੁਗਰੀ, ਮਾਨਕ ਚੰਦ, ਗੰਗੂ ਸ਼ਾਹ ਦਿੱਲੀ, ਫੇਰਾ ਜੀ, ਬੂਆ ਜੀ, ਬੈਣੀ ਜੀ, ਮੁਰਾਰੀ, ਇਹ 22 ਤੇ ਇਹਨਾਂ ਦੀਆਂ ਜਿਹੜੀਆਂ ਮੰਜੀਆਂ ਅਕਬਰ ਦੀ ਹਕੂਮਤ ਨੇ ਦੀ ਹਕੂਮਤ ਵੀ 22 ਸੂਬਿਆਂ 'ਚ ਵੰਡੀ ਹੋਈ ਸੀ। ਗੁਰੂ ਸਾਹਿਬ ਨੇ 22 ਮੰਜੀਆਂ ਜਿਹੜੀਆਂ ਉਹ ਸਥਾਪਿਤ ਕੀਤੀਆਂ। ਪਰਦਾ ਕਰਨ ਨੂੰ ਮਾੜਾ ਗੁਰੂ ਸਾਹਿਬ ਨੇ ਕਿਹਾ, ਗੁਰੂ ਅਮਰਦਾਸ ਪਾਤਸ਼ਾਹ ਨੇ, ਕਿ ਪਰਦਾ ਜਿਹੜਾ ਗੁਰੂ ਰਾਜਾ ਹਰੀਪੁਰ ਦੀ ਇੱਕ ਵਾਰ ਰਾਣੀ ਗੁਰੂ ਜੀ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਪਰਦੇ ਚਾਹੇ ਸਾਹਿਬ ਨੇ ਕਿਹਾ ਕਿ ਪਰਦੇ ਦੇ ਨਾਲ ਤੁਸੀਂ ਕੁਛ ਨਹੀਂ ਕਰ ਸਕਦੇ, ਤੇ ਬੌਰਾਨੀ ਹੋ ਗਈ ਗੁਰੂ ਸਾਹਿਬ ਕਹਿੰਦੇ। ਤੇ ਜਜ਼ੀਆ ਤੇ ਯਾਤਰਾ ਦਾ ਮਹਿਸੂਲ ਸੀ ਜਿਹੜਾ, ਉਹਦੇ ਖਿਲਾਫ ਸਭ ਤੋਂ ਵੱਡੀ ਗੱਲ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਾ ਹੁਕਮ ਜਿਹੜਾ ਦਿੱਤਾ ਕਿ ਅੰਮ੍ਰਿਤਸਰ ਦੀ ਨੀਂਹ ਰੱਖੀ ਜਾਵੇ। ਤੇ ਸਾਹਿਬ ਨੇ ਭਾਈ ਪਾਰੋ ਜੀ ਨੂੰ ਆਗਿਆ ਕੀਤੀ ਤੇ ਇੱਕ ਦਿਨ ਨੀਅਤ ਇਹੋ ਜਿਹਾ ਕਰੋ ਵੀ ਜਿਸ ਦਿਨ ਸਿੱਖ ਇਕੱਠੇ ਹੋਣ ਤਾਂ ਵਿਸਾਖੀ ਦੇ ਦਿਨ ਦਾ ਮੇਲਾ ਜਿਹੜਾ ਖਾਲਸਾ, ਇਹ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਦਾ ਦਿਨ, ਵਿਸਾਖੀ ਦੇ ਦਿਨ ਦਾ ਇਕੱਠ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੁਰੂ ਤੇ ਯੋਗ ਹੱਥਾਂ 'ਚ ਉਸ ਤਰ੍ਹਾਂ ਗੁਰਤਾ ਗੱਦੀ ਦਿੱਤੀ। ਮੋਹਣੀ, ਮੋਹਨ ਤੇ ਮੋਹਰੀ ਜੀ ਦੋਨੇ ਹੀ ਸਾਹਿਬਜ਼ਾਦੇ ਸੀ, ਪਰ ਨੋ
ਗੁਰਤਾ ਗੱਦੀ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਦਿੱਤੀ। ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ 1534 ਤੋਂ ਲੈ ਕੇ 1581 ਤੱਕ ਇਹ ਉਹਨਾਂ ਦੀ ਇੱਥੇ ਦੀ ਜਿਹੜਾ ਆਰਜਾ ਉਹਨਾਂ ਦੀ ਇਸ ਜੀਵਨ ਦੀ ਪਤਾ ਹੀ ਹੈ ਸਾਰਿਆਂ ਨੂੰ ਤੁਹਾਨੂੰ ਵੀ ਚੂਨੀ ਮੰਡੀ ਦੇ ਵਿੱਚ ਛੋਟੀ ਉਮਰ ਸੀ ਮਾਤਾ ਰੂਪੀ ਜੀ ਸਵਰਗਵਾਸ ਹੋ ਗਏ। 7 ਸਾਲ ਦੇ ਸਨ ਪਿਤਾ ਹਰੀਦਾਸ ਜੀ ਵੀ ਚਲਾਣਾ ਕਰ ਗਏ। ਪਹਿਲਾ ਨਾਮ ਜੇਠਾ ਸੀ, ਨਾਨਕੇ ਆਪ ਦੇ ਬਾਸਰ ਕੇ ਸੀ, ਨਾਨੀ ਜੇਠੇ ਨੂੰ ਬਾਸਰ ਕੇ ਲੈ ਆਈ। 5 ਸਾਲ ਬਾਸਰ ਕੇ ਰਹੇ ਤੇ 1546 ਦੇ ਵਿੱਚ ਗੋਇੰਦਵਾਲ ਸਾਹਿਬ ਆਪ ਗਏ। 1552 ਚ ਗੁਰੂ ਅਮਰਦਾਸ ਜੀ ਵੀ ਗੁਰੂ ਬਣ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਆ ਗਏ। ਭਾਈ ਜੇਠਾ ਜੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ। ਬਹੁਤ ਵੱਡਾ ਇਤਿਹਾਸ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ। ਤੁਸੀਂ ਇਹ ਦੇਖੋ ਵੀ ਇਹ ਗੱਦੀਆਂ ਦੀਨ ਦੁਨੀਆ ਦੇ ਮਾਲਕ ਦੀਆਂ ਜਿਹੜੀਆਂ ਚੀਜ਼ਾਂ ਕਿਵੇਂ ਬਖਸ਼ਿਸ਼ ਹੁੰਦੀ ਹੈ, ਗਰੀਬੀ ਜਿਹੜੀ ਸਿੱਖੀ ਦੇ ਵਿੱਚ ਕਿਵੇਂ ਆਉਂਦੀ ਹੈ। ਤੇ ਭਾਈ ਜੇਠਾ ਜੀ ਘੁੰਗਣੀਆਂ ਹੀ ਵੇਚਦੇ ਤੇ ਮਿੱਠੇ ਸੁਭਾਅ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਹੁਤ ਪਸੰਦ ਸਨ ਗੁਰੂ ਰਾਮਦਾਸ ਪਾਤਸ਼ਾਹ। ਸੋ 1553 ਨੂੰ ਗੁਰੂ ਸਾਹਿਬ ਨੇ ਆਪਣੀ ਛੋਟੀ ਲੜਕੀ ਬੀਬੀ ਭਾਨੀ ਜੀ ਦਾ ਰਿਸ਼ਤਾ ਜੇਠਾ ਜੀ ਨਾਲ ਕਰ। ਬੀਬੀ ਭਾਨੀ ਦਾ ਜਨਮ ਬਾਸਰ ਕੇ ਹੀ ਹੋਇਆ ਤੇ ਬਾਸਰ ਕੇ ਗੁਰੂ ਅਮਰਦਾਸ ਪਾਤਸ਼ਾਹ ਦਾ ਜਨਮ ਸਥਾਨ ਹੈ। ਕਿ ਹੈਰਾਨੀ ਗੱਲ ਦੀ ਇਹ ਹੈ ਕਿ ਇੱਕ ਸਮਾਂ ਸੀ ਜਦ 4 ਪਹਿਲੇ ਪਾਤਸ਼ਾਹ, ਪਹਿਲੇ, ਦੂਜੇ, ਤੀਜੇ ਤੇ ਚੌਥੇ ਗੁਰੂ ਪਾਤਸ਼ਾਹ ਮੌਜੂਦ ਸਨ, ਪਰ ਇੱਕ ਦੂਜੇ ਨਾਲ ਮੇਲ ਨਹੀਂ ਹੋ ਸਕਿਆ। ਦੇਖੋ ਬਾਸਰ ਕੇ ਦੇ ਇਹ ਕਹਾਣੀ ਜਿਹੜੀ ਹੈ ਮਤਲਬ ਇੱਕੋ ਹੀ ਸਮੇਂ 'ਚ ਪਾਤਸ਼ਾਹੀਆਂ ਜਿਹੜੀਆਂ ਪਹਿਲੇ, ਦੂਜੇ, ਤੀਜੇ ਤੇ ਚੌਥੇ ਪਾਤਸ਼ਾਹ, ਕਿਉਂਕਿ 1469 ਦੇ ਵਿੱਚ ਦਾ ਜਿਹੜਾ ਸਮਾਂ ਤੇ ਇਹ 4 ਪਾਤਸ਼ਾਹ ਉਸ ਸਮੇਂ ਜਿਹੜੇ ਮੌਜੂਦ ਸੀ ਇਸ ਧਰਤੀ। तो ਬੀਬੀ ਭਾਨੀ ਜੀ ਵੀ ਬਹੁਤ ਸੇਵਾ ਕਰਦੇ ਤੇ ਜਦ ਮਕਾਲਫ ਲਿਖਦਾ ਹੈ ਕਿ ਭਾਈ ਜੇਠੇ ਦੇ ਮਾਪੇ ਘੁੰਗਣੀਆਂ ਵੇਚਣ ਭੇਜਦੇ ਪਰ ਸੰਤਾਂ ਨੂੰ ਭਾਈ ਜੇਠਾ ਇਹ ਵੰਡ ਦਿੰਦਾ। ਤੇ ਮਕਾਲਫ ਹੋਰ ਵੀ ਲਿਖਦਾ ਹੈ ਕਿ ਇੱਕ ਵਾਰ ਜੇਠਾ ਜੀ ਜਥੇ ਚੱਲ ਪਏ। ਇਹ ਜਥਾ ਬੌਲੀ ਸਾਹਿਬ ਦੀ ਸੇਵਾ ਲਈ ਜਾ ਰਿਹਾ ਸੀ। ਬੌਲੀ ਜਿਹੜੀ ਹੈ 1552 ਚ ਬਣਨੀ ਸ਼ੁਰੂ ਹੋਈ ਤੇ ਉਹਨਾਂ ਦੇ ਹਿਸਾਬ ਦੇ ਨਾਲ ਉਮਰ ਜਿਹੜੀ 18 ਸਾਲ ਦੀ ਬਣਦੀ ਹੈ ਤੇ ਸੇਵਾ ਕਰਦੇ ਤੇ ਅਲੱਗ-ਅਲੱਗ ਥੋੜਾ ਜਿਹਾ ਫਰਕ ਕਿਤੇ ਪਾਉਂਦੇ ਨੇ, ਪਰ ਅਸਲ ਕਹਾਣੀ ਇਹ ਹੈ ਕਿ ਜਿਹੜੀ ਉਹਨਾਂ ਨੂੰ ਇਹ ਜਗ੍ਹਾ ਮਿਲੀ ਉਹ ਸੇਵਾ ਤੋਂ ਹੀ ਮਿਲੀ। ਬਸ ਸਨ 1553 ਗੁਰੂ ਅਮਰਦਾਸ ਜੀ ਨਾਲ ਉਹ ਤੀਰਥ ਤੇ ਵੀ ਗਏ ਤੇ ਬੌਲੀ ਦੀ ਜਦ ਸਾਰੀ ਆਰੰਭ ਹੋ ਗਈ। ਅੰਮ੍ਰਿਤਸਰ ਦੀ ਜਿਹਦੀ ਨੀਂਹ ਗੁਰੂ ਰਾਮਦਾਸ ਪਾਤਸ਼ਾਹ ਨੇ 1566 ਦੇ ਵਿੱਚ ਅਕਬਰ ਗੁਰੂ ਅਮਰਦਾਸ ਜੀ ਦੇ ਦਰਬਾਰ ਚ ਆਇਆ ਤੇ ਬੀਬੀ ਭਾਨੀ ਜੀ ਦੇ ਨਾਮ ਝਬਾਲ ਦੇ ਪਰਗਣੇ ਲਗਾ ਗਏ। ਗੁਰੂ ਅਮਰਦਾਸ ਜੀ ਨੇ 1570 ਚ ਭਾਈ ਜੇਠਾ ਜੀ ਨੂੰ ਨਵਾਂ ਸ਼ਹਿਰ ਰਾਮਦਾਸਪੁਰ ਵਸਾਉਣ ਦੀ ਆਗਿਆ ਦਿੱਤੀ ਤੇ ਸੋ ਇਹ ਥਾਂ ਗੁਰੂ ਸਾਹਿਬ ਜੀ ਦਾ ਚੱਕ ਜਿਹੜਾ ਬਣਿਆ, ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੇ ਕਹਿੰਦੇ ਜ਼ਿਮੀਂਦਾਰਾਂ ਕੋਲੋਂ 700 ਰੁਪਏ ਚ ਜ਼ਮੀਨ ਖਰੀਦੀ ਤੇ 1797 ਤੱਕ ਗੁਰੂ ਦਾ ਚੱਕ ਹੀ ਇਹ ਪ੍ਰਸਿੱਧ ਰਿਹਾ। ਤੇ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਦੀ ਸਾਜਨਾ ਬਾਰੇ ਲਿਖਦੇ ਨੇ ਇਹ ਹੁਕਮ ਗੁਰੂ ਅਮਰਦਾਸ ਜੀ ਦਾ ਹੀ ਸੀ। ਗੁਰੂ ਅਮਰਦਾਸ ਦਾ ਬਚਨ ਕੀਤਾ ਪੁਰਖਾ ਕੋਈ ਤੀਰਥ ਮਦਰ ਦੇਸ਼ में करिए जो ਤਰਲੋਕੀ के सबना ਦਾ ਭਲਾ ਹੋਵੇ। ਤਾਂ ਚੌਥੇ ਪਾਤਸ਼ਾਹ ਨੇ ਤਾਲ ਖਦਾਈ ਕੇ ਤਿਆਰ ਕੀਤਾ ਤਾਂ ਬਚਨ ਹੋਏਗਾ ਅੱਗੇ ਪੰਜਵੇਂ ਪਾਤਸ਼ਾਹ ਪੱਕਾ ਕਰਾਉਂਗੇ ਅੰਮ੍ਰਿਤਸਰ ਦਾ ਨਾਮ ਰੱਖਣ ਦੀ। ਤੇ ਜਿੱਥੇ ਤਲਾਬ ਕਹਿੰਦੇ ਬਣਾਇਆ ਜੋਗੀਆਂ ਦੀ ਇਹ ਜਗ੍ਹਾ ਸੀ, ਪਵਿੱਤਰ ਸੀ, ਪਹਿਲਾ ਮੱਠ ਸੀ। ਤੇ ਗਿਆਨੀ ਗਿਆਨ ਸਿੰਘ ਕਵੀ ਸੰਤੋਖ ਸਿੰਘ ਨੂੰ ਲਿਖਦੇ ਨੇ ਪਰ
ਪਵਿੱਤਰਤਾ ਤਾਂ ਜਦੇ ਹੋ ਜਾਣੀ ਜਦ ਆਪ ਉੱਥੇ ਚਲੇ ਗਏ। ਤੇ ਗੁਰੂ ਨਾਨਕ ਜੀ ਵੀ ਨੇਪਾਲਪੁਰ ਨੂੰ ਜਾਂਦੇ ਇੱਥੇ ਰੁਕੇ ਸੀ ਕਿ ਫਿਰ ਗੁਰੂ ਅੰਗਦ ਸਾਹਿਬ ਨੇ ਵੀ ਇਸ ਸਥਾਨ ਪਵਿੱਤਰ ਕੀਤਾ। ਉਹਨਾਂ ਦਾ ਰਿਸ਼ਤਾ ਅੰਗੂਠਾ ਇੱਥੋਂ ਦੀ ਲੱਭੀ ਬੂਟੀ ਨਾਲ ਹੀ ਕਹਿੰਦੇ ਠੀਕ ਹੋਇਆ। ਤੇ ਬੂਟੀ ਨੂੰ ਗੁਰੂ ਅੰਗਦ ਜੀ ਨੇ ਸੁਭਾਵਿਕ ਹੀ ਦੁੱਖ ਭੰਜਨੀ ਕਿਹਾ ਸੀ। ਫਿਰ ਜਦ ਅੰਮ੍ਰਿਤ ਸਰੋਵਰ ਬਣਿਆ ਤਾਂ ਉਸ ਥਾਂ ਤੋਂ ਜਿਹੜੀ ਬੂਟੀ ਮਿਲੀ ਉਹ ਦੁੱਖ ਭੰਜਨੀ ਉਹਦਾ ਨਾਮ ਪੈ ਗਿਆ। ਤੇ ਗੁਰਤਾ ਗੱਦੀ ਜਿਹੜੀ ਬਖਸ਼ਣ ਦੀ ਵਾਰਤਾ ਜਿਹੜੀ ਉਹ ਅਗਲੇ ਮੰਗਲਵਾਰ ਨੂੰ ਆਪਾਂ ਸ਼ੁਰੂ ਕਰਦੇ ਹਾਂ। ਤੋ ਬੇਨਤੀ ਹੈ ਜੀ ਸਾਰੇ ਵਰਕਰਸ ਨੂੰ ਨਿਰਾਸ਼ ਹੋਣ ਦੀ ਨਹੀਂ ਲੋੜ, ਚੜ੍ਹਦੀ ਕਲਾ 'ਚ ਰਹਿਣਾ। ਆਪਾਂ ਇਹਦਾ ਵੀ ਸੋਲੂਸ਼ਨ ਹੋ ਜਾਣਾ। ਕਾਇਮ ਰਹੋ, ਫਿਕਰ ਨਹੀਂ ਕਰਨ ਦੀ ਲੋੜ। ਰੱਬ ਰੱਖ।